ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਅਮਰੀਕਾ ਦੀ ਧਰਤੀ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਝਟਕਾ ਲੱਗਾ ਹੈ ਜੋ ਬਾਈਡਨ ਸਾਹਿਬ ਨੂੰ ਸੁਪਰੀਮ ਕੋਰਟ ਆਫ ਅਮਰੀਕਾ ਨੇ ਦਿੱਤਾ। ਇਲੈਕਸ਼ਨਸ ਤੋਂ ਪਹਿਲਾਂ 2024 ਦੀਆਂ 400 ਅਰਬ ਡਾਲਰ ਦੀ ਪਾਲਿਸੀ ਸੀ ਉਹਨਾਂ ਦੀ ਕਿ ਸਾਰੇ ਸਟੂਡੈਂਟਸ ਦੇ ਕਰਜ਼ੇ ਮੁਆਫ ਕਰਨਾ ਚਾਹੁੰਦੇ ਸੀ, ਪਰ ਖਾਰਿਜ ਕਰ ਦਿੱਤੀ ਉਹਨਾਂ ਦੀ ਇਹ ਪਾਲਿਸੀ ਸੁਪਰੀਮ ਕੋਰਟ ਆਫ ਅਮਰੀਕਾ ਨੇ। ਹੋਰ ਉਹਨਾਂ ਨੇ ਇੱਕ ਨਵਾਂ ਬਿਆਨ ਦਿੱਤਾ ਹੈ ਕਿਉਂਕਿ ਜਦੋਂ ਡਿਸੀਜ਼ਨ ਆ ਗਿਆ ਉਹਨਾਂ ਨੂੰ ਲੱਗਿਆ ਕਿ ਉਹਨਾਂ ਦੀ ਪੋਲੀਟੀਕਲ ਗਰਾਊਂਡ ਜਾ ਰਹੀ ਹੈ। ਪੋਲੀਟੀਕਲ ਗਰਾਊਂਡ ਨੂੰ ਦੁਬਾਰਾ ਮਾਈਲੇਜ ਦੇਣ ਵਾਸਤੇ ਉਹਨਾਂ ਨੇ ਇੱਕ ਨਵੀਂ ਸਟੇਟਮੈਂਟ ਦਿੱਤੀ ਹੈ ਕਿ ਮੈਂ ਵਰਕਆਊਟ ਕਰਾਂਗਾ ਇੱਕ ਆਲਟਰਨੇਟਿਵ ਪਲਾਨ ਦੇ ਉੱਤੇ, ਤਾਂ ਕਿ ਜੋ ਇਹਦੇ ਰਿਸਕ ਨੇ ਸਟੂਡੈਂਟਸ ਨੂੰ ਇਹ ਮੋੜਨਾ ਪਏਗਾ ਕਰਜ਼ਾ, ਪਰ ਜੇ ਚੂਕ ਹੋ ਜਾਂਦੀ ਹੈ ਤਾਂ ਉਹਦੇ ਉੱਤੇ ਕੋਈ ਐਕਸ਼ਨਸ ਨਾ ਹੋਣ, ਉਹਨਾਂ ਉੱਤੇ ਕੋਈ ਇੱਦਾਂ ਦੀ ਕਾਰਵਾਈ ਨਾ ਹੋਵੇ। ਉਸ ਤੋਂ ਬਚਾਉਣ ਲਈ ਸਟੂਡੈਂਟਸ ਨੂੰ ਮੈਂ ਇੱਕ ਨਵਾਂ ਆਲਟਰਨੇਟਿਵ ਪਲਾਨ ਲੈ ਕੇ ਆਵਾਂਗਾ। ਸੋ ਇਹ ਸਾਰੀਆਂ ਡਿਸਕਸ਼ਨਸ ਚੱਲਦੀਆਂ ਪਈਆਂ ਨੇ। ਇਸ ਤੋਂ ਪਹਿਲਾਂ ਵੀ ਜੋ ਬਾਈਡਨ ਸਾਹਿਬ ਨੂੰ ਇੱਕ ਝਟਕਾ ਲੱਗਾ ਜੋ ਸੁਪਰੀਮ ਕੋਰਟ ਨੇ ਹੀ ਨਸਲ ਦੇ ਉੱਤੇ ਆਧਾਰਿਤ ਜੋ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨਸ ਹੁੰਦੀਆਂ ਨੇ ਉਸ ਨੂੰ ਖਾਰਿਜ ਕੀਤਾ ਹੈ। 14ਵਾਂ ਸੋਧ ਹੋਇਆ ਸੀ ਕਨਸਟੀਟਿਊਸ਼ਨ ਦੇ ਵਿੱਚ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਸਭ ਇਕੁਅਲ ਨੇ, ਸੋ ਨਸਲ ਦੇ ਆਧਾਰ ਦੇ ਉੱਤੇ ਐਡਮਿਸ਼ਨ ਨਹੀਂ ਹੋ ਸਕਦੀ। ਹਾਲਾਂਕਿ ਬਾਈਡਨ ਸਾਹਿਬ ਨੂੰ ਇਹ ਚੀਜ਼ ਪਸੰਦ ਨਹੀਂ ਆਈ। ਬਰਾਕ ਓਬਾਮਾ ਨੂੰ ਵੀ ਕਾਫੀ ਚੋਟ ਲੱਗੀ ਹੈ, ਉਹਨਾਂ ਨੇ ਇਸ ਦੇ ਉੱਤੇ ਟਵੀਟ ਵੀ ਕੀਤਾ ਕਿਉਂਕਿ ਡੈਕੇਡਸ ਤੋਂ ਚੱਲੀ ਆ ਰਹੀ ਸੀ ਇਹ ਪਾਲਿਸੀ, ਪਰ ਇੱਕੋ ਦਮ ਖਾਰਿਜ ਕਰ ਦਿੱਤੀ ਗਈ ਹੈ। ਹਾਂ, ਕੁਝ ਇੱਦਾਂ ਦੀਆਂ ਕੰਡੀਸ਼ਨਸ ਹੋ ਸਕਦੀਆਂ ਨੇ ਜਿਹਦੇ ਵਿੱਚ ਇਹ ਕੰਸੀਡਰ ਕੀਤਾ ਜਾ ਸਕਦਾ ਹੈ। ਇਸ ਕਰਕੇ ਲਿਖਣਾ ਜ਼ਰੂਰੀ ਹੈ, ਆਪਣੀ ਨਸਲ ਬਾਰੇ ਮੈਂਸ਼ਨ ਕਰਨਾ ਜ਼ਰੂਰੀ ਹੈ, ਉਹਨੂੰ ਛੁਪਾਉਣਾ ਨਹੀਂ ਹੈ, ਪਰ ਐਡਮਿਸ਼ਨ ਵਾਸਤੇ ਕੰਸੀਡਰ ਨਹੀਂ ਹੋਏਗਾ। ਇੰਟਰਵਿਊ ਵਾਸਤੇ ਕੰਡੀਸ਼ਨਸ ਹੋ ਸਕਦੀਆਂ ਨੇ, ਹੋਰ ਐਕਸੈਪਸ਼ਨਲ ਕੇਸਿਸ ਵਾਸਤੇ ਕੰਡੀਸ਼ਨਸ ਹੋ ਸਕਦੀਆਂ ਨੇ। ਨਾਲ ਗੱਲ ਹੁੰਦੀ ਹੈ ਕਿ ਜੋ ਅਮਰੀਕਾ ਦੇ ਨਾਲ ਡੀਲ ਹੋਈ ਹੈ ਇੰਡੀਆ ਦੀ, ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਨੇ ਅਨਅਵੋਇਡੇਬਲ ਹੁੰਦੀਆਂ ਨੇ, ਜਿੱਦਾਂ ਇਨਕਮ ਤੋਂ ਬਾਅਦ ਇਨਕਮ ਟੈਕਸ ਅਨਅਵੋਇਡੇਬਲ ਹੈ, ਸਾਨੂੰ ਦੇਣਾ ਪੈਂਦਾ। ਉਸੇ ਤਰ੍ਹਾਂ ਪੋਲੀਟੀਕਲ ਕੰਟਰੋਵਰਸੀਜ਼ ਵੀ ਹੁੰਦੀਆਂ ਨੇ, ਔਰ ਪੋਲੀਟੀਕਲ ਕੰਟਰੋਵਰਸੀਜ਼ 'ਚ ਇਹ ਆ ਰਿਹਾ ਹੈ ਕਿ ਜੋ ਡਰੋਨ ਵੇਚੇ ਜਾ ਰਹੇ ਨੇ ਇੰਡੀਆ ਨੂੰ ਓਵਰ ਪ੍ਰਾਈਸ ਨੇ, ਬਹੁਤ ਜ਼ਿਆਦਾ ਕੀਮਤ ਲਿੱਤੀ ਜਾ ਰਹੀ ਹੈ ਉਹਨਾਂ ਕੋਲੋਂ, ਜਦਕਿ ਚੀਜ਼ ਇਹ ਵੀ ਹੈ ਕਿ ਕਿੱਦਾਂ ਦੀ ਟੈਕਨੋਲੋਜੀ ਟਰਾਂਸਫਰ ਚਾਹੁੰਦਾ ਹੈ ਇੰਡੀਆ ਔਰ ਕੀ ਫੀਚਰਸ ਚਾਹੁੰਦਾ ਹੈ ਡਰੋਨ ਦੇ ਵਿੱਚ, ਔਰ ਉਹਦੀ ਲੋਕਲ ਪ੍ਰੋਡਕਸ਼ਨ ਹੋਏਗੀ ਕਿ ਨਹੀਂ ਹੋਏਗੀ, ਔਰ ਉਹਦੀਆਂ ਕੀ ਟਰਮਸ ਐਂਡ ਕੰਡੀਸ਼ਨਸ ਵਰਕਆਊਟ ਹੋ ਰਹੀਆਂ ਨੇ। ਇਹ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ ਜਾਣਗੀਆਂ। ਸੋ ਇੱਕ ਹੋਰ ਜੋ ਬਹੁਤ ਹੀ ਇੰਪੋਰਟੈਂਟ ਮੁੱਦਾ ਹੈ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕੌਂਸਲ ਦਾ, ਉਹਦੇ ਵਿੱਚ ਇਹ ਹੈ ਕਿ ਸੁਧਾਰ ਕਿੱਦਾਂ ਕੀਤੇ ਜਾਣ, ਕਿਉਂਕਿ ਜੋ ਰਿਫਾਰਮਸ ਚਾਹੀਦੀਆਂ ਨੇ ਦੁਨੀਆ ਦੇ ਵਿੱਚ ਪੀਸ ਕੀਪਿੰਗ ਵਾਸਤੇ, ਉਹਦੇ ਵਾਸਤੇ ਜ਼ਰੂਰੀ ਹੈ ਕਿ ਸਿਸਟਮ ਨੂੰ ਚੇਂਜ ਕੀਤਾ ਜਾਵੇ। ਪਰ ਜੋ ਕੰਟਰੀਜ਼ ਉਸ ਸਿਸਟਮ ਤੋਂ ਫਾਇਦਾ ਲੈ ਰਹੀਆਂ ਨੇ ਉਸ ਸਿਸਟਮ ਨੂੰ ਚੇਂਜ ਨਹੀਂ ਹੋਣ ਦੇਣਾ ਚਾਹੁੰਦੀਆਂ। ਭਾਰਤ ਦੇ ਪ੍ਰਸਤਾਵ ਨੂੰ ਕਈ ਵਾਰ ਠੁਕਰਾਇਆ ਗਿਆ। ਇਟਲੀ ਦਾ ਇੱਕ ਛੋਟਾ ਜਿਹਾ ਗਰੁੱਪ ਹੈ ਦੇਸ਼ਾਂ ਦਾ, ਉਹਦੇ ਵਿੱਚ ਪਾਕਿਸਤਾਨ ਵੀ ਇੱਕ ਉਹਦਾ ਮੈਂਬਰ ਹੈ, ਇਹ ਸਭ ਵਿਰੋਧ ਕਰਦੇ ਨੇ ਭਾਰਤ ਦੇ ਪ੍ਰਸਤਾਵ ਦਾ, ਪਰ ਇਹ 25ਵੀਂ ਵਾਰ ਇਸ ਨੂੰ ਪੋਸਟਪੋਨ ਕੀਤਾ ਗਿਆ। ਹੁਣ ਇਹ ਦੁਬਾਰਾ ਮੀਟਿੰਗਸ ਹੋਣਗੀਆਂ, ਪਰ ਜਦੋਂ ਪਾਰਟਨਰਸ਼ਿਪ ਦੀ ਗੱਲ ਕਰਦੇ ਹਾਂ ਅਮਰੀਕਾ ਤੇ ਇੰਡੀਆ ਦੀ, ਤਾਂ ਸੰਨ 2023 ਦਾ ਜੋ ਏਜੰਡਾ ਹੈ ਉਹ ਇਹੀ ਹੈ ਕਿ ਗਲੋਬਲ ਪਾਰਟਨਰਸ਼ਿਪ ਲੈ ਕੇ ਅੱਗੇ ਆਈਏ। ਤਾਂ ਕਿਤੇ ਨਾ ਕਿਤੇ ਬਾਈਡਨ ਸਾਹਿਬ ਨੂੰ ਜੋ ਫਸਟ ਝਟਕਾ ਲੱਗਾ ਹੈ 2024 ਦੀਆਂ ਇਲੈਕਸ਼ਨਸ ਤੋਂ ਪਹਿਲਾਂ ਸਟੂਡੈਂਟਸ ਦੇ ਕਰਜ਼ੇ ਨੂੰ ਲੈ ਕੇ, ਉਹਦੇ ਵਿੱਚ ਉਹ ਰਿਪਬਲਿਕਨਸ ਨੂੰ ਖਾਸ ਤੌਰ 'ਤੇ ਦੋਸ਼ੀ ਠਹਿਰਾ ਰਹੇ ਨੇ। ਔਰ ਇੱਧਰ ਵੀ ਜਦੋਂ ਝਟਕਾ ਲੱਗਦਾ ਹੈ ਕਿ ਸਿਕਿਉਰਿਟੀ ਵਾਸਤੇ, ਤਾਂ ਫਿਰ ਬਾਈਡਨ ਸਾਹਿਬ ਔਰ ਮੋਦੀ ਸਾਹਿਬ ਦੇ ਵਿੱਚ ਜੋ ਕਨਵਰਸੇਸ਼ਨਸ ਹੁੰਦੀਆਂ ਨੇ, ਜੁਆਇੰਟ ਸੈਸ਼ਨ ਹੁੰਦਾ ਹੈ ਕਾਂਗਰਸ ਦਾ, ਜੁਆਇੰਟ ਸਟੇਟਮੈਂਟ ਦਿੱਤੀ ਜਾਂਦੀ ਹੈ, ਉਹਦੇ ਵਿੱਚ ਸਿਕਿਉਰਿਟੀ ਨੂੰ ਸਭ ਤੋਂ ਪਹਿਲੇ ਨੰਬਰ 'ਤੇ ਰੱਖਿਆ ਜਾਂਦਾ ਹੈ। ਸੋ ਇਹ ਤਮਾਮ ਹੈਪਨਿੰਗਸ ਹੋ ਰਹੀਆਂ ਨੇ ਅਮਰੀਕਾ ਦੀ ਧਰਤੀ ਦੇ ਉੱਤੇ। ਤੇ ਆਓ ਹੁਣ ਚੱਲਦੇ ਹਾਂ ਆਪਣੇ ਪੰਜਾਬ ਦੇ ਮੁੱਦਿਆਂ ਵੱਲ, ਆਪਣੇ ਭਾਰਤ ਦੇ ਮੁੱਦਿਆਂ ਵੱਲ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਸੋ ਬਲਕਾਰ ਜੀ, ਜੀ ਹਾਊ ਆਰ ਯੂ ਦਿਸ ਮਾਰਨਿੰਗ? ਹਾਂ ਬਿਲਕੁਲ ਫਰੈਸ਼, ਬਿਲਕੁਲ ਚੜ੍ਹਦੀ ਕਲਾ। ਚੜ੍ਹਦੀ ਕਲਾ ਹੀ ਹੋਣੀ ਚਾਹੀਦੀ, ਕਿਉਂਕਿ ਸਾਡੀ ਪੰਜਾਬੀਆਂ ਦੀ ਇਹ ਗੱਲ ਸਭ ਨੂੰ ਪਤਾ ਲੱਗਦੀ ਹੈ ਕਿ ਅਸੀਂ ਹਮੇਸ਼ਾ ਉਹਦੇ 'ਚ ਰਹਿੰਦੇ ਚੜ੍ਹਦੀ ਕਲਾ 'ਚ ਰਹਿੰਦੇ ਨੇ। ਸੋ ਪੰਜਾਬ ਦੇ ਵਿੱਚ ਅਸੀਂ ਬੈਠ ਕੇ ਜਦੋਂ ਦੁਨੀਆ ਵੱਲ ਝਾਤ ਮਾਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਸਾਡਾ ਭਾਰਤ ਦੇਸ਼ ਕਿੱਦਾਂ ਚੜ੍ਹਦੀ ਕਲਾ ਦੇ ਵਿੱਚ ਹੈ। ਇੱਕ ਫੋਰਨ ਦੀ ਅਮਰੀਕੀ ਮੈਗਜ਼ੀਨ ਹੈ, ਫੋਰਨ ਪਾਲਿਸੀ ਦੇ ਉੱਤੇ ਹੀ ਆਉਂਦੀ ਹੈ, ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਪੱਛਮੀ ਏਸ਼ੀਆ ਵਿੱਚ ਅਹਿਮ ਤਾਕਤ ਬਣ ਕੇ ਉੱਭਰ ਰਿਹਾ ਹੈ। ਕਿਉਂਕਿ ਇੱਕ ਪਾਸੇ ਤਾਂ ਯੂਕਰੇਨ ਤੇ ਰਸ਼ੀਆ ਦੇ ਵਿੱਚ ਵਾਰ ਚੱਲਦੀ ਪਈ ਆ, ਇੱਕ ਪਾਸੇ ਏਸ਼ੀਆ ਦੇ ਵਿੱਚ ਚੱਲਦੀ ਪਈ ਆ ਕੋਲਡ ਵਾਰ, ਜਿਹੜੀ ਅਸੀਂ ਹਥਿਆਰਾਂ ਦੀ ਸਾਰੀ ਆਪਣੇ ਕੋਲ ਜ਼ਖੀਰਾ ਇਕੱਠਾ ਕਰਦੇ ਪਏ। ਸੋ ਇਹ ਪੱਛਮੀ ਏਸ਼ੀਆ ਦੇ ਵਿੱਚ ਅਹਿਮ ਤਾਕਤ ਵਿੱਚੋਂ ਕਿਵੇਂ ਉੱਭਰਦਾ ਪਿਆ ਭਾਰਤ? ਇਹ ਲੇਟੈਸਟ ਹੁਣੇ ਜਿਹੜਾ ਐਲਾਨਨਾਮਾ ਵੀ ਹੋਇਆ, ਇਹਦੇ ਵਿੱਚ ਇਹ ਖਬਰਾਂ ਦਾ ਬਹੁਤ ਵੱਡਾ ਚਰਚਾ ਦਾ ਮੁੱਦਾ ਬਣ ਗਿਆ ਕਿ ਇੰਡੀਆ ਜਿਹੜਾ ਹੈਗਾ ਇਸ ਵੇਲੇ ਇਹ ਅਹਿਮ ਤਾਕਤ ਬਣਨ ਦੇ ਨੇੜੇ ਤੇ ਨਹੀਂ ਪਹੁੰਚ ਹੀ ਚੁੱਕਿਆ ਉੱਥੇ। ਔਰ ਉਹਦੇ ਵਿੱਚ ਬਾਕੀ ਜਿਹੜੇ ਦੇਸ਼ ਨੇ ਉਹ ਥੋੜ੍ਹੇ ਜਿਹੇ ਹੈਰਾਨੀ ਤਾਂ ਉਹਨਾਂ ਨੇ ਪ੍ਰਗਟਾਈ ਹੈ ਕਿ ਇਹ ਦੇਸ਼ ਜਿਹੜਾ ਡਿਵੈਲਪਿੰਗ ਕੰਟਰੀ ਹੈ ਇਹ ਬਿਲਕੁਲ ਹੁਣ ਮੋਢੇ ਨਾਲ ਮੋਢਾ ਜੋੜ ਕੇ ਅਮਰੀਕਾ ਨਾਲ ਚੱਲ ਰਿਹਾ, ਔਰ ਉਹਦੇ ਨਾਲ ਏਸ਼ੀਅਨ ਕੰਟਰੀ ਜਿਹੜੀਆਂ ਉਹ ਉਹਦੇ ਤੋਂ ਥੋੜ੍ਹਾ ਬਹੁਤ ਪਿੱਛੇ ਰਹਿ ਗਈਆਂ। ਔਰ ਇਹਨੇ ਉਹਨਾਂ ਦੀ ਹਮਾਇਤ ਵੀ ਕੀਤੀ ਹੈ। ਕੁਝ ਜਿਹੜੇ ਕੰਟਰੀ ਇਸ ਵੇਲੇ ਡਿਵੈਲਪਿੰਗ ਕੰਟਰੀ ਉਹਨਾਂ ਦੇ ਲਈ ਇਹ ਅੱਗੇ ਹੋ ਕੇ ਉਹਨਾਂ ਲਈ ਹਰ ਤਰ੍ਹਾਂ ਦੀ ਮਾਇਕ ਤੌਰ 'ਤੇ ਔਕੜਾਂ ਨੂੰ ਪੂਰੀਆਂ ਕਰਨ ਲਈ ਵੀ ਇਹ ਅੱਗੇ ਮੋਹਰੀ ਬਣ ਕੇ ਚੱਲਿਆ।
ਔਰ ਉਹਦੇ ਵਿੱਚ ਜੇ ਗੱਲ ਕਰੀਏ ਬੀਜੇਪੀ ਦੇ ਨੇਤਾ ਦੀ, ਜੇ ਮੋਦੀ ਸਾਹਿਬ ਦੀ ਗੱਲ ਕਰੀਏ ਤੇ ਉਹ ਵੀ ਆਪਣੇ ਆਪ ਨੂੰ ਵਿਸ਼ਵ ਗੁਰੂ ਦੇ ਨਾਂ ਨਾਲ ਹੀ ਐਲਾਨਨਾਮਾ ਕੀਤਾ ਉਹਨਾਂ ਨੇ। ਜਿੱਥੇ ਵੀ ਜਾਂਦੇ ਨੇ ਗਲੋਬਲਾਈਜੇਸ਼ਨ ਦੇ ਤਰੀਕੇ ਨਾਲ ਉਹਨਾਂ ਦੀਆਂ ਮੀਟਿੰਗਾਂ ਨੇ, G20 ਨਾਲ ਹੈਗਾ, ਸਿਖਰ ਭਾਰਤ ਸੰਮੇਲਨ ਆ, ਉਹਦੇ ਵਿੱਚ ਵੀ ਉਹ ਮੋਹਰੀ ਬਣ ਕੇ ਗੱਲਬਾਤ ਕਰਦੇ ਆ। ਔਰ ਅਮਰੀਕਾ ਦੇ ਵਿੱਚ ਉਹ 7-8 ਵਾਰੀ ਪਹੁੰਚ ਚੁੱਕੇ ਆ, ਜਿਹਦੇ ਵਿੱਚ ਉਹਨਾਂ ਨੂੰ ਦਾਵਤ ਦਿੱਤੀ ਗਈ ਆ ਔਰ ਉਹਨਾਂ ਨੂੰ ਵੈਲਕਮ ਕੀਤਾ ਗਿਆ ਔਰ ਉਹਨਾਂ ਦਾ ਸੰਬੋਧਨ ਸਾਰਿਆਂ ਨੇ ਸੁਣਿਆ। ਉਹਦੇ ਵਿੱਚ ਵੀ ਏਸ਼ੀਅਨ ਕੰਟਰੀ ਦੇ ਜਿਹੜੀ ਪਾਪੂਲੇਸ਼ਨ ਸੀ ਉਹਦੇ 'ਚ ਬਹੁਤਾਤ ਸੀਗੇ ਲੋਕ, ਉਹਨਾਂ ਦੇ ਸੰਬੋਧਨ ਨੂੰ ਸੁਣਿਆ ਵੀ। ਲੇਟੈਸਟ ਹੁਣੇ ਹੀ ਹੋ ਕੇ ਆਏ ਉਹਦੇ ਵਿੱਚ। ਔਰ ਇਹਨਾਂ ਗੱਲਾਂ ਦੇ ਵਿੱਚ ਜੇ ਮੋਹਰੀ ਬਣਨ ਦੀ ਗੱਲ ਇਹਨਾਂ ਦੀ ਹੈਗੀ ਏਸ਼ੀਅਨ ਕੰਟਰੀ ਦੇ ਵਿੱਚ, ਚਾਈਨਾ ਨੂੰ ਥੋੜ੍ਹੀ ਜਿਹੀ ਉਹ 'ਚ ਤਲਖੀ ਹੋਈ ਆ। ਉਸ ਤਲਖੀ ਦੇ ਲਿਹਾਜ਼ ਨਾਲ, ਕਿਉਂਕਿ ਇੱਕ ਤਾਂ ਉਹ ਮਾਰਕੀਟਿੰਗ ਕਰਦਾ, ਚੀਜ਼ਾਂ ਵੇਚਦਾ ਬਾਹਰ ਦੇ ਵਿੱਚ ਏਰੀਆ ਵਿੱਚ। ਦੂਜਾ ਜਿਹੜਾ ਹੈਗਾ ਸਿਆਸਤ ਵੀ ਚਾਈਨਾ ਨਹੀਂ ਛੱਡਣਾ ਚਾਹੁੰਦਾ ਆਪਣੀ, ਕਿ ਮੇਰੀ ਸਿਆਸਤ ਦੇ ਵਿੱਚ ਵੀ ਮੈਂ ਮੋਹਰੀ ਰਵਾਂ, ਉਹਦੇ 'ਚ ਭਾਰਤ ਮੇਰੇ ਤੋਂ ਅੱਗੇ ਨਾ ਨਿਕਲ ਜੇ, ਕਿਉਂਕਿ ਮੈਂ ਉਹਦੇ ਤੋਂ ਪਹਿਲਾਂ ਜਿਹੜਾ ਡਿਵੈਲਪ ਕੰਟਰੀ ਆ, ਮੈਂ ਵੀਟੋ ਪਾਵਰ ਵਾਲਾ ਵੀ ਕੰਟਰੀ ਆ। ਉਹਦੇ ਵਿੱਚ ਉਹਨਾਂ ਦੇ ਜਿਹੜੇ ਇਸ ਵੇਲੇ ਪ੍ਰੈਜ਼ੀਡੈਂਟ ਡਬਲ ਬਣੇ ਸੀ ਜਿਨਪਿੰਗ, ਉਹਨਾਂ ਦਾ ਇਹ ਮਸਲਾ ਹੁੰਦਾ ਕਿ ਅਸੀਂ ਅਮਰੀਕਾ ਨਾਲ ਵੀ ਦੋਸਤੀ ਗੰਢ ਕੇ ਰੱਖੀਏ, ਉਹਨਾਂ ਨੂੰ ਥੋੜ੍ਹਾ ਜਿਹਾ ਡਾਊਨ ਕਰਕੇ ਵੀ ਰੱਖੀਏ, ਤੇ ਇੰਡੀਆ ਜਿਹੜਾ ਸਾਡੇ 'ਤੇ ਡਿਪੈਂਡੈਂਟ ਹੋ ਜੇ, ਸਾਡੇ 'ਤੇ ਨਿਰਭਰ ਹੋ ਜੇ। ਇਹ ਗੱਲ ਨੂੰ ਮੋਦੀ ਸਾਹਿਬ ਨੇ ਔਰ ਬੀਜੇਪੀ ਨੇ ਨਕਾਰ ਦਿੱਤਾ। ਉਹਨਾਂ ਨੇ ਜਿਹੜੀ ਗੱਲ ਕੀਤੀ ਆ ਸ਼ਰੇਆਮ ਸਿਖਰ ਦੀ ਵਾਰਤਾ ਨਾਲ ਅਮਰੀਕਾ ਨਾਲ ਕੀਤੀ ਹੈ, ਬਾਈਡਨ ਸਾਹਿਬ ਨਾਲ ਸਿੱਧੀ ਗੱਲ ਰਹੀ ਹੈ। ਉਦੋਂ ਪਹਿਲਾਂ ਟਰੰਪ ਸਾਹਿਬ ਨਾਲ ਵੀ ਉਹਨਾਂ ਦੀ ਬੜੀ ਗੱਲ ਚੱਲਦੀ ਰਹੀ ਆ ਔਰ ਉਹ ਗੱਲ ਉਸ ਤੋਂ ਤੱਕ ਪਹੁੰਚ ਗਿਆ ਕਿ ਅਮਰੀਕਾ ਨੇ ਕਹਿਤਾ ਕਿ ਤੁਹਾਨੂੰ ਕਿਸੇ ਹੋਰ ਦੇਸ਼ ਨਾਲ ਗਣਤਪ ਕਰਨ ਦੀ ਲੋੜ ਨਹੀਂ, ਤੁਸੀਂ ਸਿੱਧੇ ਤੌਰ 'ਤੇ ਸਾਡੇ ਨਾਲ ਗੱਲ ਕਰੋ। ਰਸ਼ੀਆ ਨਾਲ ਵੀ ਇਹਨਾਂ ਦੀ ਗੱਲ ਜਿਹੜੀ ਚੱਲਦੀ ਰਹੀ ਆ, ਖਰੀਦੋ ਫਰੋਖਤ ਵੀ ਚੱਲਦੀ ਰਹੀ ਆ। ਹੁਣ ਡਿਫੈਂਸ ਲਈ ਇਹਨਾਂ ਜੋ ਕੁਝ ਆਰਡਰ ਕੀਤੇ ਆ, ਜਿਹਦੇ 'ਚ ਡਰੋਨ ਹੈਗੇ ਆ, ਜਿਹਦੇ 'ਚ ਰਡਾਰ ਹੈਗੇ ਆ, ਜਿਹਦੇ ਵਿੱਚ ਜਹਾਜ਼ ਹੈਗੇ ਆ, ਜਿਹਦੇ 'ਚ ਮਿਗ ਹੈਗੇ ਆ, ਕਈ ਚੀਜ਼ਾਂ ਲੈਣ ਦੀ ਜਿਹੜੇ ਰਾਜਨਾਥ ਡਿਫੈਂਸ ਮਿਨਿਸਟਰ ਨੇ ਉਹਨਾਂ ਨਾਲ, ਉਹਨਾਂ ਦੇ ਡਿਫੈਂਸ ਮਿਨਿਸਟਰ ਨਾਲ ਗੱਲ ਕੀਤੀ ਆ। ਸਾਡੇ ਜੈ ਸ਼ੰਕਰ ਜਿਹੜੇ ਵਿਦੇਸ਼ ਮੰਤਰੀ, ਉਹਨਾਂ ਦੀ ਵੀ ਗੱਲ ਹੋ ਗਈ ਆ। ਹੁਣ ਰੇਟ ਜਿਹੜਾ ਤੈਅ ਕਰਨ ਦੀ ਗੱਲ ਹੋ ਗਈ ਸੀ, ਜਿਹਨੂੰ ਅਸੀਂ ਬਾਰਗੇਨਿੰਗ ਕਹਿੰਦੇ ਆ, ਜਿਹਦੇ ਵਿੱਚ ਸੌਦਾ ਹੇਠਾਂ ਉੱਪਰ ਕਰਨ ਦੀ ਗੱਲ ਹੈਗੀ ਆ। ਵੈਸੇ ਸੌਦਾ ਜਿਹੜਾ ਬਿਲਕੁਲ ਉਹ ਫਾਈਨਲ ਹੋ ਚੁੱਕਿਆ ਔਰ ਇਹ ਗੱਲ ਆਪ ਦਾ ਜਿਹੜੇ ਹੈਗੇ ਆ ਮੋਦੀ ਸਾਹਿਬ ਕਰਕੇ ਆ। ਪਰ ਜੇ ਕਾਰਪੋਰੇਟ ਦੀ ਗੱਲ ਕਰੀਏ ਇੰਡੀਆ ਦੀ, ਤਾਂ ਉਹ ਵੀ ਉੱਥੇ ਬੈਠੇ ਆ। ਅਬਾਨੀ ਸਾਹਿਬ, ਨੀਤਾ ਅਬਾਨੀ, ਸਾਰੇ ਉੱਥੇ ਸੀਗੇ ਜਦੋਂ ਇਹਨਾਂ ਦਾ ਡਿਨਰ ਹੋਇਆ। ਉਹ ਆਪ ਉੱਥੇ ਆ ਡਿਨਰ ਦੇ ਵਿੱਚ। ਉਹਨਾਂ ਨੂੰ ਇਨਵੀਟੇਸ਼ਨ ਤਾਂ ਉਹਨਾਂ ਨੇ ਦਿੱਤਾ ਅਮਰੀਕਾ ਵਾਲਿਆਂ ਨੇ, ਜਾਂ ਇੱਧਰੋਂ ਆਪਾਂ ਲੈ ਕੇ ਗਏ ਆ। ਇਹ ਨਹੀਂ ਕਿਸੇ ਨੂੰ ਪਤਾ ਲੱਗਿਆ ਵੀ ਉਹ ਕਿੱਦਾਂ ਉੱਥੇ ਬੈਠੇ ਆ, ਉਹ ਵੀ ਉਹਨਾਂ ਵਿੱਚ ਸ਼ਾਮਲ ਹੋ ਗਏ ਆ। ਔਰ ਜਦੋਂ ਅਸੀਂ ਏਸ਼ੀਅਨ ਕੰਟਰੀ ਦੀ ਗੱਲ ਕਰਦੇ ਹਾਂ ਕਿ ਉਹਦੇ 'ਚ ਸੁਪਰ ਪਾਵਰ ਜਿਹੜਾ ਇੰਡੀਆ ਬਣਿਆ ਹੈਗਾ, ਪਰ ਅਜੇ ਐਲਾਨਨਾਮਾ ਹੋਣ ਵਾਲਾ ਹੈਗਾ ਜਿਹਦੇ ਵਿੱਚ ਇਹ ਕੁਝ ਕਰਕੇ ਦਿਖਾਉਣਗੇ। ਖਾਸ ਤੌਰ 'ਤੇ ਇਸ਼ੂ ਜਿਹੜਾ ਇਸ ਵੇਲੇ ਬਣ ਗਿਆ, ਵੱਡਾ ਜਿਹੜਾ ਮੁੱਦਾ ਬਣਿਆ, ਉਹ ਸੀਗਾ ਯੂਕਰੇਨ ਤੇ ਰਸ਼ੀਆ ਦੀ ਲੜਾਈ ਨੂੰ ਜਿਹੜਾ ਇਸ ਵੇਲੇ ਬੰਦ ਕਰਾਉਣ ਦਾ। UN ਨੂੰ ਤੱਕ ਵੀ ਪਹੁੰਚ ਕੀਤੀ ਆ ਇੰਡੀਆ ਨੇ। ਇਸ ਵੇਲੇ ਵੀ ਇਹ ਚਰਚਾ ਰਹੀ ਹੈ, ਬਾਈਡਨ ਨੇ ਵੀ ਇਹਨਾਂ ਨੂੰ ਪੁੱਛਿਆ, ਮੋਦੀ ਸਾਹਿਬ ਨਾਲ ਇਹ ਗੱਲ ਹੋਈ ਆ। ਜਦੋਂ ਕੋਈ ਵਪਾਰਕ ਸੰਬੰਧਾਂ ਦੀ ਗੱਲ ਹੋਈ ਹੈ, ਫੋਰਨ ਪਾਲਿਸੀ ਦੀ ਨੀਤੀ ਦੀ ਗੱਲ ਹੋਈ ਹੈ, ਨਾਲ ਲੱਗਦਾ ਇਹ ਮਸਲਾ ਵੀ ਦੁਬਾਰਾ ਡਿਸਕਸ ਹੋਇਆ। ਪਰ ਉਹਦੇ ਵਿੱਚ ਮੋਦੀ ਸਾਹਿਬ ਨੇ ਜੋ ਕੀਤਾ ਉਹਨੂੰ ਅਜੇ ਇਹਨਾਂ ਨੇ ਤਰੀਕੇ ਨਾਲ ਜਨਤਕ ਨਹੀਂ ਕੀਤਾ, ਪਬਲਿਕ ਤੱਕ ਨਹੀਂ ਪਹੁੰਚਾਇਆ ਵੀ ਕੀ ਗੱਲਬਾਤ ਹੋਈ ਆ। ਔਰ ਮੋਦੀ ਸਾਹਿਬ ਨੇ ਇੱਕ ਸੰਕੇਤ ਦੇ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਯੂਕਰੇਨ ਤੇ ਰਸ਼ੀਆ ਦੀ ਲੜਾਈ ਨੂੰ ਅਸੀਂ ਥੋੜ੍ਹਾ ਜਿਹਾ ਰੋਕਣ ਦਾ ਜਿਹੜਾ ਇਜ਼ਾਫਾ ਕਰਾਂਗੇ, ਉਹਦੇ ਵਿੱਚ ਅਸੀਂ ਯਤਨਸ਼ੀਲ ਹਾਂ ਔਰ ਹੋ ਸਕਦਾ ਕਿ ਉਹ ਲੜਾਈ ਬੰਦ ਹੋ ਜੇ। ਇਹਦਾ ਮਤਲਬ ਆ ਜੇ ਅਮਰੀਕਾ ਉਹਦੇ 'ਚ ਹਰੀ ਝੰਡੀ ਦੇ ਦਿੰਦਾ ਤਾਂ ਜੰਗ ਬੰਦ ਆ, ਕਿਉਂਕਿ ਉਹਦੇ ਨਾਲ ਜਿਹੜੀ ਗਰੁੱਪ ਆ ਨਾ ਉਹਨਾਂ ਦੇ ਟੁੱਟ ਜਾਣਗੇ। ਅਮਰੀਕਾ ਪਿੱਛੇ ਹਟ ਗਿਆ, ਯੂਕਰੇਨ ਨੇ ਵੀ ਬੰਦ ਕਰ ਦੇਣਾ। ਫਿਰ ਉਹਦੇ ਨਾਲ ਜਿਹੜੀਆਂ ਹੈਗੀਆਂ ਯੂਰਪੀਅਨ ਕੰਟਰੀਆਂ, ਜਿਹੜੀ ਉਹਨਾਂ ਦੀ ਐਸੋਸੀਏਸ਼ਨ ਬਣ ਕੇ ਉਹ ਪਿੱਛੇ ਲੱਗੀ ਹੈ। ਦੋ ਗਰੁੱਪ ਆਪੋ ਵਿੱਚ ਲੜਾਈ ਕਰਾਉਣ ਵਾਲੇ ਹੈਗੇ ਆ, ਵਿੱਚ ਜਿਹੜੇ ਸਾਲਸ ਨੇ, ਜਿਹੜੇ ਮੁਹੱਈਆ ਕਰ ਰਹੇ ਵੈਪਨ, ਉਹ ਜੇ ਲੜਾਈ ਬੰਦ ਹੋ ਜਾਂਦੀ ਹੈ ਤਾਂ ਹੋ ਸਕਦਾ ਕਿ ਇਹਦੇ ਨੰਬਰ ਜ਼ਿਆਦਾ ਇੰਡੀਆ ਦੇ ਬਣ ਜਾਣਗੇ। ਪਰ ਇਸ ਵੇਲੇ ਜਿਹੜਾ ਐਲਾਨਨਾਮਾ ਹੋਇਆ ਬਹੁਤ ਵੱਡੀ ਗੱਲ ਹੈ, ਜਿਹਦੇ ਵਿੱਚ ਅਰਬ ਕੰਟਰੀ ਵੀ ਹੈਗੀਆਂ। ਅਰਬ ਕੰਟਰੀ ਦੇ ਨਾਲ ਵੀ ਇਹਨਾਂ ਦੀ ਗੁਫ਼ਤਗੂ ਹੋਈ ਹੈ ਮੋਦੀ ਸਾਹਿਬ ਦੀ, ਜਿਹਦੇ ਵਿੱਚ ਇਰਾਨ, ਇਰਾਕ ਵੀ ਹੈਗਾ ਅਰਬ ਕੰਟਰੀ ਦੇ ਨਾਲ, ਦੁਬਈ ਦਾ ਏਰੀਆ ਵੀ ਹੈਗਾ, ਜਿਸ 'ਚ ਪਠਾਨ ਨੇ, ਉੱਥੇ ਮੁਗਲ ਨੇ ਜਾਂ ਜਿਹੜੇ ਸ਼ਾਹ ਨੇ, ਉਹਨਾਂ ਨਾਲ ਗੱਲਬਾਤ ਹੋਈ ਹੈ। ਕਿਉਂਕਿ ਉਹਨਾਂ ਨੇ ਕਹਿਤਾ ਕਿ ਇੰਡੀਆ ਇਸ ਵੇਲੇ ਡਿਫੈਂਸ ਦੇ ਵੱਲੋਂ ਵੀ ਜਿਹੜਾ ਹੈਗਾ ਜ਼ਿਆਦਾ ਤਾਕਤਵਰ ਹੋ ਗਿਆ ਔਰ ਐਟਮੀ ਪਾਵਰ ਨਾਲ ਵੀ ਤਾਕਤਵਰ ਹੋ ਗਿਆ। ਔਰ ਜਿੱਥੇ ਵੀ ਜਿਨ੍ਹਾਂ ਦੀ ਗੱਲ ਹੈਗੀ ਆ, ਰਾਜਨਾਥ ਨੇ ਕਹਿਤਾ ਕਿ ਕੋਈ ਵੀ ਦੇਸ਼ ਜੇ ਅੱਗੇ ਆਏਗਾ ਸਾਡੇ, ਅਸੀਂ ਤਿਆਰ ਤਿਆਰ ਉਹਦੇ ਨਾਲ। ਸੰਕੇਤ ਉਹਨਾਂ ਦਾ ਚਾਈਨਾ ਨਾਲ ਸੀਗਾ, ਰਸ਼ੀਆ ਨੂੰ ਤਾਂ ਨਹੀਂ ਹੈਗਾ, ਰਸ਼ੀਆ ਨਾਲ ਤਾਂ ਇਹਨਾਂ ਦੇ ਸੰਬੰਧ ਬਹੁਤ ਵਧੀਆ ਹੈਗੇ ਆ। ਪਰ ਉਦੋਂ ਪਹਿਲਾਂ ਇਹ ਹੈਗਾ ਕਿ ਖਦਸ਼ਾ ਕੋਈ ਨਹੀਂ ਲੜਾਈ ਦਾ। ਇਹਦੋਂ ਪਹਿਲਾਂ ਜੇ ਕਹਿੰਦੇ ਸੀ ਕਿ ਵਰਲਡ ਵਾਰ ਬਣ ਸਕਦੀ ਹੈ ਯੂਕਰੇਨ ਤੇ ਰਸ਼ੀਆ ਦੀ, ਪਰ ਇਹ ਬਿਲਕੁਲ ਧੀਮੀ ਗਤੀ 'ਚ ਚੱਲ ਰਹੀ ਹੈ। ਲੜਾਈ ਤਕਰੀਬਨ ਬੰਦ ਹੋਣ ਦੇ ਕੰਢੇ 'ਤੇ ਹੀ ਹੈਗਾ, ਕਿਉਂਕਿ ਬਾਕੀ ਦੇਸ਼ ਇਨਵਾਲਵ ਹੋ ਗਿਆ। ਪਰ ਇਹਦੋਂ ਪਹਿਲਾਂ ਆਪਣਾ ਇੰਡੀਆ ਤਾਂ ਚੁੱਪ ਹੀ ਰਿਹਾ, ਇੰਡੀਆ ਨੇ ਕੋਈ ਇਹਦੇ 'ਤੇ ਗੱਲ ਨਹੀਂ ਕੀਤੀ, ਨਿਊਟਰਲ ਪਾਵਰ ਦੇ ਵੱਲੋਂ ਗੱਲ ਕਰਦਾ ਰਿਹਾ। ਪਰ ਹੁਣ ਇਹ ਸ਼ਾਮਲ ਹੋ ਗਿਆ ਉਹਦੇ ਵਿੱਚ। ਜਦੋਂ ਇਹ ਸ਼ਾਮਲ ਹੋ ਗਿਆ ਤੇ ਇਹਦੇ ਨਾਲ ਲੱਗਦਾ ਹੈਗਾ ਕਿ ਇਹ ਲੜਾਈ ਬੰਦ ਹੋ ਜੇ ਤੇ ਸ਼ਾਂਤੀ ਬਹਾਲ ਹੋ ਜਾਏਗੀ। ਦੇਖੋ ਗੱਲ ਇਹ ਆ, ਜਿਸ ਸਮੇਂ ਪਹਿਲਾਂ ਕਿਹਾ ਕਿ ਯੂਰਪ ਦੇ ਵਿੱਚ ਲੜਾਈ ਚੱਲਦੀ ਪਈ ਹੈ ਤੇ ਇੱਧਰ ਏਸ਼ੀਆ ਦੇ ਵਿੱਚ ਅਸੀਂ ਕੋਲਡ ਵਾਰ ਵੱਲ ਵੱਧਦੇ ਪਏ ਹਾਂ। ਜਿਵੇਂ 1945 ਦੇ ਵਿੱਚ ਸੈਕੰਡ ਵਰਲਡ ਵਾਰ ਤੋਂ ਬਾਅਦ
ਰਸ਼ੀਆ ਤੇ ਅਮਰੀਕਾ ਦੇ ਵਿੱਚ ਕੋਲਡ ਵਰਲਡ ਵਾਰ ਦੀ ਸਿਚੁਏਸ਼ਨ ਬਣੀ ਹੋਈ ਸੀਗੀ। ਸੋ ਸੇਮ ਮਸਲਾ ਜਿਹੜਾ ਹੈ ਨਾ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਵੀ ਹੈ ਕਿ ਅਸੀਂ ਫਿਊਚਰ ਨੂੰ ਰੱਖ ਕੇ ਪਾਲਿਸੀਜ਼ ਨੂੰ ਚੇਂਜ ਕਰੀਏ। ਇਹੀ ਇੰਡੀਆ ਚਾਹੁੰਦਾ ਹੈ। ਜੇ ਉਹ ਚੇਂਜ ਹੋ ਜਾਣਗੀਆਂ ਤਾਂ ਨੈਚੁਰਲੀ ਵਾਰਸ ਹੋਇਆ ਹੀ ਨਹੀਂ ਕਰਨਗੀਆਂ। ਔਰ ਜੇ ਪਾਕਿਸਤਾਨ ਦੀ ਗੱਲ ਕਰੋ ਤਾਂ ਇਸ ਵਕਤ ਸਿਚੁਏਸ਼ਨ ਇਹ ਹੈ ਕਿ ਪਾਕਿਸਤਾਨ ਵੀ ਯੂਕਰੇਨ ਨੂੰ ਹਥਿਆਰ ਮੁਹੱਈਆ ਕਰਵਾ ਰਿਹਾ ਹੈ। ਔਰ ਇਸ ਵਕਤ ਪਾਕਿਸਤਾਨ ਕੋਲ ਜਿੰਨੇ ਐਟਮ ਬੰਬ ਨੇ ਉਹ ਇੰਡੀਆ ਤੋਂ ਜ਼ਿਆਦਾ ਨੇ, ਸ਼ਾਇਦ 172 ਨੇ ਪਾਕਿਸਤਾਨ ਕੋਲ ਐਟਮ ਬੰਬਸ। ਇਹ ਵੀ ਪੂਰੀ ਤਰ੍ਹਾਂ ਤਿਆਰ ਬੈਠਾ ਹੈ। ਸੋ ਇਹ ਪੂਰੀ ਤਰ੍ਹਾਂ ਨਾਲ ਅਸੀਂ ਬਿਲਕੁਲ ਚਾਈਨਾ ਔਰ ਪਾਕਿਸਤਾਨ ਤੋਂ ਘਿਰੇ ਹੋਏ ਹਾਂ। ਜੇ ਸਿਕਿਉਰਿਟੀ ਦੀ ਗੱਲ ਕਰੀਏ, ਅਸੀਂ ਜੋ ਰਸ਼ੀਆ ਤੋਂ ਵੈਪਨਸ ਲੈ ਰਹੇ ਹਾਂ ਔਰ ਜੋ ਅਮਰੀਕਾ ਨਾਲ ਡਰੋਨਸ ਦੀ ਡੀਲ ਹੋ ਰਹੀ ਹੈ। ਬਾਕੀ ਤੁਸੀਂ ਡਿਨਰ ਡਿਪਲੋਮੈਸੀ ਦੀ ਗੱਲ ਕੀਤੀ ਹੈ ਕਿ ਡਿਨਰ ਦਿੱਤਾ ਰੈੱਡ ਕਾਰਪੇਟ, ਉਹ ਤਾਂ ਠੀਕ ਹੈ, ਬਟ ਅਮਰੀਕਾ ਇਜ਼ ਅ ਬਿਜ਼ਨਸ ਕੰਟਰੀ ਔਰ ਉਹਦਾ ਬਿਜ਼ਨਸ ਇਹ ਹੈ ਕਿ ਉਹ ਦੇ ਆਰ ਅ ਪਰਫੈਕਟ ਬਿਜ਼ਨਸਮੈਨ। ਮਾਰਕੀਟ ਆ, ਉਹ ਮੰਡੀ 'ਚ ਆਉਂਦਾ। ਤੁਸੀਂ ਪਾਕਿਸਤਾਨ ਦੀ ਗੱਲ ਕੀਤੀ ਹੈ ਨਾ, ਪਾਕਿਸਤਾਨ 'ਚ ਜੇ ਵੇਖਿਆ ਜਾਵੇ ਬੇਸਿਕਲੀ ਦੇ ਆਰ ਨਾਟ ਮੇਕਿੰਗ ਨੀਡਲ, ਇੱਕ ਸੂਈ ਬਣਾਉਣ ਤੱਕ ਵੀ ਉਹਨਾਂ ਦੀ ਔਕਾਤ ਨਹੀਂ ਹੈਗੀ। ਹਾਂਜੀ। ਔਰ ਭੁੱਖਾ ਮਰ ਰਿਹਾ ਹੈਗਾ ਜੋ ਵੀ ਹੈਗਾ। ਜਿਹੜੀ ਤੁਸੀਂ ਗੱਲ ਕੀਤੀ ਐਟਮ ਜੋ ਹੈ, ਗੱਲ ਠੀਕ ਹੈਗੀ ਹੈ। ਇਹ ਸਾਰੇ ਵੈਪਨ ਅਮਰੀਕਾ ਨੇ ਦਿੱਤੇ ਆ, ਇਸ ਕਰਕੇ ਦਿੱਤੇ ਆ ਕਿ ਅਫਗਾਨਿਸਤਾਨ ਨੂੰ ਥੋੜ੍ਹੀ ਜਿਹੀ ਭਾਜਣਾ ਪਾਉਣ ਲਈ ਅਫਗਾਨਿਸਤਾਨ 'ਚੋਂ ਆਪ ਅਮਰੀਕਾ ਭੱਜ ਕੇ ਆਇਆ, ਰਸ਼ੀਆ ਵੀ ਦੌੜਿਆ ਉੱਥੋਂ, ਔਰ ਉਸ ਤੋਂ ਬਾਅਦ ਤਾਲਿਬਾਨ ਉੱਥੇ ਆ ਗਿਆ। ਇਸ ਵੇਲੇ ਉਸੇ ਕੰਟਰੀ ਦੇ ਜਿਹੜੀ ਇੱਕ ਜਥੇਬੰਦੀ ਆ ਉਹਨੇ ਰਾਜ ਭਾਗ ਸੰਭਾਲਿਆ ਪਿਆ। ਹੁਣ ਇਹ ਦੇਖੋ ਕਰਦੇ ਕੀ ਹੈਗਾ, ਅਫਗਾਨਿਸਤਾਨ ਕਿੱਥੇ ਆ, ਰਸ਼ੀਆ ਨੂੰ ਨੇੜੇ ਆ, ਅਮਰੀਕਾ ਕਿੱਥੋਂ ਉੱਡ ਕੇ ਆਇਆ ਤੇ ਕਿੱਥੇ ਆ ਕੇ ਉਹਨੇ ਇਹਦੇ ਤੇ ਗਲਬਾ ਮਚਾਉਣ ਦੀ ਗੱਲ ਕੀਤੀ। ਇਹ ਇਸ ਕਰਕੇ ਕਿ ਸਾਲਸੋ ਦੇ ਵਿੱਚ ਕੌਣ ਹੈਗਾ ਮੀਡੀਏਟਰ, ਕੌਣ ਹੈਗਾ, ਪਾਕਿਸਤਾਨ। ਪਾਕਿਸਤਾਨ ਦਾ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਡਿਫੈਂਸ ਜਿਹੜਾ ਹੈਗਾ, ਡਿਫੈਂਸ ਦਾ ਖਰਚਾ ਅਮਰੀਕਾ ਦੇ ਰਿਹਾ। ਇਹਦੇ ਕੋਲ ਤਾਂ ਪਾਈ ਨਹੀਂ ਹੈਗੀ। ਇਹ ਸਾਰਾ ਜਿਹੜਾ ਬਜਟ ਬਣਦਾ ਇਹਨਾਂ ਦਾ ਉਹ ਅਮਰੀਕਾ ਦੇ ਲਿਹਾਜ਼ ਨਾਲ ਬਣਦਾ। ਉਹਦੇ 'ਚ ਆ ਜੋ ਇਹਨਾਂ ਦੀ ਪਾਰਲੀਮੈਂਟ 'ਚ ਡਿਸਕਸ ਹੁੰਦਾ, ਜਿਹੜਾ ਬਜਟ ਆਉਂਦਾ ਅਮਰੀਕਾ ਦਿੰਦਾ। ਉਹ ਕਲਿੰਟਨ ਤੋਂ ਲੈ ਕੇ ਹੁਣ ਤੱਕ ਜਿਹੜੇ ਹੈਗੇ ਉਹ ਸਾਰੇ ਅਜੇ ਤੱਕ ਦੇ ਰਿਹਾ। ਪੈਟਰਨ ਉਹੀ ਬਣਿਆ ਇਹਨਾਂ ਦਾ ਪਾਕਿਸਤਾਨ ਦਾ। ਉਹ ਕਿਹਨੂੰ ਭੱਜਣਾ ਪਾਉਣ ਲਈ ਉਹਨਾਂ ਨੂੰ ਪਤਾ ਹੈ ਵੀ ਇਹ ਪਾਕਿਸਤਾਨ ਜਿਹੜਾ ਹੈਗਾ ਇਹ ਹਿੰਦੁਸਤਾਨ ਨੂੰ ਭੱਜਣਾ ਪਊਗਾ। ਨਾਲ ਲੱਗਦਾ ਰਸ਼ੀਆ ਨੂੰ ਥੋੜ੍ਹਾ ਬਹੁਤ ਕਰੇਗਾ, ਰਸ਼ੀਆ ਨਾਲ ਤਾਂ ਉਹਦਾ ਹੈਗਾ। ਚਾਈਨਾ ਦਾ ਦੋਸਤ ਹੈ, ਚਾਈਨਾ ਦਾ ਦੋਸਤ, ਉਹ ਦੋਸਤ ਉਹਦਾ ਬਣੂਗਾ ਜਿਹੜਾ ਹਿੰਦੁਸਤਾਨ ਦੇ ਉਲਟਾ ਹੈ। ਇਹ ਐਕਚੁਅਲੀ ਜਿਹੜੀ ਆਪਾਂ ਗੱਲ ਕੀਤੀ ਲੌਬੀਜ਼ ਸਾਰੀਆਂ ਉਹਦੇ 'ਚ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਅਮਰੀਕਾ ਜਿਹੜਾ ਜਦੋਂ ਵੈਪਨ ਦਾ ਜਦੋਂ ਬਣਾਉਂਦਾ ਜਾਂ ਵੇਚਦਾ ਹੈਗਾ, ਇਹਨੂੰ ਚਾਹੀਦੀ ਹੈ ਕਿ ਮਾਰਕੀਟ ਚਾਹੀਦੀ ਹੈ, ਮੰਡੀ ਚਾਹੀਦੀ ਹੈ, ਉਹਨਾਂ ਨੂੰ ਸ਼ਾਮਲ ਕਰ ਲੈਂਦਾ। ਹੁਣ ਵੀ ਜੇ ਮੋਦੀ ਸਾਹਿਬ ਗਏ ਤਾਂ ਆਪਾਂ ਖਰੀਦੋ ਫਰੋਖਤ ਲਈ ਗਏ ਉੱਥੇ, ਸਾਰੇ ਅਸੀਂ ਉਹ 'ਚ ਲੈ ਰਹੇ ਹਾਂ ਜੋ ਸਮਾਨ ਉੱਥੋਂ ਲਿਆ ਰਿਹਾ। ਰਾਜਨਾਥ ਜੀ ਨੇ ਕਹਿ ਦਿੱਤਾ ਡਿਫੈਂਸ ਮਿਨਿਸਟਰ ਨੇ ਵੀ ਅਸੀਂ ਉਹਨੂੰ ਓਕੇ ਕਰਤਾ, ਕਿਉਂਕਿ ਜਦੋਂ ਪ੍ਰਧਾਨ ਮੰਤਰੀ ਨੇ ਓਕੇ ਕੀਤਾ ਤਾਂ ਡਿਫੈਂਸ ਮਿਨਿਸਟਰ ਕਿਉਂ ਰੁਕੂਗਾ। ਫਾਈਨਾਂਸ ਮਿਨਿਸਟਰ ਨੂੰ ਪੈਸਾ ਦੇਊਗਾ। ਸੀਤਾਰਮਨ ਨੇ ਵੀ ਓਕੇ ਕਰ ਦਿੱਤਾ, ਫਾਈਨਾਂਸ ਮਿਨਿਸਟਰੀ ਜਿਹੜੀ ਉਹਨੇ ਕਰ ਦਿੱਤਾ। ਪਾਰਲੀਮੈਂਟ 'ਚ ਉਸੇ ਵੇਲੇ ਡਿਸਕਸ ਹੋ ਗਿਆ। ਇਸ ਕਰਕੇ ਹਿੰਦੁਸਤਾਨ 'ਚ ਨਾ ਨੁਕਰ ਕਰਨ ਦਾ ਮਤਲਬ ਕੋਈ ਨਹੀਂ ਕਿ ਅਮਰੀਕਾ ਤੋਂ ਹਥਿਆਰ। ਦੋ ਚੀਜ਼ਾਂ ਨੇ ਇਹਦੇ ਵਿੱਚ ਬਲਕਾਰ ਜੀ, ਉਹਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ ਕਿ ਪੱਛਮੀ ਏਸ਼ੀਆ ਵਿੱਚ ਇੰਡੀਆ ਉੱਭਰ ਰਿਹਾ ਹੈ, ਚਾਈਨਾ ਇੰਡੀਆ ਨੂੰ ਟੱਕਰ ਦੇ ਰਿਹਾ ਔਰ ਚਾਈਨਾ ਔਰ ਰਸ਼ੀਆ ਦੀ ਦੋਸਤੀ ਹੈ। ਰਸ਼ੀਆ ਇਸ ਵਕਤ ਕਮਜ਼ੋਰ ਹੋ ਰਿਹਾ ਕੰਪੈਰੀਟਿਵਲੀ ਟੂ ਚਾਈਨਾ, ਕਿਉਂਕਿ ਰਸ਼ੀਆ 1 ਸਾਲ ਤੋਂ ਵੱਧ ਹੋ ਗਿਆ ਜੰਗ ਦੇ ਵਿੱਚ ਉਲਝਿਆ ਹੋਇਆ ਔਰ ਰਸ਼ੀਆ ਦੀ ਡਿਪੈਂਡੈਂਸੀ ਵੱਧ ਗਈ ਹੈ ਚਾਈਨਾ ਦੇ ਉੱਤੇ। ਔਰ ਰਸ਼ੀਆ ਇਹ ਗੱਲ ਜਾਣਦਾ ਹੈ ਕਿ ਜੇ ਅਮਰੀਕਾ ਉੱਧਰੋਂ ਮੇਰੇ ਨਾਲ ਥੋੜਾ ਸਿਰ ਕੱਢ ਹੈ ਤੇ ਇੱਧਰੋਂ ਚਾਈਨਾ ਵੀ ਸਿਰ ਕੱਢ ਹੋ ਸਕਦਾ ਹੈ ਜੇ ਮੇਰੇ ਤੋਂ ਜ਼ਿਆਦਾ ਪਾਵਰਫੁਲ ਹੋ ਗਿਆ। ਇਸ ਕਰਕੇ ਉਹ ਇਸ ਚੀਜ਼ ਨੂੰ ਸਮਝਦਾ ਹੈ, ਦੋਸਤੀ ਰੱਖਣਾ ਚਾਹੁੰਦਾ ਉਹ ਭਾਰਤ ਦੇ ਨਾਲ ਵੀ, ਕਿਉਂਕਿ ਭਾਰਤ ਨੂੰ ਵੀ ਉਹ ਇੱਕ ਤਰ੍ਹਾਂ ਨਾਲ ਇਸਤੇਮਾਲ ਕਰੇਗਾ ਜਦੋਂ ਚਾਈਨਾ ਨੂੰ ਉਹਨੇ ਹੱਥ ਪਾਉਣ ਦੀ ਇੱਦਾਂ ਦੀ ਨੌਬਤ ਆਉਂਦੀ ਹੈ। ਸੋ ਇਹ ਜੀਓ ਪੋਲੀਟਿਕਸ ਹੈ, ਇਹਦੇ ਵਿੱਚ ਅੱਜ ਚੀਜ਼ ਜਿਹਦੇ 'ਚ ਫਾਇਦਾ ਹੈ ਕੱਲ੍ਹ ਉਹਦੇ 'ਚ ਨੁਕਸਾਨ ਵੀ ਹੋ ਸਕਦਾ। ਇਸ ਕਰਕੇ ਹਰ ਚੀਜ਼ ਨੂੰ ਦੇਖ ਕੇ ਚੱਲਦੇ ਨੇ। ਰਸ਼ੀਆ ਆਪਣੇ ਆਪ ਨੂੰ ਕਮਜ਼ੋਰ ਨਹੀਂ ਕਰਨਾ ਚਾਹੁੰਦਾ ਚਾਈਨਾ ਦੇ ਕੰਪੈਰੀਟਿਵਲੀ, ਹਾਲਾਂਕਿ ਦੋਵੇਂ ਦੋਸਤ ਨੇ ਔਰ ਚਾਈਨਾ ਇਹ ਗੱਲ ਜਾਣਦਾ ਕਿ ਰਸ਼ੀਆ ਕਮਜ਼ੋਰ ਹੋ ਰਿਹਾ ਕਿਉਂਕਿ ਮੈਂ ਉੱਭਰਦੀ ਹੋਈ ਤਾਕਤ ਆ ਔਰ ਉਧਰ ਵਾਰ ਦੇ ਵਿੱਚ ਇਨਵੋਲਵ ਹੈ। ਸੋ ਇਹ ਵਾਈਸ ਵਰਸਾ ਚੱਲਦਾ ਪਿਆ ਔਰ ਇਸ ਵਕਤ ਜੋ ਇੰਡੀਆ ਔਰ ਅਮਰੀਕਾ ਦੇ ਰਿਲੇਸ਼ਨਸ ਬਣ ਰਹੇ ਨੇ ਔਰ ਅਮਰੀਕਾ ਨੂੰ ਲੋੜ ਪੈ ਰਹੀ ਹੈ ਜ਼ਿਆਦਾ ਇੰਡੀਆ ਦੀ, ਕਿਉਂਕਿ ਉਧਰੋਂ ਚਾਈਨਾ ਨੂੰ ਵੀ ਹੱਥ ਪਾਉਣਾ ਹੈ। ਸੋ ਇਹ ਸਾਰਾ ਇਸ ਖਿੱਤੇ ਨੂੰ ਵੀ ਉਹਨਾਂ ਨੇ ਹੱਥ ਪਾਉਣਾ ਹੈ। ਇਹ ਬੇਸਿਕਲੀ ਇਹ ਸਿੰਝ ਜਿਹਨੂੰ ਆਉਂਦੇ ਆ ਨਾ ਪਹਿਲਵਾਨਾਂ ਦੀ, ਉਹ ਆ ਜਿਹੜੇ ਪਹਿਲਵਾਨ ਜਿਹੜੇ ਹੈਗੇ ਉਹ 4-5 ਹੀ ਹੈਗੇ ਆ। ਜਿੱਦਾਂ ਇੰਡੀਆ 'ਚ ਕਾਰਪੋਰੇਟ ਆ, ਉੱਥੇ ਜਿਹੜੇ ਹੈਗੇ ਜਿਹਨਾਂ ਕੋਲ ਪੈਸਾ ਹੈਗਾ ਉਹ 4 ਕੰਟਰੀ ਜਿਹੜੇ ਹੈਗੇ ਆ ਉਹਨਾਂ ਦਾ ਗਲਬਾ ਹੈਗਾ। ਇਹ ਰਹਿਣਾ ਹੀ ਹੈਗਾ, ਅੱਜ ਤੋਂ ਨਹੀਂ। ਇਹ 1947 ਤੋਂ ਪਹਿਲਾਂ ਦੇ ਜਿਹੜੇ ਹੈਗੇ ਆ ਵੀਟੋ ਪਾਵਰ ਵਾਲੇ ਕੰਟਰੀ ਹੈਗੇ ਆ, ਸੁਪਰ ਕੰਟਰੀ ਹੈਗੇ ਆ, ਡਿਵੈਲਪ ਕੰਟਰੀ ਹੈਗੇ ਆ, ਉਹਨਾਂ ਨੇ ਅੱਗੇ ਰਹਿਣਾ। ਹੁਣ ਜੇ ਕੈਨੇਡਾ ਦੀ ਰੀਸ ਕਰੇ ਇੰਡੀਆ ਤਾਂ ਨਹੀਂ ਕਰ ਸਕਦਾ, ਜੇ ਅਮਰੀਕਾ ਦੀ ਰੀਸ ਕਰੇ ਤਾਂ ਇੰਡੀਆ ਨਹੀਂ ਕਰ ਸਕਦਾ, ਪਰ ਥੋੜਾ ਬਹੁਤ ਇਹਨੇ ਚੱਲਣਾ ਸਿੱਖ ਲਿਆ। ਇੰਡੀਆ ਕੋਲੋਂ ਸਕਿਲਡ ਲੇਬਰ ਚਾਹੀਦੀ ਹੈ ਕਿਉਂਕਿ ਇਸ ਵਕਤ ਵੱਡੇ ਵੱਡੇ ਇੰਸਟੀਟਿਊਸ਼ਨਸ ਦੇ ਜੋ CEO ਨੇ ਉਹ ਸਾਰੇ ਇੰਡੀਅਨਸ ਹੀ ਬੈਠੇ ਹੋਏ ਨੇ। ਇਸ ਕਰਕੇ ਸਕਿਲਡ ਵਰਕਰ ਚਾਹੀਦੀ ਹੈ ਔਰ ਇਸ ਨੂੰ ਇੱਕ ਸਿਲੀਕਨ ਵੈਲੀ ਦੇ ਹੱਬ ਦੇ ਰੂਪ ਦੇ ਵਿੱਚ ਵੀ ਆਪਾਂ ਜੇ ਡਿਵੈਲਪ ਕਰਨਾ ਚਾਹੀਏ ਤਾਂ ਬਹੁਤ ਵਧੀਆ ਹੋ ਸਕਦੀ ਹੈ। ਔਰ ਕਈ ਵਾਰ ਕਿਹਾ ਜਾਂਦਾ ਕਿ ਜੇ ਬੈਂਗਲੌਰ ਨੂੰ ਅਸੀਂ ਡਿਵੈਲਪ ਕਰਨ ਜਾਂਦੇ ਹਾਂ ਨਾ, ਤਾਂ ਪਿੱਛੇ ਜੇ ਪੰਜਾਬ ਦੀ ਵੀ ਗੱਲ ਹੋਈ ਸੀ, ਚੰਡੀਗੜ੍ਹ ਨੂੰ ਡਿਵੈਲਪ ਕਰਨਾ ਚਾਹੁੰਦੇ ਹਾਂ। ਜੇ ਸਿਲੀਕਨ ਵੈਲੀ ਇੱਥੇ ਡਿਵੈਲਪ ਹੋ ਜਾਏ ਅਮਰੀਕਾ ਵਕਨ, ਤਾਂ ਇੱਥੇ ਇੰਨੀਆਂ ਜੌਬਸ ਹੋਣਗੀਆਂ ਕਿ ਸ਼ਾਇਦ ਸਾਨੂੰ ਬਾਹਰ ਜਾਣ ਦੀ ਲੋੜ ਨਾ ਪਵੇ। ਫਿਰ ਜੀਓ ਪੋਲੀਟਿਕਸ ਦੀਆਂ
ਜ਼ਰੂਰਤਾਂ ਹੋਰ ਹੋ ਜਾਣਗੀਆਂ। ਵੈਸੇ ਕੰਪਿਊਟਰਾਈਜ਼ ਯੁੱਗ ਹੋ ਗਿਆ ਨਾ, ਇਹ ਅਗਲੇ ਆਉਣ ਵਾਲੇ ਸਮੇਂ 'ਚ ਲੜਾਈਆਂ ਵੀ ਇਹਦੇ ਤੇ ਹੋਣੀਆਂ, ਹੋ ਸਕਦਾ ਉੱਥੋਂ ਆਪਰੇਟ ਹੋਣਗੇ। ਇਹ ਜਿਹੜੀ ਫਿਜ਼ੀਕਲ ਫਾਈਟਿੰਗ ਲੜਾਈ ਉਹ ਖਤਮ ਹੋ ਜਾਣੀ ਹੈ, ਜਿੱਥੇ ਸਾਡੀ ਇਨਫੈਂਟਰੀ ਐਡਵਾਂਸ ਕਰਦੀ ਹੈ, ਧਰਤੀ ਨੂੰ ਐਡਵਾਂਸ ਕਰਦੀ ਹੈ, ਰਡਾਰ ਉੱਥੋਂ ਹੀ ਚੱਲਣੇ ਆ। ਇਸੇ ਕਰਕੇ ਪਾਵਰਾਂ ਸੁਪਰ ਹੈਗੀਆਂ। ਬੇਸਿਕਲੀ ਇੰਡੀਆ ਜੋ ਹੈ ਉਹ ਵਰਲਡ ਪੀਸ ਵੱਲ ਜਾਣਾ ਚਾਹੁੰਦਾ, ਇਸ ਕਰਕੇ ਆਪਾਂ ਪੀਸ ਦੀ ਹੀ ਗੱਲ ਕਰਾਂਗੇ। ਸੋ ਅਗਲਾ ਮੁੱਦਾ ਆਪਾਂ ਲੈਂਦੇ ਆ ਕਿ ਮੋਦੀ ਮੰਤਰੀ ਮੰਡਲ ਵਿੱਚ ਫੇਰ ਬਦਲ ਕਾਰਨ ਮੰਤਰੀ ਨਿਰਾਸ਼ ਹੋਏ ਨੇ, ਕਿਉਂਕਿ 2024 ਦੀਆਂ ਇਲੈਕਸ਼ਨਸ ਨੇ ਔਰ ਹੁਣ ਇਸ ਵਕਤ ਫੇਰ ਬਦਲ ਹੋ ਰਿਹਾ ਮੰਤਰੀ ਮੰਡਲ ਦੇ ਵਿੱਚ, ਤਾਂ ਨਿਰਾਸ਼ਾ ਤਾਂ ਹੋਣੀ ਹੈ ਨਾ, ਕਈ ਪੋਰਟਫੋਲੀਓਜ਼ ਚਲੇ ਗਏ ਉਹਨਾਂ ਦੇ ਹੱਥੋਂ। ਵੈਸੇ ਇਹ ਪਾਲਿਸੀ ਬੜੀ ਦੇਰ ਤੋਂ ਰਹੀ ਆ, ਪੰਜਾਬ 'ਚ ਵੀ ਰਿਹਾ, ਹੁਣੇ ਮੰਤਰੀ ਮੰਡਲ 'ਚ ਫੇਰ ਬਦਲ ਹੋਇਆ। ਇਸੇ ਤਰ੍ਹਾਂ ਹੀ ਹੁਣ ਜਿਹੜਾ ਕੇਂਦਰ ਦਾ ਮੰਤਰੀ ਮੰਡਲ ਉਹਦੇ ਵਿੱਚ ਵੀ ਆ, ਔਰ ਉਹਨਾਂ ਦੀ ਨੀਂਦ ਜਿਹੜੀ ਆ ਮੰਤਰੀਆਂ ਦੀ ਜਿਹੜੀ ਆ ਟੁੱਟ ਗਈ ਨੀਂਦ, ਕਿਉਂਕਿ ਹੁਣ ਸ਼ਾਂਤੀ ਨਾਲ ਸੌਂਦੇ ਨੇ। ਉਹਨਾਂ ਨੂੰ ਪਤਾ ਕਿ ਪੋਰਟਫੋਲੀਓ ਚਲੇ ਨਾ ਜਾਵੇ। ਪਤਾ ਨਹੀਂ ਮੋਦੀ ਸਾਹਿਬ ਕਿਹੜੇ ਵੇਲੇ ਐਲਾਨ ਕਰ ਦਿੰਦੇ ਆ ਕਿ ਆਹ ਮਹਿਕਮਾ ਇਹਦੇ ਕੋਲ ਨਹੀਂ ਰਹੇਗਾ, ਇਹਦਾ ਪੋਰਟਫੋਲੀਓ ਮਹਿਕਮਾ ਬਦਲ ਗਿਆ ਤੇ ਇਹਦੀ ਜਗ੍ਹਾ ਇਨ ਪਲੇਸ ਆਫ ਦਿਸ ਮੰਤਰੀ ਹੋਰ ਆ ਗਿਆ। ਔਰ ਇਹ ਕਰਕੇ ਜਿਹੜੇ ਸਬਸਟੀਚਿਊਟ ਆ ਜਾਂ ਜਿਹੜਾ ਬਦਲਾਅ ਹੈਗਾ ਉਹ ਹੁਣ ਇਸ ਵੇਲੇ ਪੂਰਾ ਹੈਗਾ। ਦੂਜੇ ਪਾਸੇ ਜਿਹੜਾ ਸਮਾਗਮ ਵੀ ਹੋ ਰਹੇ ਆ ਔਰ ਇਲੈਕਸ਼ਨ ਵੀ ਸਿਰ 'ਤੇ ਹੈਗੀ ਆ, ਉਹਦੇ ਵਿੱਚ ਪਹਿਲਾਂ ਤਾਂ ਉਹਨਾਂ ਨੇ ਆਪਣੇ ਆਪਣੇ ਮੰਤਰੀ ਮੰਡਲ ਦੇ ਵਿੱਚ ਆਪਣੇ ਮਹਿਕਮੇ ਨਾਲ ਲੋਕਾਂ ਨੂੰ ਭਰਮਾਇਆ ਕਹਿ ਲਓ, ਜਾਂ ਸਹੂਲਤਾਂ ਦੇਣ ਦੀ ਗੱਲ ਕਹੀ ਹੈਗੀ ਆ। ਜੋ ਮੈਨੀਫੈਸਟੋ ਦੇ ਵਿੱਚ ਸੀ ਉਹਨਾਂ ਦਾ ਇਕਰਾਰਨਾਮਾ ਸੀਗਾ। ਪਰ ਜੇ ਹੁਣ ਇਲੈਕਸ਼ਨ ਦੇ ਨੇੜੇ ਆ ਕੇ ਮੰਤਰੀ ਮੰਡਲ ਹੀ ਟੁੱਟ ਗਿਆ, ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋ ਗਈ, ਚੇਂਜਸ ਹੋ ਗਈ, ਤਾਂ ਕਿਹੜੇ ਮੂੰਹ ਨਾਲ ਲੋਕਾਂ ਨੂੰ ਮਿਲਣਗੇ? ਫਿਰ ਉਹ ਸੰਸਦ ਹੀ ਰਹਿ ਜਾਣਗੇ। ਸੰਸਦ ਦੀ ਫੰਡ ਤੁਹਾਨੂੰ ਪਤਾ ਉਹ ਲਿਮਟਿਡ 'ਚ ਹੁੰਦੀ ਹੈ, ਮੰਤਰੀ ਕੋਲ ਜ਼ਿਆਦਾ ਪੈਸਾ ਹੁੰਦਾ। ਹੁਣ ਇਹ ਗੱਲ ਜਿਹੜੀ ਹੈਗਾ ਇਸ ਵੇਲੇ ਬਹੁਤ ਵੱਡੀ ਤਲਵਾਰ ਲਟਕ ਰਹੀ ਹੈ ਮੰਤਰੀਆਂ ਦੇ ਸਿਰ 'ਤੇ ਕਿ ਕੀ ਹੋ ਜਾਣਾ। ਵੈਸੇ ਤਾਂ ਫਾਈਨਾਂਸ ਮਿਨਿਸਟਰ ਤਾਂ ਬੜੀ ਦੇਰ ਤੋਂ ਸੀਤਾਰਮਨ ਜੀ ਚੱਲੇ, ਔਰ ਡਿਫੈਂਸ ਮਿਨਿਸਟਰ ਵੀ ਰਹੇ ਆ ਸੀਤਾਰਮਨ ਜੀ, ਔਰ ਉਦੋਂ ਬਾਅਦ ਰਾਜਨਾਥ ਜੀ ਚਲੇ ਗਏ ਉੱਥੇ, ਔਰ ਉਸ ਤੋਂ ਬਾਅਦ ਅਮਿਤ ਸ਼ਾਹ ਜੀ ਤੇ ਰਹੇ ਗ੍ਰਹਿ ਮੰਤਰੀ ਆ, ਔਰ ਰਹੇ ਉਹਨਾਂ ਦੇ ਨਾਲ ਹੋਮ ਮਿਨਿਸਟਰ ਰਹੇ ਆ। ਹੋਮ ਮਿਨਿਸਟਰ ਦੇ ਸੈਕੰਡ ਕਮਾਂਡ ਫਰੋਮ ਜਿਹੜੇ ਹੈਗੇ ਪਾਰਲੀਮੈਂਟ ਦੇ ਵਿੱਚ, ਜਿਹੜਾ ਪ੍ਰਧਾਨ ਮੰਤਰੀ ਤੋਂ ਬਾਅਦ ਇਹਨਾਂ ਦਾ ਆਉਂਦਾ ਰੁਤਬਾ, ਔਰ ਜਾ ਕੇ ਜਿਹਦੇ ਵਿੱਚ ਸਟੇਟਾਂ ਦੇ ਵਿੱਚ ਰੌਲਾ ਪੈ ਜਾਂਦਾ, ਬਗਾਵਤ ਹੋ ਜਾਂਦੀ, ਸਾਰਾ ਕੁਝ ਹੁੰਦਾ, ਅਤੇ ਇਹ ਅਮਿਤ ਸ਼ਾਹ ਦੀ ਜਿਹੜੀ ਹੈਗੀ ਪਾਵਰ, ਉਹਨਾਂ ਨੇ ਆਪਣੇ ਤਰੀਕੇ ਨਾਲ ਉੱਥੇ ਨਜਿੱਠਣਾ ਹੁੰਦਾ। ਹੁਣ ਜਿਹੜੀਆਂ 4-5 ਮੰਤਰੀ ਮੰਡਲ ਜਿਹੜੇ ਦੇ ਵਿੱਚ ਹੈੱਡ ਨੇ, ਜਿਹੜੇ ਵਿੱਚ ਡਿਫੈਂਸ ਆ ਗਿਆ, ਫਾਈਨਾਂਸ ਆ ਗਿਆ, ਜਿਹਦੇ ਵਿੱਚ ਤੁਹਾਡੇ ਕੋਲ ਜਿਹੜਾ ਇਹਦੇ ਨਾਲ ਹੋਮ ਮਿਨਿਸਟਰੀ ਆ ਗਈ, ਫਿਰ ਇਹਦੇ ਨਾਲ ਤੁਹਾਡੇ ਨਾਲ ਜਿਹੜੀ ਆ ਮਿਨਿਸਟਰੀ ਆਫ ਜਿਹੜੀ ਆ ਰੂਰਲ ਡਿਵੈਲਪਮੈਂਟ ਇਹ ਆ ਗਈ, ਚਿਲਡਰਨ ਡਿਵੈਲਪਮੈਂਟ ਆ ਗਈ, ਜਿਹੜੇ ਕੇਂਦਰ ਦੇ ਹੈਗੇ ਆ ਉਹ ਇਹਨਾਂ ਨੇ ਸੰਭਾਲਣੇ ਆ। ਤੀਜੇ ਪਾਸੇ ਇਹਨਾਂ ਨੇ ਸਟੇਟਾਂ ਦੇ ਵਿੱਚ ਵੀ ਰੌਲਾ ਪਾ ਦਿੱਤਾ ਕਿ ਉਹਦੇ ਵਿੱਚ ਡੈਕਲੇਰੇਸ਼ਨ ਹੋ ਜਾਊਗੀ, ਉਹਦੇ 'ਚ ਮੈਮੋਰੈਂਡਮ ਅਸੀਂ ਬਦਲ ਰਹੇ ਹਾਂ, ਸਾਰਾ ਕੁਝ ਹੈਗਾ। ਉਹਨਾਂ ਨੂੰ ਵੀ ਇਹਨਾਂ ਨੇ ਆਪਣੇ ਕੋਲ ਆਪਣੀ ਜਿਹੜੀ ਤਾਕਤ ਦਾ ਹਿੱਸਾ ਬਣਾ ਲਿਆ, ਔਰ ਇਹਨਾਂ ਕੋਲ ਮੈਨੂੰ ਲੱਗਦਾ ਇੱਕ ਸਾਲ ਦੇ ਵਿੱਚ ਸੰਭਾਲਿਆ ਨਹੀਂ ਜਾਣਾ। ਸਮਾਂ ਹੈਗਾ ਥੋੜ੍ਹਾ, ਔਰ ਉਮੀਦਾਂ ਜ਼ਿਆਦਾ ਇਹਨਾਂ ਦੀਆਂ। ਉਹਨਾਂ ਉਮੀਦਾਂ ਨੂੰ ਵੱਡੇ ਸੁਪਨਿਆਂ ਦੇ ਨਾਲ ਸਕਾਰਾਤਮਕ ਨਹੀਂ ਕਰ ਸਕਦੇ। ਇਸ ਕਰਕੇ ਥੋੜ੍ਹਾ ਜਿਹਾ ਇਹ ਹੈਗਾ ਕਿ ਜੇ ਫਿਰ ਬਦਲ ਕੀਤੀ ਤਾਂ ਮੰਤਰੀ ਵੀ ਨਾਰਾਜ਼ ਹੋ ਜਾਣਗੇ। ਫਿਰ ਇਹਨਾਂ ਦੇ ਹੋ ਸਕਦਾ ਇਲੈਕਸ਼ਨ ਜਿਹੜੀ ਕਮਿੰਗ ਇਲੈਕਸ਼ਨ ਆ ਉਹਦੇ ਵਿੱਚ ਥੋੜ੍ਹਾ ਜਿਹਾ ਇਹਨਾਂ ਨੂੰ ਨੁਕਸਾਨ ਝੱਲਣਾ ਪਊਗਾ। ਔਰ ਇਹ ਵੇਖ ਰਹੀ ਹੈ, ਖੜਗੇ ਸਾਹਿਬ ਨੇ ਕਹਿ ਦਿੱਤਾ ਕਿ ਜੇ ਇਹਨਾਂ ਦੇ ਵਿੱਚ ਰੱਦੋ ਬਦਲ ਹੋ ਰਹੀ ਹੈ ਤਾਂ ਅਸੀਂ ਇਸ ਰੱਦੋ ਬਦਲ ਨਾਲ ਲਈ ਅਸੀਂ ਹੋਰ ਏਕਤਾ ਦਿਖਾਵਾਂਗੇ। ਸਾਡਾ ਹੁਣੇ ਸਮਾਗਮ ਹੋਇਆ ਵਾ, ਇਹਨਾਂ ਨੇ ਕਹਿਤਾ ਗੱਠਜੋੜ ਸਾਡਾ ਬਿਲਕੁਲ ਮਜ਼ਬੂਤ ਹੈ। ਅਸੀਂ ਚਾਹ ਰਹੇ ਹਾਂ ਕਿ ਜੇ ਇਹਨਾਂ ਦੀ ਰੱਦੋ ਬਦਲ ਹੁੰਦੀ ਹੈ ਤਾਂ ਲੋਕ ਨੂੰ ਦੱਸਾਂਗੇ ਲੋਕਾਂ ਨੂੰ ਕਿ 4 ਸਾਲ ਵਿੱਚ ਇਸ ਮੰਤਰੀ ਨੇ ਕੀ ਕੀਤਾ ਤੇ ਹੁਣ ਬਦਲ ਦਿੱਤਾ। ਹੁਣ ਤੁਹਾਡੇ ਤੋਂ ਇਹ ਨਾ ਨੁਕਰ ਕਰੂਗਾ ਕਿ ਮੇਰਾ ਸਾਲ ਨਹੀਂ ਰਿਹਾ। ਜਦੋਂ ਸਹੂਲਤਾਂ ਦੇਣ ਦਾ ਮਤਲਬ ਆ ਗਿਆ, ਉਦੋਂ ਦੇ ਮੰਤਰੀ ਮੰਡਲ ਹੀ ਬਦਲ ਦਿਓ, ਇਹਨਾਂ ਦਾ ਮਹਿਕਮੇ ਬਦਲ ਦਿਓ, ਪੋਰਟਫੋਲੀਓ ਬਦਲ ਦਿਓ, ਤਾਂ ਕਿ ਲੋਕਾਂ ਤੋਂ ਇਹ ਥੋੜ੍ਹਾ ਜਿਹਾ ਓਹਲੇ ਹੋ ਜਾਣ, ਹੈ ਨਾ। ਉਸ ਕਰਕੇ ਆ ਇਹ ਇੱਕ ਪਾਲਿਸੀ ਹੈ, ਲੋਕਾਂ ਨੂੰ ਪਤਾ ਹੈਗਾ ਕਿ ਕਿਉਂ ਬਦਲ ਰਿਹਾ। ਜਦੋਂ ਕਿ ਹੁਣ ਉਹਨਾਂ ਨੂੰ ਇਸ ਮੰਤਰੀ ਮੰਡਲ ਤੋਂ ਦੂਰ ਨਹੀਂ ਕਰਨਾ ਚਾਹੀਦਾ, ਕਿਉਂਕਿ ਲੋਕਾਂ ਨੂੰ ਉਮੀਦਾਂ ਨੇ ਕਿ ਹੁਣ ਕੀ ਕੁਝ ਦਿੰਦੇ, ਜੋ ਪੈਂਡਿੰਗ ਆ ਉਹ ਕਰਨਗੇ। ਪਰ ਹੁਣੇ ਥੋੜ੍ਹਾ ਜਿਹਾ ਇਹਨਾਂ ਨੇ ਰੋਕ ਲਾ ਦਿੱਤੀ ਹੈ ਕਿ ਮੰਤਰੀ ਮੰਡਲ ਬਦਲ ਕਰਨਾ। ਵੇਖੋ ਜੇ ਪਤਾ ਨਹੀਂ ਕੀ ਹੈਗਾ, ਕਰਦੇ ਜਾਂ ਨਹੀਂ ਕਰਦੇ, ਪਰ ਇਟ ਮੇ ਬੀ ਹੈਪਨਡ ਇਨ ਫਿਊਚਰ। ਦੇਖੋ ਬਿਲਕੁਲ ਸਹੀ ਕਹਿ ਰਹੇ ਹੋ, ਕਿਉਂਕਿ ਇਹਨਾਂ ਦੀ ਨਾ ਆਪਣੀ ਸ਼ਫਲਿੰਗ ਤੇ ਚੱਲੇਗੀ, ਕਿਉਂਕਿ 2024 ਦੀਆਂ ਇਲੈਕਸ਼ਨਸ ਜਿੱਤਣ ਵਾਸਤੇ ਜੋ ਵੀ ਹੀਲਾ ਅਪਣਾਇਆ ਜਾਏ ਉਹ ਅਪਣਾਉਣਗੇ। ਕੁਝ ਇੱਕ ਲੋਕਾਂ ਨੂੰ ਵੀ ਦਿਖਾਉਣਾ ਹੁੰਦਾ ਕਿ ਕੋਈ ਕਾਰਗੁਜ਼ਾਰੀ ਹੋ ਰਹੀ ਹੈ, ਪਰ ਹੋ ਸਕਦਾ ਹੈ ਕਿ ਕੁਝ ਨਾ ਕੁਝ ਇਹਨਾਂ ਦੀ ਫੇਰ ਬਦਲ ਦੇ ਵਿੱਚ 2024 ਦੀਆਂ ਇਲੈਕਸ਼ਨਸ ਨੂੰ ਸੋਚ ਵਿੱਚ ਰੱਖ ਕੇ ਇਹਨਾਂ ਨੇ ਇੱਕ ਕਦਮ ਚੁੱਕਣੇ ਹੋਣ। ਸੋ ਲੈਟ ਅਸ ਸੀ, ਕਿਉਂਕਿ ਇਹ ਬੜਾ ਦਿਲਚਸਪ ਹੋਣ ਵਾਲਾ ਹੈ 2024 ਦਾ ਯੁੱਧ। ਤੇ ਇਸ ਯੁੱਧ ਦੇ ਵਾਸਤੇ ਇਹ ਸਿਆਸੀ ਯੁੱਧ ਹੈ। ਉਧਰੋਂ ਵਿਰੋਧੀ ਧਿਰਾਂ ਵੀ ਤਿਆਰ ਨੇ ਤੇ ਇੱਧਰੋਂ ਇਹ ਵੀ ਤਿਆਰ ਨੇ। ਤੇ 20 ਜੁਲਾਈ ਤੋਂ ਮੌਨਸੂਨ ਰੁੱਤ ਦਾ ਪਾਰਲੀਮੈਂਟ ਸੈਸ਼ਨ ਸ਼ੁਰੂ ਹੋ ਰਿਹਾ ਹੈ ਤੇ ਵਿਰੋਧੀ ਧਿਰਾਂ ਨੇ ਲੰਗੋਟੇ ਕੱਸ ਲਏ ਨੇ ਕਿ ਆਜੋ ਹੁਣ ਨਿੱਤਰੋ ਮੈਦਾਨ ਦੇ ਵਿੱਚ ਦੇਖੀਏ, ਘੋਲ ਕਰਦੇ ਆ ਕੌਣ ਜਿੱਤਦਾ ਤੇ ਕੌਣ ਹਾਰਦਾ। ਹੁਣ ਇਹ ਮੌਨਸੂਨ ਰੁੱਤ ਦੇ ਵਿੱਚ ਕਿਹੜੇ ਕਿਹੜੇ ਮੈਟਰਸ ਡਿਸਕਸ ਹੋ ਸਕਦੇ ਨੇ, ਇਹ ਬੜਾ ਦਿਲਚਸਪ ਹੋਣ ਵਾਲਾ ਹੈ। ਸਹੀ ਗੱਲ। ਇਹ ਬੇਸਿਕਲੀ ਮੰਨ ਲਓ ਕਿ ਆਖਰੀ ਮੌਨਸੂਨ ਰੁੱਤ ਸਮਾਗਮ ਹੈਗਾ ਇਹਨਾਂ ਦਾ ਪਾਰਲੀਮੈਂਟ ਦਾ, ਜਿਹੜਾ 20 ਜੁਲਾਈ ਤੋਂ ਸ਼ੁਰੂ ਹੋ ਰਿਹਾ, ਅਗਸਤ ਤੱਕ ਹੈਗਾ।
ਔਰ ਇਹਦੇ ਵਿੱਚ ਜਿੰਨੇ ਵੀ ਇਹਨਾਂ ਦੇ ਪੈਂਡਿੰਗ ਮੁੱਦੇ ਨੇ ਉਹਨਾਂ ਨੂੰ ਲਿਆਉਣਾ ਹੋਊਗਾ। ਪਰ ਜਿਹੜਾ ਵੀ ਇਨਕਲਾਬ ਲੱਗੂਗਾ ਉਹ UCC ਜਿਹੜਾ ਇਹਨਾਂ ਨੇ ਬਣਾਇਆ ਸਾਂਝਾ ਕੋਡ ਉਹਦੇ ਨਾਲ ਉਹਦੇ 'ਚ ਰੌਲਾ ਪਾਉਣਗੇ ਜਿਹੜੇ ਵੀ ਸਿਆਸੀ ਤਾਕਤਾਂ ਨੇ ਵਿਰੋਧੀ ਦਲ, ਉਹ ਵੀ ਹੱਥਾਂ ਨੂੰ ਥੁੱਕ ਲਾ ਕੇ ਬੈਠੇ ਆ ਕਿ ਅਸੀਂ ਪਾਰਲੀਮੈਂਟ ਦੇ ਵਿੱਚ ਐਤਕੀ ਡਿਸਕਸ ਕਰਨਾ ਕਿ ਇਹਦਾ ਹੈ ਕੀ ਆ। ਕਾਂਗਰਸ ਨੇ ਖੜਕੇ ਸਾਹਿਬ ਨੇ ਉਹਦਾ ਖਰੜਾ ਮੰਗ ਲਿਆ। ਉਹਨਾਂ ਨੇ ਕਿਹਾ ਏਜੰਡਾ ਜਿਹੜਾ ਹੈਗਾ ਖਰੜਾ ਜਿਹੜਾ ਛਪਿਆ ਉਹ ਦਿਓ, ਅਸੀਂ ਉਹਨਾਂ ਨੂੰ ਵੇਖਿਓ ਚ ਹੈ ਕੀ ਹੈਗਾ। ਔਰ ਤਾਂ ਕਿ ਕੋਈ ਇਹ ਜ਼ਬਾਨੀ ਕਲਾਮੀਆਂ ਦੀ ਸੀ ਜਾਂ ਇਹਨੂੰ ਮੌਖਿਕ ਕਹਿੰਦੇ ਅਸੀਂ ਉਹ ਨਹੀਂ ਵੇਖਣਾ ਕਿ ਇਹਦੇ ਵਿੱਚ ਜ਼ਬਾਨੀ ਕਲਾਮੀ ਜੋ ਕੁਛ ਹੈਗਾ ਉਹਨੂੰ ਨਹੀਂ ਰਿਟਨ ਤਰੀਕੇ ਨਾਲ ਸਾਨੂੰ ਇਹਦਾ ਕਿਤਾਬਚਾ ਦਿਓ, ਉਹਦੇ ਵਿੱਚ ਕੀ ਕੁਛ ਲਿਖਿਆ ਪਿਆ ਅਸੀਂ ਉਹਨੂੰ ਵੇਖਣਾ ਚਾਹੁੰਦੇ ਹਾਂ ਕਿ ਜਿਹੜਾ ਸਾਂਝਾ ਕੋਡ ਹੈਗਾ ਉਹ ਕੀ ਉਹਦੇ ਵਿੱਚ ਲਿਖਿਆ ਹੈਗਾ। ਅਸੀਂ ਉੱਤੇ ਡਿਸਕਸ ਕਰਾਂਗੇ ਕਿ ਉਹਦੇ 'ਚ ਕੀ ਊਣਤਾਈਆਂ ਔਰ ਉਹਨੂੰ ਲਾਗੂ ਕਰਨ ਤੋਂ ਰੋਕਾਂਗੇ। ਜਿਹੜੀ ਵਿਰੋਧੀ ਧਿਰਾਂ ਨੇ, ਸਿਆਸੀ ਵਿਰੋਧੀ ਧਿਰਾਂ ਜਿੰਨੀਆਂ ਇਕੱਠੀਆਂ ਹੋਈਆਂ, ਉਹਨਾਂ ਨੂੰ ਪਤਾ ਹੈਗਾ ਕਿ ਜੇ ਲਾਗੂ ਹੋ ਜਾਂਦਾ ਨਾ ਇਹਦੇ ਨਾਲ ਇੱਕ ਤਲਵਾਰ ਤਾਂ ਉਹਨਾਂ 'ਤੇ ਆ ਲਟਕਣੀ ਆ ਵੀ ਉਹਨਾਂ ਨੇ ਰੋਕਿਆ ਨਹੀਂ। ਵਿਰੋਧੀ ਜਿਹੜੀ ਪਾਵਰ ਆ ਉਹਨੂੰ ਰੋਕਣ ਦਾ ਅਧਿਕਾਰ ਹੁੰਦਾ, ਉਹ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਆ। ਉਹਨਾਂ ਤੀਜੇ ਜਿਹੜੇ ਉਹਨਾਂ ਨੇ ਕਿਹਾ ਖੜਕੇ ਸਾਹਿਬ ਨੇ ਵੀ ਜਿਹੜਾ ਲੋਕਾਂ ਨੂੰ ਰਾਏ ਨਹੀਂ ਲਈ, ਲੋਕਾਂ ਨੂੰ ਪੁੱਛਿਆ ਹੀ ਨਹੀਂ ਗਿਆ। ਲੋਕ ਸੁੱਤੇ ਥੋੜ੍ਹੇ ਹੈਗੇ ਆ ਜਾਂ ਲੋਕ ਇਸ ਵੇਲੇ ਬਾਹਰਲੇ ਦੇਸ਼ਾਂ 'ਚ ਥੋੜ੍ਹੇ ਬੈਠੇ, ਜਿਹੜੇ NRI ਵੀਰ ਉੱਥੋਂ ਦੱਸਣਗੇ। ਜਿਹੜੇ ਇੱਥੇ ਬੈਠੇ ਨੇ ਇੰਡੀਆ ਵਿੱਚ ਉਹਨਾਂ ਨੂੰ ਇੱਥੋਂ ਪਤਾ ਹੋਣਾ ਚਾਹੀਦਾ। ਜਿਸ ਤਰ੍ਹਾਂ ਮਰਦਮਸ਼ੁਮਾਰੀ ਸੈਂਸਸ ਹੁੰਦੀ ਹੈ ਉਸ ਤਰੀਕੇ ਨਾਲ ਕੀਤਾ ਜਾਵੇ ਕਿਉਂਕਿ ਉਹਨਾਂ 'ਤੇ ਲਾਗੂ ਹੋਣਾ ਹੈਗਾ ਜਿਸ 'ਚ ਸਾਰੀਆਂ ਕਮਿਊਨਿਟੀਆਂ ਆਉਣਗੀਆਂ। ਪਰ ਖੜਕੇ ਸਾਹਿਬ ਨੇ ਕਿਹਾ ਕਿ ਇਹ ਸਾਰਿਆਂ 'ਤੇ ਮੁੱਦਾ ਬਣਿਆ ਹੈਗਾ ਜਿਹੜੀ ਘੱਟ ਗਿਣਤੀਆਂ, ਜਿਹੜੀ ਮਿਨੋਰਿਟੀ ਕਾਸਟਸ ਨੇ, ਜਿਹੜੀਆਂ ਰਿਲੀਜਨ ਨੇ, ਉਹਨਾਂ ਨੇ ਕਿਹਾ ਕਿ ਮਿਨੋਰਿਟੀ ਕਮਿਸ਼ਨ ਨੂੰ ਕਿਉਂ ਨਹੀਂ ਪੁੱਛਿਆ ਗਿਆ ਹੈਗਾ, ਉਹਨਾਂ ਦੇ ਨਾਲ ਕਿਉਂ ਨਹੀਂ ਗੱਲ ਕੀਤੀ ਹੋਈ, ਉਹਨਾਂ ਦੀ ਰਾਏ ਜਿਹੜੀ ਹੈਗੀ ਉਹ ਦਿੱਤੀ ਜਾਵੇ, ਜਿਹੜੀ ਘੱਟ ਗਿਣਤੀ ਕਮਿਸ਼ਨ ਹੈਗਾ। ਔਰ ਇਹਦੇ ਵਿੱਚ ਮੈਨੂੰ ਲੱਗਦਾ ਕਿ ਇਹਦੇ 'ਚ ਪਾਰਲੀਮੈਂਟ 'ਚ ਸਭ ਤੋਂ ਪਹਿਲਾਂ ਇਹ ਰੌਲਾ ਪਊਗਾ ਔਰ ਉਹਦੇ ਵਿੱਚ ਜੇ ਸ਼ਾਂਤੀ ਨਾਲ ਰੁਕ ਜੇ ਜਾਂ ਇਹਨਾਂ ਨੂੰ ਤਿਆਰ ਹੋ ਕੇ ਆਉਣਾ ਚਾਹੀਦਾ। BJP ਦੇ ਵੀ ਜਿਹੜੇ ਲੀਡਰ ਨੇ ਉਹਨਾਂ ਨੂੰ ਸਵਾਲ ਤਾਂ ਉਹਨਾਂ ਨੂੰ ਪੁੱਛਣੇ ਵਿਰੋਧੀ ਤਾਕਤਾਂ ਨੇ, ਦੱਸਣਗੇ ਵੀ ਕੀ ਕੁਛ ਹੈਗਾ। ਔਰ ਮੇਰਾ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਪਾਰਲੀਮੈਂਟ 'ਚ ਇਹ ਰੌਲਾ ਪਊਗਾ ਔਰ ਪਹਿਲਾਂ ਤਾਂ ਸ਼ਾਂਤੀ ਨਾਲ ਬੈਠਦੇ ਹੁੰਦੇ ਆ, ਜਿਹੜੇ ਰੂਹਾਂ ਵਿਛੜ ਚੁੱਕੀਆਂ ਹੁੰਦੀਆਂ ਉਹਨਾਂ ਨੂੰ ਇਹ ਸ਼ਰਧਾਂਜਲੀ ਭੇਂਟ ਕਰਦੇ ਆ, ਬਹਿੰਦੇ ਆ, ਬੈਠਦੇ ਆ, ਹੱਥ ਨਾਲ ਹੱਥ ਮਿਲਾਉਂਦੇ ਆ। ਜਦੋਂ ਸਿਆਸੀ ਰੰਗਤ ਆਉਂਦੀ ਹੈ ਮੁੱਦਿਆਂ 'ਤੇ ਉਦੋਂ ਫਿਰ ਹਗਾਮੇ ਹੁੰਦੇ ਆ, ਫਿਰ ਕੁਰਸੀਆਂ ਵੀ ਚੱਲਦੀਆਂ, ਟੇਬਲ ਵੀ ਮੁੱਦੇ ਹੁੰਦੇ ਆ, ਫਿਰ ਬੜਾ ਕੁਛ ਹੁੰਦਾ। ਆਪਾਂ ਵੀਡੀਓ ਦੇਖਦੇ ਹਾਂ, ਜਿਹੜਾ ਲੋਕ ਸਭਾ ਚੈਨਲ ਹੈਗਾ ਉਹਦੇ ਵਿੱਚ ਇਹਨਾਂ ਦੀ ਵੀਡੀਓ ਆਉਂਦੀ ਹੁੰਦੀ ਆ ਔਰ ਉਹ ਦਿੱਲੀ ਤੋਂ ਚੱਲਦਾ ਹੁੰਦਾ। ਪਰ ਇਹ ਜਿਹੜੀ ਗੱਲਾਂ ਲੋਕ ਵਹਿੰਦੇ ਆ ਪਰ ਇਹ ਨਮੋਸ਼ੀ ਦਾ ਕਾਰਨ ਬਣ ਜਾਂਦੀ ਲੋਕਾਂ ਲਈ, ਖਾਸ ਤੌਰ 'ਤੇ ਜਦੋਂ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਡੰਡਾਬਾਜ਼ੀ ਚੱਲਦੀ ਆ, ਲੱਤਬਾਜ਼ੀ ਚੱਲਦੀ ਆ, ਹੈ ਨਾ, ਅਤੇ ਉਹਦੇ 'ਚ ਘਸੁੰਨਬਾਜ਼ੀ ਚੱਲਦੀ ਹੈ ਅਤੇ ਗਲਤ ਗੱਲ ਹੁੰਦੀ ਆ। ਜਿਹੜੇ ਵੀ ਸਿਆਸੀ ਮੁੱਦੇ ਨੇ ਉਹਨਾਂ ਨੂੰ ਤਰੀਕੇ ਨਾਲ, ਜ਼ੁਬਾਨ ਨਾਲ ਹੱਲ ਹੋਣੇ ਚਾਹੀਦੇ ਆ, ਨਾ ਕਿ ਡਾਂਗ ਨਾਲ। ਇਹ ਲੋਕਾਂ ਤੱਕ ਗੱਲ ਚੰਗੀ ਤਰੀਕੇ ਨਾਲ ਪਹੁੰਚਣੀ ਚਾਹੀਦੀ। ਬਿਲਕੁਲ ਸਹੀ ਗੱਲ ਹੈ ਕਿਉਂਕਿ ਲੋਕਾਂ ਦੇ ਸਾਹਮਣੇ ਜਿਹੜਾ ਐਗਜ਼ਾਮਪਲ ਤੁਸੀਂ ਸੈੱਟ ਕਰ ਦਿੰਦੇ ਹੋ ਕਿ ਪਾਰਲੀਮੈਂਟ ਤੁਸੀਂ ਇਹ ਕੁਝ ਕਰਦੇ ਪਏ ਹੋ ਤੇ ਵਿਦੇਸ਼ਾਂ ਦੇ ਵਿੱਚ ਵੀ ਇਹ ਵੀਡੀਓਜ਼ ਜਾਂਦੇ ਨੇ, ਪੂਰੀ ਦੁਨੀਆ ਦੇਖਦੀ ਹੈ ਕਿ ਭਾਰਤ ਦੀ ਪਾਰਲੀਮੈਂਟ 'ਚ ਕੀ ਹੁੰਦਾ ਪਿਆ। ਸੋ ਇਹ ਗੱਲਾਂ ਉਹਨੇ ਕਹਿੰਦੇ ਵੀ ਦੇਸ਼ ਨੂੰ ਕੀ ਸੰਭਾਲਣਾ ਹੈ ਤੇ ਆਪੋ ਵਿੱਚ ਨਹੀਂ ਸੰਭਲੇ ਰਹਿੰਦੇ। ਜੇ ਆਪੋ ਵਿੱਚ ਗੁੱਥਮ ਗੁੱਥਾ ਹੋ ਜਾਣਗੇ, ਆਪੋ ਵਿੱਚ ਡਾਂਗ ਸੋਟਾ ਹੋ ਜਾਣਗੇ ਤੇ ਲੋਕਾਂ ਨੂੰ ਕੀ ਸੰਭਾਲਣਾ, ਲੋਕਾਂ ਨੂੰ ਕੀ ਸਹੂਲਤਾਂ ਦੇਣੀਆਂ ਤੇ ਦੇਸ਼ ਨੂੰ ਕੀ ਸੰਭਾਲਣਗੇ, ਇਹ ਚਰਚਾ ਬਣ ਜਾਂਦੀ। ਔਰ ਕਈ ਵਾਰ ਵਾਕਆਊਟ ਕਰ ਜਾਂਦੇ ਨੇ, ਵਾਕਆਊਟ ਵੀ ਕਰਦੇ ਆ, ਜਿਹੜੇ ਬਾਉਂਸਰ ਉੱਥੇ ਬੈਠੇ ਆ ਤਾਂ ਕੱਢ ਦਿੰਦੇ ਬਾਹਰ। ਸੋ ਮੇਨ ਚੀਜ਼ ਇਹ ਹੈ ਕਿ ਤੁਸੀਂ ਲੋਕ ਇਹ ਨਹੀਂ ਸੋਚਦੇ ਕਿ ਦੇਸ਼ ਨੂੰ ਕੀ ਫਾਇਦਾ ਨੁਕਸਾਨ ਹੈ ਔਰ ਟੈਕਸ ਪੇਅਰਸ ਦਾ ਪੈਸਾ ਲੱਗਾ ਹੋਇਆ ਜਿਹਦੇ ਉੱਤੇ ਸਾਰਾ ਸੈਸ਼ਨ ਚੱਲਦਾ ਪਿਆ, ਉਹਦੇ ਵੱਲ ਵੀ ਤੁਹਾਡਾ ਕੋਈ ਧਿਆਨ ਨਹੀਂ ਹੈ। ਆਪਣੀ ਜੋ ਤੁਹਾਡੀ ਪੋਲੀਟੀਕਲ ਈਗੋ ਹੈ ਉਹਨੂੰ ਤੁਸੀਂ ਸ਼ਾਂਤ ਕਰਨ ਵਾਸਤੇ ਤੁਸੀਂ ਭਿੜਦੇ ਹੋ ਆਪਸ ਦੇ ਵਿੱਚ ਔਰ ਆਪਣੇ ਹਮਾਇਤੀਆਂ ਨੂੰ ਤੁਸੀਂ ਇਹ ਦਿਖਾਉਣਾ ਚਾਹੁੰਦੇ ਹੋ, ਦੇਖੋ ਮੈਂ ਵੀ ਸ਼ੇਰ ਦਾ ਬੱਚਾ, ਮੈਂ ਪਿੱਛੇ ਨਹੀਂ ਹਟਿਆ ਸੀ ਜਦੋਂ ਉਹਨੇ ਇੱਕ ਗੱਲ ਕਹੀ ਮੈਂ ਅੱਗੋਂ 4 ਸੁਣਾ ਦਿੱਤੀਆਂ। ਗੱਲ ਇਹ ਨਹੀਂ ਹੈ, ਗੱਲ ਇਹ ਹੈ ਕਿ ਤੁਸੀਂ ਇੱਕ ਲਾਈਕ ਅ ਜੈਂਟਲਮੈਨ, ਤੁਸੀਂ ਬਿਹੇਵੀਅਰ ਕੀ ਹੈ ਤੁਹਾਡਾ, ਕਿੱਦਾਂ ਦੇ ਤੁਸੀਂ ਐਗਜ਼ਾਮਪਲ ਸੈੱਟ ਕਰਦੇ ਹੋ ਔਰ ਛੋਟੇ ਬੱਚੇ ਕੀ ਦੇਖਣਗੇ ਕਿ ਲਾਈਕ ਅ ਜੈਂਟਲਮੈਨ ਨਹੀਂ ਮੈਂਟਲਮੈਨ ਹੋ ਜਾਂਦੇ। ਮੈਂਟਲਮੈਨ ਸਹੀ ਔਰ ਛੋਟੇ ਬੱਚੇ ਦੇ ਹੱਥਾਂ 'ਚ ਗਲਮੇ 'ਚ ਹੱਥ ਪਾ ਲੈਂਦੇ, ਇੱਥੋਂ ਤੱਕ ਹੋ ਜਾਂਦੇ ਫਿਜ਼ੀਕਲ ਬੀਟ, ਫਿਜ਼ੀਕਲੀ ਹੈਂਡਲ ਕਰਦੇ ਨੇ ਇੱਕ ਦੂਜੇ ਨੂੰ। ਔਰ ਛੋਟੇ ਬੱਚੇ ਦੇਖਣਗੇ ਕਿ ਆਹ ਮਿਨਿਸਟਰ ਇਹਨਾਂ ਨੂੰ ਅਸੀਂ ਚੁਣਿਆ ਹੈ, ਉੱਥੇ ਕਮੀਜ਼ਾਂ ਪਾ ਲੈਂਦੇ ਆਪਣੀ, ਇਹ ਸਾਡਾ ਫਿਊਚਰ ਹੋ ਸਕਦਾ। ਔਰ ਕਈ ਵਾਰ ਤੇ ਇਦਾਂ ਦੇ ਦ੍ਰਿਸ਼ ਵੀ ਦੇਖਣ ਨੂੰ ਆਏ, ਉਹ ਕਮੀਜ਼ਾਂ ਲਾ ਕੇ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ, ਪਤਾ ਨਹੀਂ ਕਿਸ ਚੀਜ਼ ਦਾ ਵਿਰੋਧ ਕਰ ਰਹੇ ਸੀ, ਨੰਗੇ ਪਿੰਡੇ। ਨੰਗੇ ਪਿੰਡੇ ਆ। ਦੱਸੋ ਇਹ ਪਾਰਲੀਮੈਂਟ ਹੈ, ਗਮਲੇ ਤੋੜਦੇ ਹੋ। ਜੇ ਆਪ ਨੂੰ ਅਕਲ ਹੈ ਕਿ ਬਾਹਰੋਂ ਸਿੱਖ ਲੈਣ। ਕਦੇ ਵੀ ਵਾਈਟ ਹਾਊਸ ਦੇ ਵਿੱਚ, ਕਦੇ ਵੀ ਜਿਹੜੀ ਬ੍ਰਿਟੇਨ ਦੀ ਪਾਰਲੀਮੈਂਟ ਹੈ ਉਹਦੇ ਵਿੱਚ ਕਦੀ ਇਸ ਤਰ੍ਹਾਂ ਦਾ ਗੁੱਥਾ ਲੜਾਈ ਨਹੀਂ ਹੁੰਦੀ। ਕਦੀ ਵੀ ਹੁੰਦੀ ਵਿਚਾਰਾਂ ਦੀ ਲੜਾਈ ਹੁੰਦੀ ਹੈ, ਵਿੱਚ ਭਾਸ਼ਣ ਨਾਲ ਲੜਾਈ ਹੁੰਦੀ ਆ ਔਰ ਲੈਂਗੁਏਜ ਦੇ ਨਾਲ ਜਿਹੜੀ ਆ ਤਰਜਮਾਨੀ ਹੁੰਦੀ ਹੈ, ਕਮਿਊਨੀਕੇਟ ਕੀਤਾ ਜਾਂਦਾ। ਇਹ ਜਦੋਂ ਇਹਨਾਂ ਕੋਲ ਗੱਲਾਂ ਮੁੱਕ ਜਾਂਦੀਆਂ, ਜਦੋਂ ਇਹਨਾਂ ਕੋਲ ਸਾਰਾ ਇਹਨਾਂ ਦੇ ਪੱਲੇ ਕੁਛ ਨਹੀਂ ਰਹਿੰਦਾ, ਜਦੋਂ ਨੌਲੇਜ ਦੀ ਘਾਟ ਹੋ ਜਾਂਦੀ, ਗਿਆਨ ਦੀ ਘਾਟ, ਫਿਰ ਇਹ ਡੰਡਾ ਮੁੱਕੀ ਕਰਦੇ, ਉਹ ਗੱਲ। ਚਲੋ ਆਪਾਂ ਡੰਡਾ ਮੁੱਕੀ ਤੋਂ ਅੱਗੇ ਚੱਲਦੇ ਹਾਂ ਜੀ, ਥੋੜੀ ਸ਼ਾਂਤੀ ਸਥਾਪਨਾ ਕਰੀਏ। ਸ਼੍ਰੋਮਣੀ ਕਮੇਟੀ ਵੱਲੋਂ ਪਿੰਡਾਂ ਵਿੱਚ ਗੁਰਮਤ ਕੈਂਪ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ। ਇਹਦੀ ਬਹੁਤ ਜ਼ਰੂਰਤ ਹੈ, ਲੋਕਾਂ ਨੂੰ ਅਕਲ ਆਉਣੀ ਚਾਹੀਦੀ ਹੈ। ਸਹੀ ਗੱਲ, ਬਹੁਤ ਅੱਛੀ ਗੱਲ ਜੀ। ਇਹ ਹੁਣੇ ਇਹਨਾਂ ਨੇ ਕੀਤਾ, ਧਾਮੀ ਸਾਹਿਬ ਨੇ ਐਲਾਨ ਕੀਤਾ ਸੀਗਾ, ਉਹਦੇ ਵਿੱਚ ਜਿੰਨੀਆਂ ਵੀ ਹਸਤੀਆਂ ਆਈਆਂ
ਵੱਡੇ ਵਿਦਵਾਨ ਆਏ ਸੀ, ਉਹਨਾਂ ਨੇ ਇਹ ਮੁੱਦਾ ਰੱਖਿਆ ਸੀਗਾ ਜਿਹੜਾ ਜਨਰਲ ਅਜਲਾਸ ਦੇ ਵਿੱਚ, ਕਿ ਘੱਟੋ ਘੱਟ ਬੱਚਿਆਂ ਨੂੰ ਤੇ ਪਿੰਡਾਂ ਦੇ ਲੋਕਾਂ ਨੂੰ ਗੁਰਮਤ ਨਾਲ ਜੋੜਨਾ ਚਾਹੀਦਾ, ਗੁਰਮਤ ਪਰੰਪਰਾਵਾਂ ਨਾਲ ਜੋੜਨਾ ਚਾਹੀਦਾ, ਗੁਰਬਾਣੀ ਨਾਲ ਜੋੜਨਾ ਚਾਹੀਦਾ, ਉਹਦੇ ਗੁਰਬਾਣੀ ਦੇ ਆਦੇਸ਼ਾਂ ਨਾਲ ਜੋੜਨਾ ਚਾਹੀਦਾ। ਉਹਦੇ ਵਿੱਚ ਜਿਹੜੇ ਪਬਲੀਕੇਸ਼ਨ ਹੋ ਕੇ ਕਿਤਾਬ 'ਚ ਉਹ ਭੇਜਣੇ ਚਾਹੀਦੇ ਆ। ਜਿਸ ਤਰ੍ਹਾਂ ਆਨੰਦ ਕਾਰਜ ਦੀ ਪਰੰਪਰਾ ਹੈਗੀ ਆ, ਉਹਦੇ ਬਾਰੇ ਦੱਸਣਾ ਚਾਹੀਦਾ। ਜਿਸ ਤਰ੍ਹਾਂ ਉੱਤੇ ਗੁਰੂ ਸਾਹਿਬ ਦੀਆਂ ਪਰੰਪਰਾਵਾਂ ਨੇ, ਆਦੇਸ਼ ਨੇ, ਉਹਨਾਂ ਨਾਲ ਜੋੜਨਾ ਚਾਹੀਦਾ। ਜਾਤ ਪਾਤ ਦੇ ਜਿਹੜੇ ਅਕੀਦੇ ਨੇ ਗੁਰਬਾਣੀ ਵਿੱਚ ਦਾ, ਗੁਰਬਾਣੀ ਨੇ ਕਿਸ ਤਰ੍ਹਾਂ ਖੰਡਨ ਕੀਤਾ, ਉਹਨਾਂ ਤੁਕਾਂ ਨੂੰ ਲਿਆਉਣਾ ਚਾਹੀਦਾ। ਜਪਜੀ ਸਾਹਿਬ ਦਾ ਜਿਹੜਾ ਵੀ ਵਿਆਖਿਆ ਹੈਗੀ ਆ ਉਹ ਲਿਆਉਣਾ ਚਾਹੀਦਾ। ਜਪਜੀ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦਾ ਦੀ ਕੁੰਜੀ ਕਿਹਾ ਗਿਆ, ਉਹਦੇ ਵਿੱਚ ਜੋ ਵੀ ਹੈਗੇ ਉਹਦੇ 2 ਸ਼ਲੋਕ ਨੇ ਔਰ ਪੌੜੀਆਂ ਹੈਗੀਆਂ, ਉਹਨਾਂ ਤੋਂ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਬੀਬੀਆਂ ਨੂੰ ਜਾਣੂ ਕਰਾਉਣਾ ਚਾਹੀਦਾ। ਪ੍ਰਚਾਰਕ ਜਿਹੜੇ ਸਾਡੇ ਜਾ ਰਹੇ ਨੇ, ਗੁਰਬਾਣੀ ਦੇ ਕੰਠ ਕੀਤੀ ਉਹਨਾਂ ਨੇ ਔਰ ਉਹਨਾਂ 'ਤੇ ਅਮਲ ਵੀ ਕਰ ਰਹੇ ਆ, ਔਰ ਪੂਰੀ ਉਹਨਾਂ ਦਾ ਜਿਹੜਾ ਬੰਤਰ ਆ, ਸਾਰਾ ਕੁਛ ਆ, ਗੁਰੂ ਦੇ ਸਿੱਖ ਨੇ ਉਹ ਜਾ ਕੇ ਪਿੰਡਾਂ 'ਚ ਅੰਮ੍ਰਿਤ ਵੀ ਛਕਾਉਣਗੇ, ਲੋਕਾਂ ਨੂੰ ਗੁਰਬਾਣੀ ਨਾਲ ਜੋੜਨਗੇ ਵੀ। ਔਰ ਜਿਸ ਤਰ੍ਹਾਂ ਭਗਤ ਪੂਰਨ ਸਿੰਘ ਜੀ ਨੇ ਇੱਕ ਵਨ ਸਾਈਡਡ ਦੇ ਦੂਸਰਾ ਇੱਕ ਬੱਚਾ ਜਿਹੜਾ ਪੇਪਰ ਹੁੰਦਾ ਸੀ ਉੱਤੇ ਪਬਲੀਕੇਸ਼ਨ ਕਰਕੇ ਗੁਰਬਾਣੀ ਦੀਆਂ ਤੁਕਾਂ ਦੀਆਂ ਅੱਗੇ ਸਰਲਾਰਥ ਥੱਲੇ ਦਿੱਤੇ ਹੁੰਦੇ ਸੀ, ਵਿਆਖਿਆ ਦਿੱਤੀ ਹੁੰਦੀ ਸੀ, ਆਪ ਡੋਰ ਟੂ ਡੋਰ ਜਾ ਕੇ ਵੰਡਦੇ ਸੀ, ਦਰਬਾਰ ਸਾਹਿਬ ਦੇ ਸਾਹਮਣੇ ਬੈਠੇ ਗੇਟ ਤੇ ਲੋਕਾਂ ਨੂੰ ਵੰਡ ਦਿੰਦੇ ਸੀ। ਇਹ ਚੀਜ਼ਾਂ ਜਿਹੜੀਆਂ ਲੋਕਾਂ ਦੇ ਵਿੱਚ ਹੋਣੀਆਂ ਚਾਹੀਦੀਆਂ, ਇਹ ਨਿਮਰਤਾ ਦੀ ਭਾਵਨਾ ਨਾਲ ਹੋਣਾ ਚਾਹੀਦਾ, ਤਾਂ ਕਿ ਲੋਕਾਂ ਵਿੱਚ ਲੜਾਈ, ਜਿਸ ਤਰ੍ਹਾਂ ਤੁਸੀਂ ਕਿਹਾ, ਲੋਕਾਂ ਨੂੰ ਥੋੜ੍ਹਾ ਜਿਹਾ ਗਿਆਨ ਆ ਜਾਏ, ਲੋਕਾਂ ਵਿੱਚ ਜਿਹੜੀ ਅਗਿਆਨਤਾ ਦਾ ਅੰਧੇਰਾ ਉਹ ਮਿਟ ਜਾਵੇ। ਇਸ ਚੀਜ਼ ਨੂੰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਬਹੁਤ ਮੂਲ ਤੌਰ 'ਤੇ ਜਿਹੜਾ ਹੈਗਾ ਬੇਸਿਕ ਕੰਮ ਹੈਗਾ, ਫਰਜ਼ ਹੈਗਾ, ਔਰ ਉਹਦੇ ਵਿੱਚ ਫ੍ਰੀ ਆਫ ਫੰਡ ਜਿਹੜਾ ਵਰਤਣਾ ਚਾਹੀਦਾ, ਮੁਫਤ ਉਹਦੇ ਵਿੱਚ ਵੰਡਣੀ ਚਾਹੀਦੀ ਕਿਤਾਬ 'ਚ। ਪਬਲੀਕੇਸ਼ਨਾਂ ਦੀ ਆਪਣੀ ਹੈਗੀ ਆ, ਲਿਖਣ ਪੜ੍ਹਨ ਵਾਲੇ ਇਹਨਾਂ ਕੋਲ ਆਪਣੇ ਪ੍ਰਚਾਰਕ ਆ, ਸੂਝਵਾਨ ਜਿਹੜੇ ਗੁਰਬਾਣੀ ਨੂੰ ਜਾਣਨ ਵਾਲੇ ਪ੍ਰਚਾਰਕ ਨੇ ਉਹ ਹੈਗੇ ਆ। ਔਰ ਇਹ ਵਧੀਆ ਗੱਲ ਹੈਗੀ ਆ, ਇਹਨਾਂ ਨੂੰ ਉਹਨਾਂ ਨੂੰ ਗੱਡੀਆਂ ਦੇਣੀਆਂ ਚਾਹੀਦੀਆਂ, ਪਿੰਡੋਂ ਪਿੰਡ ਜਾਣਾ ਚਾਹੀਦਾ ਹੈਗਾ, ਔਰ ਬੱਚਿਆਂ ਨੂੰ ਚਾਹੀਦਾ ਕਿ ਆਹ ਕੱਪੜੇ ਪਹਿਨੋ, ਜਿਹੜੇ 5 ਕਕਾਰ ਨੇ ਸਿੱਖੀ ਦੇ, ਉਹਨਾਂ ਨੂੰ ਬਰਕਰਾਰ ਰੱਖੋ, ਨਸ਼ਿਆਂ ਤੋਂ ਦੂਰ ਰਹੋ, ਭਲਾ ਕਰੋ ਲੋਕਾਂ ਦਾ, ਗੁਰੂ ਮਹਾਰਾਜ ਦੇ ਟੁੱਟ ਲੰਗਰ ਵਰਤਾਓ, ਆ ਕੇ ਪੜ੍ਹੋ ਲਿਖੋ, ਸੋਹਣੇ ਸੁਨੱਖੇ ਬਣ ਜਾਓ, ਸੂਝਵਾਨ ਬਣ ਜਾਓ, ਤੰਦਰੁਸਤ ਬਣ ਜਾਓ, ਜਿੱਦਾਂ ਮੱਲ ਖਾੜਾ ਖਡੂਰ ਸਾਹਿਬ ਹੈਗਾ। ਔਰ ਦੂਸਰੇ ਗੁਰੂ ਅੰਗਦ ਦੇਵ ਜੀ ਨੇ ਇਹ ਲੋਕਾਂ ਨੂੰ ਪਰੰਪਰਾ ਦਿੱਤੀ ਸੀ, ਜਨਤਾ ਨੂੰ, ਕਿ ਮੱਲ ਖਾੜੇ ਦਾ ਮਤਲਬ ਮੱਲ ਖੋਲਣਗੇ, ਇੱਥੇ ਤੰਦਰੁਸਤ ਰਹਿਣਗੇ, ਖੀਰ ਖਾਣਗੇ, ਗੁਰੂ ਦੀ ਖੀਰ, ਖਿਆਲੀ ਘਿਓ ਵਾਲੀ ਖੀਰ ਖਾ ਕੇ, ਔਰ ਉਹ ਗੁਰੂ ਕੇ ਲੰਗਰ ਨੂੰ ਅਟੁੱਟ ਵਰਤਾਇਆ ਉਹਨਾਂ ਨੇ। ਫਿਰ ਇਹੀ ਪਰੰਪਰਾ ਗੋਇੰਦਵਾਲ ਸਾਹਿਬ ਪਹੁੰਚ ਗਈ, ਤੀਜੇ ਗੁਰੂ ਅਮਰਦਾਸ ਜੀ ਨੇ ਇਸ ਨੂੰ ਬਰਕਰਾਰ ਰੱਖਿਆ। ਇਹ ਚੀਜ਼ਾਂ ਜਿਹੜੀਆਂ ਬਿਲਕੁਲ ਰੱਖਣੀਆਂ ਚਾਹੀਦੀਆਂ ਨੇ, ਕਾਮਯਾਬ। ਔਰ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਜਿੱਦਾਂ ਵੀ ਪੈਰੋਕਾਰ ਆਇਆ, ਜਾਂ ਜਿੰਨੇ ਧਰਮਾਂ ਦੇ ਨੇਤਾ ਆਏ ਆ, ਜਾਂ ਜਿਹੜੇ ਬਾਦਸ਼ਾਹ ਆਏ ਆ, ਉਹ ਆਏ ਆ ਗੁਰਦੁਆਰਿਆਂ 'ਚ, ਉਹਨਾਂ ਨੇ ਅਕੀਦਾ ਸ਼ੁਰੂ ਕਰ ਦਿੱਤਾ ਸੀ ਕਿ ਜੋ ਸਿੱਖ ਪਰੰਪਰਾ ਵਿੱਚ ਹੈ ਅਸੀਂ ਵੀ ਸ਼ੁਰੂ ਕਰਾਂਗੇ। ਜਿਸ ਤਰ੍ਹਾਂ ਉਹਨਾਂ ਨੇ ਇੱਕ ਧਰਮ ਚਲਾਤਾ ਸੀ ਅਕਬਰ ਨੇ, ਅਕਬਰ ਖੁਦ ਆਪ ਇੱਥੇ ਆਇਆ, ਲੰਗਰ ਵੀ ਛਕਿਆ ਉਹਨਾਂ ਨੇ, ਔਰ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ 'ਚ ਆਪਣਾ ਹਿੱਸਾ ਪਾਵਾਂਗੇ, ਮੇਰੇ ਕੋਲ 500 ਵਿਗਾ ਜ਼ਮੀਨ ਹੈ ਇੱਥੇ, ਇਹ ਲੰਗਰ ਲਈ ਦਿੱਤੀ ਜਾਊਗੀ। ਪਰ ਗੁਰੂ ਅਮਰਦਾਸ ਜੀ ਨੇ ਇਹਨਾਂ ਨੇ ਕਿਹਾ ਕਿ ਨਹੀਂ, ਇਹ ਦਸਵੰਧ ਨਾਲ ਚੱਲੇਗਾ, ਗੁਰੂ ਪਰੰਪਰਾ ਨਾਲ ਚੱਲੇਗਾ, ਲੋਕਾਂ ਦੀ ਹਿੰਮਤ ਨਾਲ ਚੱਲੇਗਾ, ਲੋਕ ਆਪ ਵਰਤਾਉਣਗੇ ਲੰਗਰ, ਆਪ ਅਨਾਜ ਲਿਆਉਣਗੇ। ਅੱਜ ਵੀ ਉਹੀ ਪਰੰਪਰਾ ਹੈਗੀ ਆ, ਪਰ ਉਹ ਜ਼ਮੀਨ ਜਿਹੜੀ ਹੈਗੀ ਉਹਨਾਂ ਨੇ ਲੰਗਰ ਦੇ ਨਾਂ 'ਤੇ ਨਹੀਂ ਸੀ ਲਿਆਈ। ਇਹ ਗੱਲਾਂ ਅੱਜ ਵੀ ਇਤਿਹਾਸ ਵਿੱਚ ਉਸੇ ਤਰ੍ਹਾਂ ਅੰਕਿਤ ਨੇ, ਬੱਚਿਆਂ ਨੂੰ ਪਤਾ ਹੈਗਾ। ਇਹ ਗੱਲਾਂ ਜਿਹੜੀਆਂ, ਜਾਂ ਇਹ ਜਿਹੜੀਆਂ ਇਤਿਹਾਸ ਦੀਆਂ ਜਿਹੜੀਆਂ ਘਟਨਾਵਾਂ ਜਾਂ ਘਟਨਾ ਨੇ, ਉਹਨਾਂ ਨੂੰ ਬੱਚਿਆਂ ਤੱਕ ਪਹੁੰਚਾਉਣਾ ਚਾਹੀਦਾ, ਔਰਤਾਂ ਤੱਕ ਪਹੁੰਚਾਉਣਾ ਚਾਹੀਦਾ, ਪ੍ਰਚਾਰਕਾਂ ਨੂੰ ਪਿੰਡਾਂ ਵਿੱਚ। ਇਹ ਸ਼ੁਰੂ ਕਰ ਦਿੱਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਇਹ ਬੜਾ ਵੱਡਾ ਪੈਗਾਮ ਆ, ਬੜਾ ਵੱਡਾ ਸੁਨੇਹਾ ਸਾਡੇ ਦਰਸ਼ਕਾਂ ਲਈ, ਸਾਰਿਆਂ ਲਈ। ਬਹੁਤ ਵਧੀਆ ਗੱਲ ਹੈ। ਬੇਸਿਕ ਗੱਲ ਤਾਂ ਇਹੀ ਹੈ ਕਿ ਬੰਦੇ ਨੂੰ ਅਕਲ ਸਿੱਖਣੀ ਚਾਹੀਦੀ ਹੈ। ਹਾਂ, ਬਸ ਇਹ ਉੱਥੇ ਹੋਣੀ ਚਾਹੀਦੀ ਗੱਲ ਇਹੀ ਹੈ ਜੀ, ਬਿਲਕੁਲ ਗੱਲ ਇਹੀ ਹੈ। ਦੱਸਣਗੇ ਸਾਰਾ ਕੁਝ, ਇਹ ਤਾਂ ਗੁਰੂ ਸਾਹਿਬ ਦਾ ਹੈਗਾ ਹੀ ਉਪਦੇਸ਼। ਬੰਦਿਆ ਬੰਦਾ ਬਣ। ਹਾਂ, ਬਸ। ਪੰਜਾਬ ਵਿਧਾਨ ਸਭਾ ਦੇ ਵਿੱਚ ਦੇਖੋ ਨਵੀਂ ਪਿਰਤ ਪਾਈ ਹੈ ਸੀਐਮ ਜੀ ਮਾਨ ਸਾਹਿਬ ਨੇ, ਬਿੱਲ ਫਟਾਫਟ ਪਾਸ ਹੋਏ। ਇਹ ਵੱਖਰੀ ਗੱਲ ਹੈ, ਉਹਦੇ ਉੱਤੇ ਆਬਜੈਕਸ਼ਨਸ ਵੀ ਲੱਗਦੇ ਨੇ, ਲੱਗਣੇ ਬਨਵਾਰੀ ਲਾਲ ਪੁਰੋਹਿਤ ਜੀ ਜੋ ਸਾਡੇ ਗਵਰਨਰ ਨੇ, ਉਹ ਤੇ ਸ਼ਾਇਦ ਉਹ ਮਨਜ਼ੂਰੀ ਨਾ ਦੇਣ, ਇਹ ਵੱਖਰੀਆਂ ਗੱਲਾਂ ਨੇ। ਪਰ ਪਿਰਤ ਨਵੀਂ ਪਾਤੀ ਕਿ ਫਾਸਟ ਚੱਲਦਾ ਸਾਰਾ ਕੰਮ। ਜਿਹੜੇ ਵੀ ਜਿੰਨੀਆਂ ਇਹਦੇ 'ਚ ਬੈਠਕਾਂ ਹੋਈਆਂ, ਸਮਾਗਮ ਹੋਇਆ, ਵੈਸੇ ਘੱਟੋ ਘੱਟ 40 ਸਮਾਗਮ ਹੋਣੇ ਚਾਹੀਦੇ ਇਹਨਾਂ ਦੇ ਈਅਰਲੀ ਸਾਲ ਦੇ ਵਿੱਚ, ਪਰ ਇਹ ਕਾਫੀ ਅੱਗੇ ਨਿਕਲ ਗਿਆ ਹੈ ਇਹਨਾਂ ਵਿੱਚ। ਵੈਸੇ ਤਾਂ ਨਵੀਂ ਸਰਕਾਰ ਦਾ ਚਾਅ ਵੀ ਹੁੰਦਾ, ਜਿਹੜਾ ਚਾਅ ਹੁੰਦਾ ਨਾ, ਜਿਹੜਾ ਟੌਰ ਹੁੰਦਾ, ਇਹ ਵੀ ਫੜਿਆ ਨਹੀਂ ਰਹਿੰਦਾ। ਉਹਦੇ ਵਿੱਚ ਇਹਨਾਂ ਨੂੰ ਹੁੰਦਾ ਵੀ ਮੈਂ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਾ, ਮੰਤਰੀ ਮੰਡਲ ਦੀ ਮੀਟਿੰਗ ਲਵਾਂ, ਪਰ ਇਹਦੇ ਵਿੱਚ ਪੋਜ਼ੀਟਿਵਿਟੀ ਰਹੀ ਹੈ। ਜੋ ਕੁਛ ਇਹਨਾਂ ਨੇ ਕੀਤਾ, ਲੋਕ ਖੁਸ਼ ਹੋ ਗਏ ਆ। ਜਿਹਦੇ ਵਿੱਚ ਇਹਨਾਂ ਨੇ ਵਾਧੂ ਖਰਚੇ ਸੀ ਉਹਨਾਂ ਨੂੰ ਘਟਾਇਆ, ਜਿਹਦੇ ਵਿੱਚ ਪੈਨਸ਼ਨਾਂ ਬੰਦ ਕੀਤੀਆਂ, ਜਿੰਨੇ ਵੀ ਵਿਧਾਇਕ ਸੀਗੇ ਉਹਨਾਂ ਦੇ ਡੀਏ ਬੰਦ ਕਰ ਦਿੱਤੇ। ਜਿਹੜੇ ਘੜਮੁੜ ਚੰਡੀਗੜ੍ਹ ਜਾਂਦੇ ਸੀ, ਹੋਟਲਾਂ 'ਚ ਰਹਿੰਦੇ ਸੀ, ਉੱਥੇ ਖਾਂਦੇ ਪੀਂਦੇ ਸੀ,
ਸਾਰਿਆਂ ਤੇ ਬਲੌਕ ਕਰ ਦਿੱਤਾ, ਉੱਤੇ ਲੌਕ ਲਾ ਦਿੱਤਾ। ਫਿਰ ਜਿਹੜੇ ਰੈਜ਼ੀਡੈਂਸ ਸੀਗੇ ਜਿੰਨੇ ਮੰਤਰੀਆਂ ਨੇ ਰੱਖੇ ਸੀ ਪੁਰਾਣੇ ਸਾਬਕਾ ਨੇ, ਉਹ ਛਡਵਾਏ ਉਹਨਾਂ ਕੋਲ, ਜ਼ਮੀਨਾਂ ਛਡਵਾਈਆਂ ਇਹਨਾਂ ਦੇ ਮਤੇ ਪਾਸ ਕਰਕੇ, ਜਿਹੜੀਆਂ ਲੋਕਾਂ ਨੇ ਕਬਜ਼ੇ 'ਚ ਲਈਆਂ ਸੀ ਜ਼ਮੀਨਾਂ ਉਹ ਛਡਵਾਈਆਂ। ਔਰ ਉਹਦੇ ਵਿੱਚ ਬਿਜਲੀ ਨੂੰ ਜਿਹੜਾ ਘੱਟੋ ਘੱਟ ਵਰਤਣ ਦਾ ਵੀ ਉਹ 'ਤੇ ਮਸਲਾ ਹੁੰਦਾ ਰਿਹਾ, ਮਤਾ ਪਾਸ ਹੁੰਦਾ ਰਿਹਾ। ਔਰ ਬਿਜਲੀ ਦੇ ਦੀ ਜਿਹੜੀ ਘਾਟ ਉਹਨੂੰ ਪੂਰਾ ਕਰਨ ਲਈ ਵੀ ਇਹਨਾਂ ਨੇ ਮਤਾ ਪਾਸ ਕੀਤਾ ਕਿ ਕਿਸੇ 1000 ਮੈਗਾਵਾਟ ਕੇਂਦਰ ਕੋਲ ਮੰਗਣ ਦੀ ਤਜਵੀਜ਼ ਕੀਤੀ ਸੀ। ਔਰ ਉਹਨਾਂ ਨੇ ਤਾਂ ਉਹ ਜਿਹੜਾ ਮਤਾ ਸੀ ਭੇਜਿਆ ਵੀ ਸੀ ਉੱਤੇ ਪ੍ਰਧਾਨ ਮੰਤਰੀ ਤੱਕ ਔਰ ਵਿਦੇਸ਼ ਮੰਤਰੀ ਤੱਕ, ਉਹ ਸਾਰਿਆਂ ਤੱਕ ਗਿਆ, ਪਰ ਉਹ ਫਿਰ ਖਟਾਈ 'ਚ ਪੈ ਗਿਆ। ਉਹਨੂੰ ਅਜੇ ਤੱਕ ਕੋਈ ਵੀ ਜਿਹੜਾ ਸਹੂਲਤ ਦੇਣ ਦਾ ਉਹਨਾਂ ਨੇ ਵਾਅਦਾ ਨਹੀਂ ਕੀਤਾ, ਉਹ 'ਚ ਇਨਕਾਰ ਹੀ ਕਰ ਦਿੱਤਾ। ਔਰ ਇਸ ਤਰ੍ਹਾਂ ਦੇ ਮਸਲੇ ਜਿਹੜੇ ਹੈਗੇ ਲੋਕਾਂ ਨੂੰ ਇਸ ਵੇਲੇ ਟਿਪਸ 'ਤੇ ਗਿਣੇ ਕਿ ਭਗਵੰਤ ਮਾਨ ਸਰਕਾਰ ਨੇ ਕੀ ਕੁਝ ਕੀਤਾ, ਕਿਉਂਕਿ ਇਸ ਵੇਲੇ ਇਹਨਾਂ ਨੇ ਗੱਲ ਕੀਤੀ ਹੈ ਜਾਂ ਪਹਿਲੀ ਕਤਾਰ 'ਚ ਬੈਠ ਕੇ ਬਾਕੀ ਪਾਰਟੀਆਂ ਨਾਲੋਂ ਪਹਿਲੇ ਜਦੋਂ ਇਹਨਾਂ ਨੇ ਕਰ ਦਿੱਤੇ ਆ ਬਹੁਤ ਵੱਡੇ ਮਸਲੇ ਜਾਂ ਮੁੱਦੇ ਪਾਸ ਕਰਕੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਔਰ ਸਾਡੇ ਜਿਹੜੇ NRI ਵੀਰ ਨੇ ਉਹਨਾਂ ਤੱਕ ਗੱਲਾਂ ਪਹੁੰਚ ਗਈਆਂ। ਔਰ ਖੁਦ ਭਗਵੰਤ ਮਾਨ ਆਪ ਆ ਕੇ ਟਵਿੱਟਰ 'ਤੇ ਜਾਂ ਫੇਸਬੁੱਕ 'ਤੇ ਆ ਕੇ ਜਿਹੜਾ ਮੈਸੇਜ ਦੇ ਦਿੰਦੇ ਆ। ਹੁਣੇ ਉਹਨਾਂ ਨੇ ਜਿਹੜੇ ਬੇਰੁਜ਼ਗਾਰ ਬੱਚੇ ਸੀ ਉਹਨਾਂ ਨੂੰ ਅਪਾਇੰਟਮੈਂਟ ਦਿੱਤੀ ਹੈ, ਟੀਚਰਾਂ ਨੂੰ ਵੀ ਦਿੱਤੀ ਹੈ, ਉਹਨਾਂ ਦੀ ਤਨਖਾਹਾਂ ਡਬਲ ਕਰ ਦਿੱਤੀਆਂ। ਜਿਹੜੇ ਟੀਚਰਾਂ ਜੇ 6000 ਸੀ 12, ਜਿਹਦੀ 7 ਸੀ ਉਹ 15। ਔਰ ਉਹਨਾਂ ਨੇ ਕਿਹਾ ਨਾਲ ਈਅਰਲੀ ਅਸੀਂ DA ਵੀ ਦੇਵਾਂਗੇ। ਪੇ ਕਮਿਸ਼ਨ ਦੀ ਗੱਲ ਵੀ ਉਹਨਾਂ ਨੇ ਕੀਤੀ ਹੈ ਕਿ ਜਿਹੜੇ ਰੈਗੂਲਰ EMPLOYE ਨੇ ਉਹਨਾਂ ਦੇ ਪੇ ਕਮਿਸ਼ਨ 'ਤੇ ਵੀ ਅਸੀਂ ਤਵੱਜੋ ਦੇਵਾਂਗੇ। ਜਿਹੜਾ 6ਵਾਂ ਪੇ ਕਮਿਸ਼ਨ ਆ ਉਹ ਪਹਿਲਾਂ ਜਿਹੜੀਆਂ ਸਰਕਾਰਾਂ ਨੇ ਨਹੀਂ ਦਿੱਤਾ। EMPLOYE ਨੂੰ ਵੀ ਇਹਨਾਂ ਨੇ ਖੁਸ਼ ਕਰ ਦਿੱਤਾ, ਬੇਰੁਜ਼ਗਾਰਾਂ ਨੂੰ ਵੀ ਥੋੜ੍ਹਾ ਬਹੁਤ ਕੀਤਾ ਹੈਗਾ। ਔਰ ਤੀਜਾ ਮਸਲਾ ਜਿਹੜਾ ਇਹਨਾਂ ਨੇ ਵਾਰ-ਵਾਰ ਉੱਥੇ ਡਿਸਕਸ ਕੀਤਾ ਉਹ ਹੈਗਾ ਨਸ਼ੇ ਦਾ, ਜਿਹਦੇ ਵਿੱਚ ਇਹਨਾਂ ਨੇ ਨਸ਼ਾ ਤਸਕਰੀ ਦੇ ਲੋਕਾਂ ਨੂੰ ਫੜਿਆ ਵੀ ਹੈਗਾ। ਔਰ ਉਹਨਾਂ ਦੇ ਵਿੱਚ ਜਿਹੜੇ ਸਿਆਸੀ ਲੀਡਰ ਸਾਬਕਾ ਮੰਤਰੀ ਜਿਹੜੇ ਇਹਦੇ ਵਿੱਚ ਇਨਵੋਲਵ ਸੀ ਉਹਨਾਂ ਨੂੰ ਵੀ ਬਿਲਕੁਲ ਐਕਸਪੋਜ਼ ਕੀਤਾ ਕਿ ਆਹ ਜਿਹੜੇ ਹੈਗੇ ਨੇ, ਜਿਹੜੇ ਸਾਡੇ ਤੁਹਾਡੇ ਮੰਤਰੀ ਰਹਿ ਚੁੱਕੇ, ਇਹ ਨਸ਼ਾ ਵੰਡ ਰਹੇ ਆ, ਇਹ ਤਸਕਰੀ ਕਰ ਰਹੇ ਆ। ਅੰਦਰ ਲੋਕਾਂ ਨੇ ਆਮ ਨਾਗਰਿਕ ਤੇ ਜਿਹੜਾ ਕਰਦਾ ਹੀ ਆ ਉਹਨੂੰ ਤਾਂ ਅਸੀਂ ਸਮਝਾਵਾਂਗੇ, ਪਰ ਇਹਨਾਂ ਨੂੰ ਕੀ ਕਵਾਂਗੇ। ਔਰ ਇਹ ਮਸਲੇ ਬਿਲਕੁਲ ਉੱਥੇ ਡਿਸਕਸ ਹੋਏ ਆ ਔਰ ਬੈਠਕਾਂ ਹੁੰਦੀਆਂ ਰਹੀਆਂ। ਔਰ ਗਵਰਨਰ ਸਾਹਿਬ ਜਿੱਦਾਂ ਤੁਸੀਂ ਕਿਹਾ ਵਾ ਉਹ ਕਈ ਮਸਲਿਆਂ ਨੂੰ ਉੜੀਕੀ ਪਾ ਕੇ ਬਹਿ ਜਾਂਦੇ ਆ, ਉੱਥੇ ਉਹਨਾਂ ਦਾ ਪੈਨ ਦੀ ਸਾਈ ਮੁੱਕ ਜਾਂਦੀ ਆ, ਨਹੀਂ ਚੱਲਦਾ ਹਰੇ ਰੰਗ ਦਾ ਪੈਨ ਜਿਹਦੇ ਦੇ ਨਾਲ ਉਹਨਾਂ ਨੇ ਸਾਈਨ ਕਰਨੇ ਹੁੰਦੇ ਆ, ਰੁਕ ਜਾਂਦਾ ਉੱਥੇ। ਬਿਜਲੀ ਦਾ ਵੀ ਖਾਸ ਰਿਹਾ, MLA ਦੀ ਜਿਹੜੀ ਉਹਦੇ 'ਚ ਉਹਨਾਂ ਨੂੰ ਪੈਨਸ਼ਨਾਂ ਦੇਣ ਦੀ ਸੀ ਉਹਦੇ 'ਚ ਵੀ ਰੁਕਿਆ। ਵਾਈਸ ਚਾਂਸਲਰ ਦੀ ਅਪੁਆਇੰਟਮੈਂਟ ਪੰਜਾਬ ਦੇ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਔਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਔਰ ਜਿਹੜੀ ਹੈਗੀ ਆ ਜਿਹੜੀ ਪੰਜਾਬ ਦੀ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੀ, ਉਹਦੇ 'ਚ ਵੀ ਇਹ ਰੌਲਾ ਰਿਹਾ। 3-4 ਯੂਨੀਵਰਸਿਟੀਆਂ ਦਾ ਰਿਹਾ, ਪਰ ਇਹ ਸਾਰੇ ਨੂੰ ਗਲਬੇ ਨੂੰ ਤੋੜਨ ਲਈ ਚਾਂਸਲਰ ਆਪ ਹੀ ਬਣ ਗਏ ਆ। ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ, ਉਹਨਾਂ ਨੇ ਵੈਸੇ ਤਾਂ ਗਵਰਨਰ ਹੁੰਦਾ ਔਰ ਉਹਨਾਂ ਨੇ ਇਹ ਮੁੱਦਾ ਪਾਸ ਕਰ ਲਿਆ ਵੀ ਆਹ ਵੇਖ ਲਓ ਅਸੀਂ ਆਪ ਮੈਂ ਬਣਾਂਗਾ, ਆਪ ਡਿਸੀਜਨ ਲਊਗਾ, ਜਿਹੜਾ ਵੀ ਵਾਈਸ ਚਾਂਸਲਰ ਬਣਨਾ ਉਹਦੇ ਨਾਲ ਹੋਊਗਾ, ਕਿਉਂਕਿ ਇਹਦੇ 'ਚ ਇੱਕ ਸਟੈਗਨੇਸ਼ਨ ਹੋ ਜਾਂਦੀ, ਖੜੋਤ ਆ ਜਾਂਦੀ ਆ। ਔਰ ਦੂਜਾ ਮਸਲਾ ਜਿਹੜਾ ਬਹੁਤ ਲੰਬਾ ਹੈਗਾ ਉਹ ਤਾਂ ਵੈਸੇ ਰੌਲਾ ਘੱਟ ਹੀ ਗਿਆ ਵੈਸੇ, ਜਿਹੜਾ ਜਿੱਥੇ ਗੁਰਬਾਣੀ ਦਾ ਪ੍ਰਸਾਰਣ ਦਰਬਾਰ ਸਾਹਿਬ ਤੋਂ ਪ੍ਰਸਾਰਣ ਸੀ ਸਾਰੇ ਲੋਕਾਂ ਤੱਕ ਪਹੁੰਚਾਉਣ ਲਈ ਇਹਨਾਂ ਨੇ ਮੁੱਦਾ ਚੁੱਕਿਆ ਸੀਗਾ। ਇਸ ਵੇਲੇ SGPC ਨੇ ਇੱਕ ਜਨਰਲ ਅਜਲਾਸ ਕੀਤਾ ਸੀਗਾ ਔਰ ਅਮਿਤ ਸ਼ਾਹ ਨੂੰ ਮਿਲ ਕੇ ਆਇਆ, ਗਵਰਨਰ ਸਾਹਿਬ ਨੂੰ ਕਹਿਤਾ ਵੀ ਇਹ ਮੁੱਦਾ ਪਾਸ ਨਾ ਕਰਿਓ, ਪਰ ਇਹ ਪਾਵਰ ਹੈ ਇਹਨਾਂ ਕੋਲ ਤਾਕਤ ਹੈਗੀ ਆ ਮੁੱਖ ਮੰਤਰੀ ਪੰਜਾਬ ਕੋਲ, ਇਹਨਾਂ ਨੇ ਇਹ ਮੁੱਦਾ ਪਾਸ ਕਰ ਲਿਆ। ਔਰ ਇਹ ਗਵਰਨਰ ਇਹ ਕਿਸੇ ਵੀ ਚੈਨਲ ਨੂੰ ਦੇ ਸਕਦੇ ਆ, ਪਰ ਉਹਨੂੰ ਇਹ ਦੇ ਦੇਣਗੇ ਵੀ ਅੱਧਾ ਘੰਟਾ ਪਹਿਲਾਂ ਕੋਈ ਗਲਤ ਚੀਜ਼ ਨਹੀਂ ਚਲਾਉਣੀ ਕਮਰਸ਼ੀਅਲ, ਅਤੇ ਅੱਧਾ ਘੰਟਾ ਬਾਅਦ 'ਚ ਨਹੀਂ ਚਲਾਉਣੀ। ਗੁਰਬਾਣੀ ਦਾ ਜਿਹੜਾ ਪਰੰਪਰਾ ਹੈਗੀ ਆ, ਜੋ ਪਵਿੱਤਰਤਾ ਹੈਗਾ, ਉਹਨੂੰ ਉਸੇ ਤਰ੍ਹਾਂ ਬਹਾਲ ਰੱਖਣਾ, ਉਹਦਾ ਜਿਹੜੀ ਸ਼ਾਂਤੀ ਹੈ ਪੰਜਾਬ ਵਿੱਚ ਬਣਾਈ ਰੱਖਣੀ। ਇਹ ਗੱਲ ਨਹੀਂ, ਇਹ ਸਹੀ ਗੱਲ ਹੈ। ਵੈਸੇ ਬਜਟ ਵੇਲੇ ਵੀ ਮੁੱਦਾ ਥੋੜਾ ਭੜਕਿਆ ਸੀਗਾ ਕਿ ਬਜਟ ਵਾਸਤੇ ਵੀ ਸੁਪਰੀਮ ਕੋਰਟ ਜਾਣਾ ਪਿਆ ਸੀਗਾ CM ਮਾਨ ਨੂੰ। ਸੋ ਇਹ ਸਾਰੀਆਂ ਗੱਲਾਂ ਹੁੰਦਾ ਹੀ ਹੈ ਸਾਹਮਣੇ ਆਉਂਦੀਆਂ ਪਈਆਂ ਨੇ। ਸੋ ਇੱਕ ਗੱਲ ਹੋਰ ਵੀ ਹੈ, ਜਿਹੜੀ ਤੁਸੀਂ ਸਾਰੀ ਗੱਲ ਕੀਤੀ ਹੈ ਕਿ ਗੁਰਬਾਣੀ ਦਾ ਪ੍ਰਸਾਰਣ, ਤੇ ਉਸ ਚੀਜ਼ ਨੂੰ ਲੈ ਕੇ ਇੱਕ ਬਿਆਨ ਸਾਹਮਣੇ ਆਇਆ ਕਿ ਪੰਜਾਬ ਸਰਕਾਰ ਸਿੱਖ ਪੰਥ ਦੇ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਾ ਕਰੇ। ਹੁਣ ਦੇਖੋ ਪਿਰਤ ਪਾਈ ਕਿ ਫਟਾਫਟ ਡਿਸੀਜਨ, ਸੋਧ ਬਿੱਲ ਵੀ ਗੁਰਦੁਆਰਾ ਸੋਧ ਬਿੱਲ ਵੀ ਹੋ ਗਿਆ ਕਿ ਸਭ ਦੇ ਵਾਸਤੇ ਫ੍ਰੀ ਆਫ ਕਾਸਟ ਹੋਏਗੀ ਗੁਰਬਾਣੀ ਦਾ ਪ੍ਰਸਾਰਣ। ਹੁਣ ਉਹਦੇ ਉੱਤੇ ਆ ਗਿਆ ਕਿ ਸਿੱਖ ਪੰਥ ਦੇ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ। ਇਹ ਲੰਗੋਵਾਲ ਸਾਹਿਬ ਨੇ ਜਿਹੜੇ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਪ੍ਰਧਾਨ ਰਹੇ ਆ, ਤਾਂ ਉਹ ਬੜੇ ਵਧੀਆ ਤੇ ਸੂਝਵਾਨ ਨੇਤਾ ਨੇ। ਪਰ ਉਹਨਾਂ ਨੇ ਆਹ ਜਿਹੜਾ ਇਸ ਵੇਲੇ ਐਲਾਨਨਾਮਾ ਕੀਤਾ ਕਿ ਜਿਹੜੀ ਪੰਜਾਬ ਸਰਕਾਰ ਹੈ, ਮਾਨ ਸਰਕਾਰ ਹੈ, ਇਹਨੂੰ ਸਾਡੇ ਧਾਰਮਿਕ ਮਾਮਲਿਆਂ ਤੋਂ ਦੂਰ ਰਹਿਣਾ ਚਾਹੀਦਾ। ਔਰ ਇਹਨਾਂ ਨੇ ਇਹ ਜਿਹੜਾ ਗੁਰਬਾਣੀ ਕੀਰਤਨ ਦਾ ਲੋਕਾਂ ਤੱਕ ਪਹੁੰਚਾਉਣ ਦਾ ਮਾਮਲਾ ਸੀ, ਇਹਨਾਂ ਧਾਰਮਿਕ ਮਾਮਲਾ ਬਣਾ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਇਹ ਹੈਗੀ ਹੈ ਗੱਲ ਕਿ ਕੋਈ ਵੀ ਮਸਲਾ ਜਿਹੜਾ ਇਹਨੂੰ ਧਰਮ ਨਾਲ ਜੋੜ ਦਿੰਦੇ ਆ, ਪਬਲਿਕ ਨੂੰ
ਥੋੜ੍ਹਾ ਜਿਹਾ ਇਸ ਪਾਸੇ ਮੋੜਨ ਦਾ ਜਾਂ ਗੁੰਮਰਾਹ ਕਰਨ ਦਾ ਮਾਮਲਾ ਲੈ ਆਉਂਦੇ ਆ। ਫਿਰ ਅਕਾਲ ਤਖਤ ਦੇ ਜਥੇਦਾਰ ਸਾਹਿਬ ਕੋਲੋਂ ਵੀ ਕੁਹਾ ਦਿੰਦੇ ਆ ਕਿ ਇਹਨੂੰ ਇਸ ਤਰ੍ਹਾਂ ਦਾ ਐਲਾਨਨਾਮਾ ਕਰ ਦਿਓ। ਇਸ ਤੋਂ ਪਹਿਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਜੀ ਰਹਿ ਚੁੱਕੇ ਨੇ। ਉਹਨਾਂ ਨੇ ਪਹਿਲੋਂ ਕਿਹਾ ਸੀਗਾ ਕਿ ਇਹਨਾਂ ਨੇ ਪੰਜਾਬ ਸਰਕਾਰ ਨੂੰ ਤੋਂ ਪਹਿਲੋਂ ਜਿਹੜਾ ਐਲਾਨਨਾਮਾ ਨਾ ਕੀਤਾ, ਉਦੋਂ ਪਹਿਲਾਂ ਉਹਨਾਂ ਨੇ SGPC ਨੂੰ ਕਿਹਾ ਸੀਗਾ ਕਿ ਤੁਸੀਂ ਜਿਹੜਾ ਇੱਕ ਚੈਨਲ ਸ਼ੁਰੂ ਕਰ ਦਿਓ, ਆਪਣਾ ਚੈਨਲ ਸ਼ੁਰੂ ਕਰ ਦਿਓ ਤਾਂ ਕਿ ਇਹਦੇ ਵਿੱਚ ਕੋਈ ਕਿਸੇ ਦੀ ਦਖਲਅੰਦਾਜ਼ੀ ਨਾ ਹੋਏ। ਪਰ ਇਹ ਨਿਰਭਰ ਰਹੇ PTC ਚੈਨਲ ਤੇ, PTC ਚੈਨਲ ਨਾਲ ਹੀ ਚੱਲਦਾ ਰਿਹਾ। ਹੁਣ ਗੋਬਿੰਦ ਲੌਂਗੋਵਾਲ ਜੀ ਨੇ ਕਿਹਾ, ਗੋਬਿੰਦ ਸਿੰਘ ਲੌਂਗੋਵਾਲ ਜੀ ਨੇ, ਕਿ ਸਾਡਾ ਧਾਰਮਿਕ ਮਾਮਲਾ, ਇਹਦੇ ਤੋਂ ਇਹਨਾਂ ਨੂੰ ਦੂਰ ਰਹਿਣਾ ਚਾਹੀਦਾ, ਇਹਨਾਂ ਨਾਲ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਅਸੀਂ ਕੋਰਟ ਵਿੱਚ ਜਾਵਾਂਗੇ, ਅਸੀਂ ਸੁਪਰੀਮ ਕੋਰਟ ਤੱਕ ਜਾਵਾਂਗੇ। ਔਰ ਇਹਨਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਐਲਾਨਨਾਮਾ ਕਰ ਦਿੱਤਾ। ਪਰ ਇਹਦੇ ਵਿੱਚ ਜਦੋਂ ਅਸੀਂ ਧਰਮ ਨਾਲ ਜੋੜਦੇ ਨੇ ਮਸਲੇ ਨੂੰ ਜਾਂ ਉਹਦੇ ਨਾਲ ਕਰ ਲੈਂਦੇ ਹਾਂ ਕਿ ਇਹ ਜਿਹੜੀ ਇਹਦੇ ਵਿੱਚ ਮੋਨੋਪੋਲੀ ਜਾਂ ਜਿਹੜਾ ਅਧਿਕਾਰ ਹੈ ਸਿਰਫ ਤੇ ਸਿਰਫ SGPC ਦਾ ਨਹੀਂ ਹੁੰਦਾ, ਲੋਕਾਂ ਦਾ ਹੈਗਾ, ਪਬਲਿਕ ਦਾ ਹੈਗਾ। ਔਰ ਉਹਦੇ ਵਿੱਚ ਸਾਰੇ ਲੋਕ ਧਾਰਮਿਕ ਜਾਂ SGPC ਨਾਲ ਨਹੀਂ ਜੁੜੇ ਹੋਣਗੇ। ਸਿੰਧੀ ਲੋਕ ਨੇ, ਬਲੋਚ ਨੇ ਔਰ ਪਾਕਿਸਤਾਨ ਦੇ ਸਾਰੇ ਲੋਕ ਗੁਰਬਾਣੀ ਨੂੰ ਸੁਣਨਾ ਚਾਹੁੰਦੇ ਆ ਸਾਰੇ। ਔਰ ਜਿੱਥੇ ਜਿੱਥੇ ਤਾਸ਼ਕੰਦ ਮੈਕਸੀਕੋ ਤੱਕ ਲੋਕ ਸੁਣਦੇ ਆ। ਔਰ ਤੁਸੀਂ ਦੇਖੋ ਜਿਹੜੀ ਐਪ ਹੈਗੀ, ਐਪ ਨੂੰ ਇਹ ਕੰਟਰੋਲ ਕਰਕੇ ਐਪ ਨੂੰ ਉਹਦੇ 'ਤੇ ਨਹੀਂ ਪਾਉਣ ਦਿੰਦੇ। ਜਿਹੜੀ ਗੁਰਬਾਣੀ ਦੀ ਐਪ ਹੈਗੀ ਦਰਬਾਰ ਸਾਹਿਬ ਦੀ, ਉੱਥੇ ਸਿੱਧਾ PTC ਚੈਨਲ ਨੂੰ ਵੇਖਣ ਦਾ ਅਲਾਉ ਕਰਦੇ ਆ। ਔਰ ਉਹਦੇ ਵਿੱਚ ਇਹਨਾਂ ਨੇ ਬਹੁਤ ਪੈਸੇ ਦਾ ਵੀ ਕੱਪੜੇ ਦੀ ਰੌਲਾ ਪਿਆ ਹੈਗਾ ਕਿ ਜਿਹੜਾ ਪੈਸਾ SGPC ਕੋਲੋਂ ਇਹਨੇ ਲਿਆ ਹੈਗਾ, ਜਿਹੜਾ PTC ਚੈਨਲ ਦੇ ਮਾਲਕ ਨੇ, ਉਹ ਵੀ ਗਿਆ ਹੈਗਾ, ਉਹ ਪਬਲਿਕ ਦਾ ਪੈਸਾ, ਧਾਰਮਿਕ ਅਕੀਦਾ ਉਹਦੇ ਵਿੱਚ ਸਾਰਾ ਕੁਝ ਹੈਗਾ, ਉਹ ਗੁਰੂ ਮਹਾਰਾਜ ਦੀ ਸਾਰੀਆਂ ਆਦੇਸ਼ਾਂ ਦਾ ਹੀ ਹੈ ਸਾਰਾ ਕੁਝ। ਔਰ ਇਹ ਕਰਕੇ ਇਹ ਚੀਜ਼ਾਂ ਜਿਹੜੀਆਂ ਇਸ ਵੇਲੇ ਬੜੀਆਂ ਗੁੰਝਲਦਾਰ ਬਣਾ ਬੈਠੇ ਨੇ ਸਾਰਾ ਕੁਝ। ਔਰ ਉਹਦੇ ਵਿੱਚੋਂ ਦੇਖੋ ਨਿਕਲਦਾ ਕੀ ਹੈਗਾ, ਕਿਉਂਕਿ ਪੰਜਾਬ ਗੌਰਮੈਂਟ ਕੋਲ ਜਾਂ ਮੁੱਖ ਮੰਤਰੀ ਕੋਲ ਆਪਣੀ ਪਾਵਰ ਹੈਗੀ ਆ, ਪਰ ਉਹਨਾਂ ਪਾਵਰ ਦਾ ਸਿੱਧੇ ਤਰੀਕੇ ਨਾਲ ਹੀ ਲਿਆ ਫੈਸਲਾ। ਉਹਦੇ ਵਿੱਚ ਇਹਨਾਂ ਨੇ ਕਿਹਾ ਹੈਗਾ ਕਿ ਅਸੀਂ ਸਿੱਧੇ ਤਰੀਕੇ ਨਾਲ ਲੋਕਾਂ ਤੱਕ ਪ੍ਰਸਾਰਣ ਪਹੁੰਚਾਉਣ ਦੀ ਗੱਲ ਕੀਤੀ ਆ। ਇਹਦੇ 'ਚ ਇਹ ਭਗਵੰਤ ਮਾਨ ਨੇ ਕਿਹਾ ਕਿ ਮੈਂ ਇਕੱਲੇ ਨੇ ਆਪਣੇ ਘਰ 'ਚ ਤਾਂ ਨਹੀਂ ਲਿਆ ਹੈਗਾ ਵੀ ਮੇਰੇ ਘਰ ਵਿੱਚ ਚੱਲ ਜੇ, ਅਸੀਂ ਸਾਰੀ ਪਬਲਿਕ ਲਈ, ਜਿਹਦੇ ਵਿਦੇਸ਼ਾਂ 'ਚ ਬੈਠੇ ਨੇ NRI, ਉਹਨਾਂ ਲਈ 198 ਦੇਸ਼ਾਂ ਵਿੱਚ ਜਿਹੜੇ ਲੋਕ ਵੇਖਣਗੇ ਡਿਜੀਟਲ ਸੋਰਸ ਨਾਲ, ਉਹਨਾਂ ਦੇ ਲਈ ਮੈਂ ਆਂਦਿਆ ਉਹਨਾਂ ਦੇ ਲਈ ਇਹ ਮਤਾ ਪਾਸ ਕੀਤਾ। ਹੁਣ ਸ਼੍ਰੋਮਣੀ ਕਮੇਟੀ ਨੂੰ ਦੂਜੇ ਪਾਸੇ ਲੈ ਗਏ ਕਿ ਇਹ ਧਾਰਮਿਕ ਮਾਮਲਾ ਹੈਗਾ ਸੀ, ਇਹਦੇ ਵਿੱਚ ਮਾਮਲਾ ਜੇ ਧਾਰਮਿਕ ਹੈਗਾ ਤਾਂ ਇਹਨਾਂ ਨੂੰ ਕਹਿਣਾ ਚਾਹੀਦਾ ਕਿ PTC ਚੈਨਲ ਵੀ ਚਲਾਏਗਾ, ਸਾਡਾ ਚੈਨਲ ਵੀ ਚਲਾਏਗਾ, ਫੇਸਬੁੱਕ 'ਤੇ ਵੀ ਚੱਲਣਗੇ, ਖੁੱਲ੍ਹੇਆਮ ਜਿੱਥੇ ਜਿੱਥੇ ਸੋਰਸ ਨੇ ਇਹਦੇ ਵਿੱਚ ਸਾਰੇ ਸੋਰਸਾਂ 'ਤੇ ਪ੍ਰਵੇਲ ਹੋ ਕੇ ਚੱਲੇਗਾ ਔਰ ਪ੍ਰਸਾਰਣੇ ਦਾ ਟੈਲੀਕਾਸਟ ਸਾਰਿਆਂ 'ਤੇ ਹੋਏਗਾ। ਪਰ ਇੱਕ ਚੈਨਲ ਦੀ ਮੋਨੋਪੋਲੀ ਬਣਾਉਣੀ ਜਿਹੜੀ ਹੈ ਇਹ ਬਿਲਕੁਲ ਗਲਤ ਗੱਲ ਹੈ। ਐਕਸਪਰਟ ਕਹਿੰਦੇ ਨੇ ਕਿ ਹਜੇ 21 ਜੁਲਾਈ ਆਉਣ 'ਚ ਰਹਿੰਦੇ ਨੇ 3 ਹਫ਼ਤੇ। ਹਜੇ ਦੇਖਿਓ ਕੀ ਭਾਜੜ ਪਹਿਲੋਂ ਪੈ ਗਈ, ਕੀ ਹੁੰਦਾ ਹੈ, ਕਿਉਂਕਿ ਜਿਨ੍ਹਾਂ ਦਾ ਕਹਿੰਦੇ ਇਹਦੇ ਉੱਤੇ ਕਬਜ਼ਾ ਹੈ ਨਾ, ਉਹਨਾਂ ਨੇ ਹੱਥੋਂ ਨਿਕਲਣ ਨਹੀਂ ਦੇਣੀ ਗੇਮ। ਸਹੀ ਗੱਲ, ਉਹਨਾਂ ਨੇ ਕੁਝ ਨਾ ਕੁਝ ਕਰਦੇ ਰਹਿਣਾ। ਬਿਲਕੁਲ, ਇਹ ਐਕਸਪਰਟਸ ਕਹਿੰਦੇ ਨੇ। ਤੁਹਾਡੀ ਗੱਲ ਸਹੀ। 3 ਪੁਆਇੰਟ ਤਾਂ ਉਹਨਾਂ ਨੇ ਕਰਤਾ, ਇੱਕ ਤਾਂ ਗਵਰਨਰ ਵਾਲਾ ਹੋ ਗਿਆ, ਤੀਜਾ ਪੁਆਇੰਟ ਕੋਰਟ, ਦੂਜਾ ਨਾ, ਤੇ ਤੀਜਾ ਪੁਆਇੰਟ ਜਿਹੜਾ ਹੈਗਾ ਇਹ ਹੈਗਾ ਵਾ ਤੁਹਾਡਾ ਜਿਹੜਾ ਗ੍ਰਹਿ ਮੰਤਰੀ, ਉਹਦੇ ਕੋਲ ਵੀ ਜਾ ਸਕਦੇ, ਅਮਿਤ ਸ਼ਾਹ ਜੀ ਕੋਲ। ਔਰ ਇਹਨਾਂ ਦੇ ਵਾਸਤ ਨੇ ਸਾਰੇ, ਇਹ ਕਰ ਸਕਦੇ, ਉਹਨਾਂ ਕੋਲ ਜਾ ਸਕਦੇ ਆ, ਕਿਉਂਕਿ ਤੁਹਾਨੂੰ ਪਤਾ ਕਿ ਉਹ ਡਬਲ ਇੰਜਨ ਵਾਲੀ ਸਰਕਾਰ ਤਾਂ ਹੈ ਹੀ ਇੱਥੇ, ਇਹਨਾਂ ਦੇ ਉਲਟ ਪਾਸੇ ਡਿਸੀਜਨ ਕਰ ਸਕਦੇ ਕਦੋਂ ਵੀ। ਪਰ ਇਹਦੇ ਨਾਲ ਲੋਕ ਨਾਰਾਜ਼ ਹੋਣਗੇ। ਉਹਦੇ 'ਚ ਇੰਡੀਵਿਜੂਅਲ ਵਿਅਕਤੀਗਤ ਕਿਸੇ ਨਾਲ ਨਹੀਂ ਹੈਗੀ, ਲੋਕਾਂ ਲਈ ਹੈਗਾ। ਸਾਰੇ ਚੈਨਲਾਂ 'ਤੇ ਲੱਗਣਗੇ। ਕਈ PTC ਦੇ ਚੈਨਲ ਦੇ ਪੈਸੇ ਨਹੀਂ ਦੇ ਸਕਦੇ, ਪੇਡ ਹੈਗਾ, ਉਹ 'ਚ ਪੈਸੇ ਫੋਰਨ ਕੰਟਰੀ ਦੇ ਵਿੱਚ ਪਰ TV ਸੈੱਟ ਡਾਲਰਸ ਦੇ ਵਿੱਚ ਪੇਮੈਂਟ ਹੁੰਦੀ ਹੈ, ਤਾਂ ਤੁਸੀਂ ਦੇਖ ਸਕਦੇ ਹੋ ਪ੍ਰਸਾਰਣ। ਇਹ ਕਹਿੰਦੇ ਫ੍ਰੀ ਹੈ, ਇਹ ਵੀ ਲੋਕਾਂ ਨੂੰ ਫਿਰ ਗੁੰਮਰਾਹ ਕਰਨਾ ਚਾਹ ਰਹੇ ਆ। ਉਹਦੀ ਪੇਮੈਂਟ ਜਾਂਦੀ ਆ, ਜਿਹੜੇ ਕੇਬਲ TV ਤੇ ਚੱਲ ਰਹੇ ਆ, ਜਿਹੜਾ ਬਾਕਸ ਨਾਲ ਚੱਲ ਰਹੇ ਆ, ਜਿਸ 'ਚ ਬਾਕੀ ਚੈਨਲ ਇਕੱਠੇ ਚੱਲ ਰਹੇ ਆ, ਉਹਦੇ ਵਿੱਚ ਤੁਹਾਨੂੰ 300 ਰੁਪਏ ਪਰ ਹੈਡ ਦੇ ਰਹੇ ਆ। ਬਾਕੀ ਚੈਨਲਾਂ 'ਤੇ ਆਉਂਦਾ ਹੀ ਕੁਛ ਨਹੀਂ ਗਾ। ਜਿਹੜੇ ਚੈਨਲ ਜਿਹੜੇ PTC ਦੇ ਚੈਨਲ ਕਿੰਨੇ ਹੀ ਹੈਗੇ ਆ, ਔਰ ਜਿਹਦੇ 'ਤੇ ਦਰਬਾਰ ਸਾਹਿਬ ਤੋਂ ਕੀਰਤਨ ਸਰਵਣ ਕਰ ਰਹੇ ਨੇ ਪਬਲਿਕ ਲੋਕ, ਉਹ ਇਹਦੇ 'ਤੇ ਪੇਮੈਂਟ ਕਰ ਰਹੇ ਆ। ਇਹ ਕਹਿੰਦੇ ਨਹੀਂ ਕਰਦੇ। ਉਹਦੇ ਨਾਰਾਇਣਨ ਜੀ ਜਿਹੜੇ ਨੇ ਉਹਦੇ CEO ਐਡਮਨ ਦੇ, ਉਹਨਾਂ ਵੀ ਕਹਿਤਾ, ਉਹ ਕਹਿੰਦੇ ਆ ਦੇਖੋ ਅਸੀਂ ਨਹੀਂ ਲੈ ਰਹੇ। ਤੇ ਲੈ ਕੌਣ ਰਿਹਾ? ਕੇਬਲ ਲੈ ਰਹੀ ਹੈ, ਰੋਕੋ ਉਹਨਾਂ ਨੂੰ, ਹੈ ਕਿ ਨਹੀਂ? ਉਹਦੇ ਵਿੱਚ ਇਹ ਹੋਣਾ ਚਾਹੀਦਾ। ਕੇਬਲ ਦੇ ਵਿੱਚੋਂ ਸ਼ੇਅਰ ਤਾਂ ਹੋਏਗਾ ਹੀ ਨਾ। ਜੈ ਬਿਲਕੁਲ ਸਹੀ ਗੱਲ, ਥੋੜਾ ਹੋ ਸਕਦਾ ਹੋਊਗਾ, ਪੈਸਾ ਤਾਂ ਜਾਂਦਾ। ਉਹ ਸਾਡੇ ਬਜ਼ੁਰਗ ਕਹਿੰਦੇ ਨੇ ਨਾ, ਇੱਕ ਅੰਗਰੇਜ਼ੀ ਦੇ ਵਿੱਚ ਕਹਾਵਤ ਹੈ, ਵੈਨ ਮਨੀ ਸਪੀਕਸ ਟਰੁੱਥ ਕੀਪਸ ਸਾਇਲੈਂਟ। ਜਦੋਂ ਪੈਸਾ ਬੋਲਦਾ ਹੈ, ਸੱਚ ਦੀ ਬੋਲਤੀ ਬੰਦ ਹੋ ਜਾਂਦੀ ਹੈ। ਇਹ ਅੱਜ ਦੀ ਮਾਰਕੀਟ ਹੈ। ਸਹੀ ਗੱਲ, ਅੱਜ ਦੀ ਮਾਰਕੀਟ ਦੇ ਵਿੱਚ ਇਹੀ ਚੱਲਦਾ ਹੈ। ਹੁਣ ਦੇਖੋ ਐਕਸਪਰਟਸ ਤਾਂ ਜੋ ਕਹਿੰਦੇ ਨੇ ਉਹ ਅਸੀਂ ਬਿਆਨ ਕਰ ਦਿੱਤਾ, ਹੁਣ ਲੋਕ ਕੀ ਕਹਿੰਦੇ ਨੇ ਇਹ ਪਤਾ ਲੱਗੂਗਾ 21 ਜੁਲਾਈ ਤੱਕ। ਵੈਸੇ ਗੱਲ ਹੈ ਜਿੱਥੇ ਆ ਕੇ ਰੁਕਦੀ ਹੈ ਕਿ ਟੈਂਡਰ ਪਹਿਲਾਂ ਕਿਉਂ ਜਾਣਗੇ? ਗੁਰਬਾਣੀ ਦੇ ਟੈਂਡਰ ਥੋੜ੍ਹੇ ਜਾਣਗੇ। ਇਹ ਕੋਈ ਬਿਜ਼ਨਸ ਨਹੀਂ ਹੈ ਜਾਂ ਕਿਸੇ ਕੰਪਨੀ ਵੱਲੋਂ ਨਹੀਂ ਹੈਗਾ। ਕੰਪਨੀ, ਇਹ ਟੈਂਡਰ ਦਾ ਜਿਹੜੀ ਟਰਮ ਹੈਗੀ ਇਹ ਕੰਪਨੀਆਂ ਵੱਲੋਂ ਦਿੱਤੀ ਜਾਂਦੀ ਹੈ, ਸੜਕਾਂ ਬਣਾਉਣ ਦੀ ਜੀ ਜਾਂ ਬਾਹਰਲੇ ਲੋਕਾਂ ਤੱਕ ਮਿਲਣ ਦੀ, ਬਿਜ਼ਨਸ ਦੀ ਗੱਲ ਹੈਗੀ ਹੈ। ਗੁਰਬਾਣੀ ਦਾ ਉਪਦੇਸ਼
ਗੁਰਬਾਣੀ ਸਰਵਣ ਕਰਨੀ ਲੋਕਾਂ ਲਈ ਫ੍ਰੀ ਹੋਣੀ ਚਾਹੀਦੀ ਹੈ। ਔਰ ਇਹਦੇ ਵਿੱਚ ਇੱਕ ਬਜ਼ੁਰਗ ਸੀਗੇ, ਉਹਨਾਂ ਨੇ ਕਿਹਾ ਕਿ ਮੈਂ ਬਾਹਰ ਸੀਗਾ, ਆਫੀਸਰ ਸੀਗਾ, ਤਾਂ ਕਹਿੰਦੇ ਜਦੋਂ ਗੁਰਬਾਣੀ ਅਸੀਂ ਚਲਾਉਂਦੇ ਸੀ, ਮੇਰੀ ਵਾਈਫ ਅਤੇ ਅਸੀਂ ਬਹਿ ਕੇ ਬੱਚੇ ਗੁਰਬਾਣੀ ਦਾ ਸਰਵਣ ਕਰਦੇ ਸੀਗੇ, ਸਵੇਰੇ ਸ਼ਾਮ ਤੇ ਹੁਕਮਨਾਮਾ ਦਾ ਸਰਵਣ ਕਰਦੇ ਸੀ ਅਸੀਂ। ਤਾਂ ਕਹਿੰਦਾ ਉਦੋਂ ਬਾਅਦ ਅਸੀਂ ਨੇੜੇ ਸੀਗੇ, ਗੁਆਂਢੇ ਸੀ ਕਿ ਵੀ ਇਹਨਾਂ ਨੂੰ ਨਾ ਹੋਵੇ, ਡਿਸਟਰਬ ਨਾ ਹੋਣਾ, ਅਸੀਂ ਬੂਹਾ ਬੰਦ ਕਰ ਦਿੰਦੇ ਸੀ। ਉਹ ਆ ਕੇ ਸਾਡੇ ਕੋਲ ਆਂਦਾ ਨਾਰਾਜ਼ ਹੋ ਕੇ ਕਹਿੰਦੇ ਗੁਰਬਾਣੀ ਤੁਸੀਂ ਨਹੀਂ ਸੁਣਨੀ ਇਕੱਲਿਆਂ ਨੇ, ਗੁਰੂ ਗ੍ਰੰਥ ਸਾਹਿਬ ਔਰ ਗੁਰੂ ਨਾਨਕ ਦੇਵ ਜੀ ਤੁਹਾਡੇ ਇਕੱਲਿਆਂ ਦੇ ਗੁਰੂ ਨੇ, ਸਾਡੇ ਵੀ ਹੈ, ਸਰਬੱਤ ਦਾ ਭਲਾ ਮੰਗਦੇ, ਸਾਰਿਆਂ ਦੇ ਗੁਰੂ ਨੇ, ਉਹਨਾਂ ਦਾ ਉਪਦੇਸ਼ ਅਸੀਂ ਵੀ ਸੁਣਨਾ, ਤੁਸੀਂ ਇਹਨੂੰ ਦਰਵਾਜ਼ਾ ਕਿਉਂ ਬੰਦ ਕਰ ਦਿਓ। ਔਰ ਇਸ ਲਈ ਆਹੀ ਅਕੀਦਾ, ਇਹੀ ਜੋ ਸਿੱਟਾ ਹੈਗਾ ਕਿ ਜੇ ਭਗਵੰਤ ਮਾਨ ਨੇ ਕਹਤਾ ਕਿ ਸਾਰੇ ਪ੍ਰਸਾਰਣ ਕਰਨਗੇ, ਸਾਰੇ ਲੋਕਾਂ ਤੱਕ ਜਾਵੇ, ਇਹ ਹੁਣ ਇੱਕ ਕਮਿਊਨਿਟੀ ਤੱਕ ਨਹੀਂ ਇਹਨਾਂ ਨੂੰ ਨੈਰੋਲੀ ਦੇਖਣਾ ਚਾਹੀਦਾ। ਇਹ 'ਚ ਮੁਸਲਮਾਨ ਵੀ ਗੁਰਬਾਣੀ ਸੁਣਦੇ ਆ ਔਰ ਕੁਰਾਨ ਦੀ ਪੂਜਾ ਵੀ ਕਰਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਦੇ ਆ, ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੂੰ ਮੰਨਦੇ ਆ। ਉਹ 'ਚ ਸਿੰਧੀ ਵੀ ਹੈਗੇ, ਬਲੋਚ ਹੈਗੇ ਆ, ਸਾਰੇ ਦੇਸ਼ਾਂ 'ਚ ਲੋਕ ਬੈਠੇ ਨੇ ਗੁਰਬਾਣੀ। ਔਰ ਬਰਾਕ ਓਬਾਮਾ ਜੀ ਤੇ ਗੁਰਬਾਣੀ ਦਾ ਉਪਦੇਸ਼ ਜਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵਾਈਟ ਹਾਊਸ 'ਚ ਕਰਦੇ ਰਹੇ ਆ, ਸਾਰੀ ਲੋਕਾਂ ਨੂੰ ਪਤਾ ਹੈਗਾ। ਔਰ ਇਹ ਗੱਲ ਜਿਹੜੀ ਹੈਗੀ ਆ, ਮਹਾਰਾਜਾ ਰਣਜੀਤ ਸਿੰਘ ਜਦੋਂ ਕਿਸੇ ਦੇ ਯੁੱਧ ਜਾਂਦੇ ਸੀ, ਕੁਛ ਪਹਿਲਾਂ ਉਪਾਸਨਾ ਕਰਕੇ, ਸਤਿਕਾਰ ਕਰਕੇ, ਹੁਕਮਨਾਮਾ ਲੈ ਕੇ ਫਿਰ ਚੜ੍ਹਾਈ ਕਰਦੇ ਸੀ। ਇਹ ਚੀਜ਼ਾਂ ਰਹੀਆਂ ਸ਼ੁਰੂ ਤੋਂ ਹੀ। ਔਰ ਇਹਨੂੰ ਕਿਉਂ ਨੈਰੋਲੀ, ਕਿਉਂ ਇਹਨੂੰ ਤੰਗ ਦਿਲੀ ਨਾਲ ਦੇਖਿਆ ਜਾ ਰਿਹਾ? ਇਹਨਾਂ ਦੇ ਉਪਦੇਸ਼ ਨੂੰ ਜਿਹੜਾ ਲੋਕਾਂ ਤੱਕ ਪਹੁੰਚਾਉਣ ਲਈ ਖੁੱਲ੍ਹੇਆਮ ਔਰ ਦਰਿਆ ਦਿਲੀ ਨਾਲ ਚੱਲਣਾ ਚਾਹੀਦਾ। ਹਾਂ, ਦੇਖੋ ਜਿੱਡਾ ਵੱਡਾ ਅਹੁਦਾ ਹੋਵੇ ਓਡੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਵੱਧ ਤਾਕਤ ਦੇ ਨਾਲ ਵੱਧ ਜ਼ਿੰਮੇਵਾਰੀ ਆਉਂਦੀ ਹੈ। ਸੀਐਮ ਮਾਨ ਦੇ ਉੱਤੇ ਕਿੰਨੀ ਜ਼ਿੰਮੇਵਾਰੀ ਹੈ, ਕਿਤੇ ਉਹਨਾਂ ਨੂੰ ਇਹ ਮਸਲਾ, ਕਿਤੇ ਉਹਨਾਂ ਨੂੰ ਗਵਰਨਰ ਸਾਹਿਬ ਨਾਲ ਮਸਲਾ। ਸੁਣਦੇ ਵੀ ਹੈ ਕਿ ਨਹੀਂ? ਫਿਲਮ ਦੇਖਣ ਵੀ ਗਏ ਨੇ ਆਪਣੇ ਪਰਿਵਾਰ ਦੇ ਨਾਲ, ਗਏ, ਯੋਗਾ ਵੀ ਕੀਤਾ ਨਾ, ਇੰਜੋਇਮੈਂਟ ਵੀ ਹੋਣੀ ਚਾਹੀਦੀ ਹੈ। ਪਰ 5:30 ਉੱਠ ਖਲੋਤੇ ਹੋ। ਅੱਛਾ ਜੀ। ਤੇ ਨਾਲ ਹੁਣ ਦੇਖੋ ਬਿਜਲੀ ਦੀ ਕਿੱਲਤ, ਇਹ ਵੀ ਮਸਲਾ ਹੈ ਜੀ। ਹੁਣ ਬਿਜਲੀ ਦੀ ਕਿੱਲਤ ਹੋ ਗਈ, ਉਹ ਪੂਰੀ ਕਰਨ ਵਾਸਤੇ ਕਰਨਾ ਕੀ ਹੈ? ਕਹਿੰਦੇ ਕਿ ਜੀ ਥਰਮਲ ਪਲਾਂਟ ਖਰੀਦ ਲੈਂਦੇ ਹਾਂ ਅਸੀਂ, ਪ੍ਰਾਈਵੇਟਲੀ ਖਰੀਦ ਲੈਂਦੇ ਹਾਂ, ਸਾਨੂੰ ਸੈਂਟਰਲ ਪੂਲ 'ਚੋਂ ਬਿਜਲੀ ਨਹੀਂ ਮਿਲਦੀ ਪਈ, ਆਪਣੀ ਸਾਰੀ ਪੂਰੀ ਪੈਂਦੀ ਨਹੀਂ ਪਈ, ਤੇ ਹੁਣ ਕੁਝ ਨਾ ਕੁਝ ਤੇ ਕਰਨਾ ਹੀ ਹੈ। ਹੁਣ ਨਵਾਂ ਕੰਮ ਕਰਨ ਲੱਗੇ ਨੇ, ਪ੍ਰਾਈਵੇਟ ਥਰਮਲ ਪਲਾਂਟ ਖਰੀਦੇਗੀ ਪੰਜਾਬ ਸਰਕਾਰ ਬਿਜਲੀ ਦੀ ਕਿੱਲਤ ਨੂੰ ਪੂਰੀ ਕਰਨ ਵਾਸਤੇ। ਗੁੱਡ। ਵੈਸੇ ਤਾਂ ਜਦੋਂ ਬਾਦਲ ਸਰਕਾਰ ਸੀਗੀ, ਜਿਹੜਾ ਬਠਿੰਡੇ ਦਾ ਸੀ ਥਰਮਲ ਪਲਾਂਟ, ਉਹ ਵੈਸੇ ਇਹਨਾਂ ਨੇ ਉਹਦੀ ਕੁਰਕੀ ਕਰਤੀ, ਉਹਨੂੰ ਬੰਦ ਹੀ ਕਰ ਦਿੱਤਾ। ਉਹਦੇ ਵਿੱਚ ਜਿਹੜਾ ਬਣਦਾ ਸੀ ਸਾਰਾ ਕੁਝ ਨਹੀਂ ਬਿਜਲੀ ਬਣ ਸਕੀ। ਦੂਸਰਾ ਜਿਹੜਾ ਹੈਗਾ ਲਹਿਰਾ ਮੁਹੱਬਤ, ਉਹ ਚੱਲਦਾ ਸੀਗਾ, ਉਹਦੇ ਵਿੱਚ ਲਹਿਰਾ ਮੁਹੱਬਤ ਵੀ ਮਾਲਵੇ ਦੇ ਵਿੱਚ ਹੀ ਆ, ਉਹ 'ਚੋਂ ਬਿਜਲੀ ਪੈਦਾ ਹੁੰਦੀ ਸੀ। ਫਿਰ ਭਾਖੜਾ ਡੈਮ ਤਾਂ ਸਾਨੂੰ ਆਉਂਦੇ ਹੀ ਆ, ਹੈ ਨਾ, ਉਹਦੇ ਤੋਂ ਬਿਜਲੀ ਪੈਦਾ ਹੋ ਕੇ ਆਉਂਦੀ, ਪਰ ਉਹਦੇ 'ਚ ਕੰਪਨੀਆਂ ਇਨਵੋਲਵ ਹੋ ਗਈਆਂ। ਹੁਣ ਗੋਇੰਦਵਾਲ ਸਾਹਿਬ ਦੇ ਵਿੱਚ ਇੱਕ ਥਰਮਲ ਪਲਾਂਟ ਹੈਗਾ, ਉਹਨੂੰ ਖਰੀਦਣ ਦੀ ਇਹਨਾਂ ਦੀ ਜਿਹੜੀ ਪੈਰਵਾਈ ਹੈਗੀ ਆ, ਐਸ ਮਾਨ ਸਰਕਾਰ ਦੀ, ਇਹ ਚਾਹੁੰਦੇ ਕਿ ਅਸੀਂ ਉਹਨੂੰ ਖਰੀਦ ਲਈਏ, ਜਿਹੜੀ ਬਣ ਰਹੀ ਬਿਜਲੀ ਆ ਉਹਨੂੰ ਹੋਰ ਬਣਾਈਏ। ਔਰ ਜਿਹੜਾ ਕੋਇਲਾ ਸੀਗਾ ਉਹ ਝਾਰਖੰਡ ਤੋਂ ਤੇ ਬਿਹਾਰ ਤੋਂ ਜਾ ਕੇ ਇਹਨਾਂ ਨੇ ਖੁਦ ਉੱਥੇ ਗਏ, ਕੋਲਾ ਆਉਣ ਲਈ ਜਿਹੜੀਆਂ ਮਾਲ ਟ੍ਰੇਨ ਨੇ, ਗੱਡੀਆਂ ਸੀਗੀਆਂ, ਉਹਨਾਂ ਨੂੰ ਇਹਨਾਂ ਨੇ ਆਪ ਕੰਟੈਕਟ ਕੀਤਾ, ਪੰਜਾਬ ਨੂੰ ਕੋਲਾ ਮੁਹੱਈਆ ਕਰਨ ਲਈ, ਕੋਲੇ ਤੋਂ ਬਿਜਲੀ ਬਣੇਗੀ, ਉਹ ਸਾਰਾ ਮੁਹੱਈਆ ਕਰਨ ਲਈ ਇਹਨਾਂ ਨੇ ਉਹ ਗੱਲ ਕੀਤੀ ਹੈ। ਔਰ ਇਸ ਵੇਲੇ ਇਹਨਾਂ ਨੇ ਕਿਹਾ ਸੀ ਕਿ 1000 ਕਿਲੋਵਾਟ ਇਹਨਾਂ ਨੇ ਮੈਗਾਵਾਟ ਸੈਂਟਰ ਕੋ ਮੰਗੀ ਸੀ, ਪਰ ਉਹ ਇਹਨਾਂ ਨੂੰ ਨਹੀਂ ਮਿਲੀ। ਪਰ ਹੁਣ ਖੁਦ ਆਪ ਕਰ ਰਹੇ ਆ, ਇਹਨਾਂ ਨੇ ਉਹ ਮਤੇ 'ਚ ਪਾਸ ਕਰ ਲਿਆ। ਜਿਸ ਤਰ੍ਹਾਂ ਆਪਾਂ ਪਹਿਲੇ ਮਤੇ ਦੀ ਗੱਲ ਕੀਤੀ, ਆਪਾਂ ਇਹ ਭੁੱਲ ਗਏ ਸੀ ਕਿ ਬਿਜਲੀ ਦਾ ਮਸਲਾ ਜਿਹੜਾ ਇਸ ਵੇਲੇ ਬਹੁਤ ਵੱਡਾ ਮਸਲਾ ਸੀਗਾ, ਕਿਉਂਕਿ ਗਰਮੀ ਹੈ, ਗਰਮੀ ਵਿੱਚ ਕੱਟ ਵੀ ਬਹੁਤ ਵੱਡੇ ਲੱਗਦੇ। ਬਲਕਾਰ ਜੀ, ਬਿਜਲੀ ਹੋਏਗੀ ਤਾਂ ਸਾਡਾ ਸਟੂਡੀਓ ਚੱਲੂਗਾ। ਬਿਲਕੁਲ ਸਹੀ। ਔਰ ਸਾਡੇ ਸਟੂਡੀਓ ਦੀਆਂ ਸਾਰੀਆਂ ਖਬਰਾਂ ਸਭ ਦੁਨੀਆ 'ਚ ਪਹੁੰਚਣਗੀਆਂ। ਬਿਜਲੀ ਦਾ ਬੇਸ ਹੈ, ਬਿਜਲੀ ਦੇ ਬਿਨਾਂ ਤਾਂ ਸਰਵਾਈਵਲ ਹੀ ਨਹੀਂ ਹੋਗਾ। ਬਿਜਲੀ ਤੇ ਪਾਣੀ, ਇਹ ਦੋ ਚੀਜ਼ਾਂ ਜਿਹੜੀਆਂ ਬੰਦੇ ਦੇ ਜੀਉਣ ਲਈ ਹੈਗੀਆਂ। ਨਾ ਤਾਂ ਲੋਕ ਹੁਣ ਬੋੜਾਂ ਥੱਲੇ ਬਹਿੰਦੇ ਆ, ਨਾ ਕਿੱਕਰਾਂ ਥੱਲੇ ਬਹਿੰਦੇ, ਨਾ ਤੂਤਾਂ ਦੀ ਛਾਵਾਂ 'ਚ ਬਹਿੰਦੇ ਆ, ਹੈ ਹੀ ਨਹੀਂ, ਦਰਖਤ ਹੀ ਨਹੀਂ ਹੈਗੇ। ਤੂਤਾਂ ਵਾਲਾ ਖੂਹ ਹੀ ਹੈਗਾ ਹੁਣ, ਹੈ ਨਾ, ਉਹਦੇ ਵਿੱਚ ਹੈਗਾ, ਬੇਰੀਆਂ ਵੀ ਹੈ ਨਹੀਂ, ਹੈ ਨਾ, ਉਹਦੇ ਸਾਰਾ ਕੁਝ ਖਤਮ ਹੋ ਗਿਆ। ਤਾਂ ਫਿਰ ਇਸ ਕਰਕੇ ਬਿਜਲੀ 'ਤੇ ਡਿਪੈਂਡੈਂਟ ਅਸੀਂ। ਹੁਣ ਅੱਗੇ ਅਸੀਂ ਨਹਿਰ ਦੇ ਪਾਣੀ, ਠੰਡੇ ਪਾਣੀ 'ਚ ਅਸੀਂ ਮੱਝਾਂ ਨਹਾਉਂਦੇ ਸੀ, ਆਪ ਨਹਾਉਂਦੇ ਸੀ, ਸਾਰਾ ਕੁਝ ਸੀਗਾ। ਹੁਣ ਸਵਿਮਿੰਗ ਪੂਲ ਆ ਗਏ, ਹੈ ਨਾ, ਉਹਦੇ 'ਚ ਅਸੀਂ ਇੱਦਾਂ ਦੇ ਪੂਲ ਬਣਾ ਕੇ ਰੱਖ ਲਿਆ। ਹਾਂ, ਫਿਰ ਉਹਦੇ 'ਚ ਤੈਰਾਕੀ ਜਿਹੜੇ ਬੱਚੇ ਉਹਦੇ 'ਚ ਜਾਂਦੇ ਆ। ਫਿਰ ਅਸੀਂ ਫਰਿੱਜ ਆ ਸਾਡੇ ਕੋਲ, ਉਹਦੇ 'ਚ ਹੀ ਸਾਡੇ ਕੋਲ ਜਿਹੜੀਆਂ ਆਈਸਕ੍ਰੀਮਾਂ ਜੰਮਦੀਆਂ, ਉਹਦੇ 'ਚ ਖੀਰਾਂ ਠੰਡੀਆਂ ਹੁੰਦੀਆਂ, ਉਹਦੇ ਵਿੱਚ ਦੁੱਧ ਰੱਖਦੇ ਆ, ਉਹਦੇ ਵਿੱਚ ਮਲਾਈਆਂ ਹੁੰਦੀਆਂ। ਜਦੋਂ ਅਸੀਂ ਏਸੀ ਚਲਾਉਂਦੇ ਆ, ਅਸੀਂ ਆਪ ਵੀ ਫਰਿੱਜ 'ਚ ਹੀ ਬੈਠੇ ਹਾਂ। ਫਰਿੱਜ 'ਚ ਇਸ ਵਕਤ ਸਟੂਡੀਓ 'ਚ ਏਸੀ ਚੱਲਦਾ ਪਿਆ, ਅਸੀਂ ਦੋਵੇਂ ਫਰਿੱਜ 'ਚ ਹੀ ਬੈਠੇ ਹੋਏ ਆ। ਖੁੱਲਾ ਫਰਿੱਜ, ਸਾਡੀ ਸਾਰੀ ਟੀਮ ਵੀ ਫਰਿੱਜ 'ਚ ਹੀ ਬੈਠੀ ਹੋਈ ਹੈ। ਹਿਊਮਨ ਫਰਿੱਜ ਹੋ ਗਿਆ। ਉਹ ਜਿਹੜੀਆਂ ਵਸਤਾਂ ਜਿਹੜੀਆਂ ਖਾਂਦੇ ਪੀਂਦੇ ਉਹਨਾਂ ਲਈ ਹੈਗੀ ਆ। ਆਟਾ ਵੀ ਉਹਦੇ 'ਚ ਪਾਉਂਦੇ ਆ ਕਿ ਮਾਮਾ ਉਸ ਵੇਲੇ ਫਰੈਸ਼ ਜਿਹੜਾ ਆਟਾ ਉਹ ਗੁੰਨਦੀ ਸੀ, ਉਹਨੂੰ ਆਟੇ ਨੂੰ ਮੁੱਕੀ ਦੇ ਕੇ ਫਿਰ ਤਾਜ਼ੀਆਂ ਰੋਟੀਆਂ ਬਣਾਉਂਦੀਆਂ। ਹੁਣ ਇੱਕ ਵਾਰੀ ਗੁੰਨ ਲਿਆ, ਸਵੇਰੇ ਗੁੰਨ ਲਿਆ, ਤਕਾਲਾਂ ਤੱਕ ਆਟਾ ਉਹੀ ਚਲੀ ਜਾਣਾ। ਸਬਜ਼ੀਆਂ ਇੱਕ ਵਾਰੀ ਵਾਲਾ ਦਿੱਤਾ ਕੇ ਕਰਕੇ ਫਿਰ ਉਹ ਫਰਿੱਜ ਚਲਾਤੀਆਂ, ਉਹਦੇ ਬਾਅਦ ਕੱਢੀਆਂ, ਉਬਾਲਾ ਦਿੱਤਾ ਤੇ ਖਾਓ। ਇਹ ਗੱਲਾਂ ਆ ਗਈਆਂ ਹੁਣ। ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਬਿਜਲੀ ਦੀ ਕਿੱਲਤ ਪੂਰੀ ਕਰਨ, ਤਾਂ ਕਿ ਫਰਿੱਜ ਚੱਲਦੇ ਰਹਿਣ। ਫਰਿੱਜ ਚੱਲਦੇ ਰਹਿਣ। ਪਰ ਇਹਨਾਂ ਨੇ ਬਿਜਲੀ ਫ੍ਰੀ ਦੇਣ ਦਾ ਵੀ ਜਿਹੜਾ ਇੱਕ ਪੈਮਾਨਾ ਬਣਾਉਂਦਾ ਸੀ, ਉਹ ਕਰ ਦਿੱਤਾ ਸੀ। ਉਹਦੇ ਵਿੱਚ ਥੋੜ੍ਹਾ ਜਿਹਾ ਕਾਬਲਤਾ ਹੋਇਆ ਕਿ ਲੋਕ ਮਿਸਯੂਜ਼ ਕਰ ਰਹੇ, ਉਹਦਾ ਵਾਧੂ ਬਿਜਲੀ ਵਰਤ ਰਹੇ ਆ।
ਘੱਟ ਨਹੀਂ ਵਰਤ ਰਹੇ, 600 ਯੂਨਿਟ ਪੂਰਾ ਕਰ ਰਹੇ ਆ ਹਰ ਬੰਦਾ ਹੀ। ਜਿਹੜੇ 2 ਬੱਚੇ ਆ ਜਾਂ 4 ਬੱਚੇ ਆ, ਉਹ ਚਾਹੁੰਦੇ ਚੱਲਣ ਦਿਓ, ਕੋਈ ਗੱਲ ਨਹੀਂ, ਕੰਪਿਊਟਰ ਵੀ ਚਲਾਈ ਜਾਓ, ਏਸੀ ਵੀ ਚਲਾ ਦਿਓ, ਕੋਈ ਗੱਲ ਨਹੀਂ, ਖਾਲੀ ਤਾਂ ਹੈਗਾ, ਵਿਹਲਾ ਤਾਂ ਹੈਗਾ। ਇਹ ਗੱਲਾਂ ਹੈਗੀਆਂ। ਜੇ ਬਾਥਰੂਮ ਦੀ ਲਾਈਟ ਜਗਦੀ ਹੈ ਤਾਂ ਚੱਲਣ ਦਿਓ, ਕੋਈ ਗੱਲ ਨਹੀਂ, 600 ਯੂਨਿਟ ਧੋ ਲੈਣ ਦਾ, ਫਿਰ ਬੰਦ ਕਰ ਦਾਂਗੇ। ਇਹ ਗੱਲ ਹੈ। ਇਹੀ ਤਾਂ ਸਿਆਣਪ ਚਾਹੀਦੀ ਹੈ ਨਾ। ਇਸੇ ਕਰਕੇ ਤੇ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕਿ ਥਾਂ ਥਾਂ ਤੇ ਜਾ ਕੇ ਗੁਰਬਾਣੀ ਦੀ ਸਿੱਖਿਆ ਦੇਵੋ, ਬੰਦੇ ਨੂੰ ਅਕਲ ਆਵੇ ਹਾਂ, ਇਹ ਗੱਲ ਕਿ ਜੇ ਫ੍ਰੀ ਚੀਜ਼ ਮਿਲਦੀ ਪਈ ਉਹ ਵੇਸਟ ਥੋੜਾ ਕਰਨੀ ਆ। ਸਿਆਣੇ ਕਹਿੰਦੇ ਨੇ ਕਿ ਜੇ ਨਦੀ ਦੇ ਕਿਨਾਰੇ ਵੀ ਬੈਠੇ ਹੋਵੋ ਤਾਂ ਵੀ ਪਾਣੀ ਵੇਸਟ ਨਹੀਂ ਕਰਨਾ। ਇੰਨੀ ਅਕਲ ਚਾਹੀਦੀ ਹੈ ਬੰਦੇ ਨੂੰ। ਚਲੋ ਉਧਰ ਬੀਬੀਆਂ ਵੀ ਬੈਂਕ ਅਕਾਊਂਟ ਖੁਲਵਾ ਕੇ ਤਿਆਰ ਬੈਠੀਆਂ ਨੇ। ਹਜ਼ਾਰ ਰੁਪਈਆ ਸਾਨੂੰ ਕਦੋਂ ਦੇਣਾ ਪੰਜਾਬ ਸਰਕਾਰ ਨੇ। ਬਿਲਕੁਲ ਆ ਮੁਫਤ ਬਿਜਲੀ ਦੇ ਕੇ ਹੀ ਪੰਗਾ ਪਾਈ ਫਿਰਦੇ ਨੇ ਤੇ ਅੱਗੇ ਪਤਾ ਨਹੀਂ ਕਿੱਦਾਂ ਨਜਿੱਠਣੇ ਨੇ ਸਾਰੇ ਪੰਗੇ। ਚਲੋ ਆਪਾਂ ਅੱਗੇ ਚੱਲੀਏ ਜੀ। ਬਹੁਤ ਹੀ ਪੰਗੇ ਨੇ ਜੀ ਸਾਡੇ ਕੋਲ। ਹੁਣ ਦੇਖੋ, ਇਹ ਸਾਡੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ, ਉਹਨਾਂ ਦਾ ਵੀ ਪੰਗਾ। ਹੁਣ ਉਹ ਰਿਸ਼ਵਤ ਦਾ ਕੇਸ। ਆਓ ਜੀ, ਦੱਸੋ ਜੀ, ਖਰਚੇ ਕਿੱਥੇ ਕੀਤੇ ਜੀ? ਉਹ ਸਪੋਰਟਸ ਦੀਆਂ ਕਿੱਟਾਂ ਦਾ ਕੀ ਬਣਿਆ ਜੀ? ਉਹ ਤੁਹਾਡੇ ਜਿਹੜੇ ਭਤੀਜੇ ਦੇ ਜਾਂ ਭਾਂਜੇ ਦੇ ਉਹ ਕਰੋੜਾਂ ਦੀ ਜਿਹੜੀ ਉਹਦੇ ਕੋਲੋਂ ਬਰਾਮਦਗੀ ਹੋਈ ਹੈ, ਉਹਦਾ ਕੀ ਬਣਿਆ ਜੀ? ਇਹ ਤਮਾਮ ਗੱਲਾਂ ਨੂੰ ਲੈ ਕੇ ਨਾ ਹੁਣ ਘੇਰੇ ਹੋਏ ਨੇ ਇਹਨਾਂ ਨੇ ਚੰਨੀ ਸਾਹਿਬ ਵੀ। ਸੋ ਦੱਸੋ ਫਿਰ ਇਹ ਕੀ ਕਹਿੰਦੇ ਨੇ? ਵੈਸੇ ਇਹ ਮਾਮਲਾ ਪਹਿਲਾਂ ਬੜਾ ਸਿਖਰਾਂ ਤੇ ਪਹੁੰਚ ਗਿਆ ਸੀਗਾ। ਭਗਵੰਤ ਮਾਨ ਜੀ ਖੁਦ ਆ ਕੇ ਟਵਿੱਟਰ ਤੇ ਫੇਸਬੁੱਕ ਤੇ ਕਹਿ ਰਹੇ ਸੀਗੇ ਕਿ ਉਹਨਾਂ ਦਾ ਜਿਹੜਾ ਭਾਣਜਾ ਵਾ ਉਹਨੇ ਪੈਸਾ ਮੰਗਿਆ ਵਾ 2 ਕਰੋੜ, ਔਰ ਕਿਸੇ ਖਿਡਾਰੀ ਕੋਲ, ਕ੍ਰਿਕਟ ਦਾ ਖਿਡਾਰੀ ਆ, ਉਹਨੂੰ ਜੌਬ ਦੇਣ ਲਈ। ਜਦੋਂ ਇਹਨਾਂ ਨੇ ਕਿਹਾ ਵੀ ਉਹ ਮੇਰੇ ਭਾਣਜੇ ਨਾਲ ਗੱਲ ਕਰਨ, ਉਹਨਾਂ ਨੇ ਕਿਹਾ ਤੇ ਉਹ ਉੱਥੇ ਪਹੁੰਚ ਗਿਆ। ਔਰ ਉਹਨੂੰ ਜਦੋਂ ਉਹ ਇਹਨਾਂ ਦੇ ਭਾਣਜੇ ਨਾਲ ਗੱਲ ਕੀਤੀ ਤਾਂ ਉਹਨੇ ਕਹਿਤਾ ਵੀ 2 ਲੱਗੂਗਾ। ਹੁਣ ਇਹ ਪਤਾ ਨਹੀਂ ਵੀ 2 ਲੱਖ ਸੀ ਜਾਂ 2 ਕਰੋੜ ਸੀਗਾ, ਉਹਨਾਂ ਨੇ ਬਣਾ ਲਿਆ। 2 ਰੁਪਏ ਸੀ, 2 ਰੁਪਏ ਸੀ, 2 ਤਾਂ ਉਹਨੇ ਕਹਿਤਾ। ਹੁਣ 2 ਦੇ ਵਿੱਚ 2 ਚੀਜ਼ ਗੱਲ ਪਹੁੰਚਦੀ ਦੂਰ ਤੱਕ ਪਹੁੰਚ ਗਈ। ਔਰ ਉਹ ਚੰਨੀ ਸਾਹਿਬ ਕੋਲ ਜਦੋਂ ਗਈ ਆ, ਚੰਨੀ ਸਾਹਿਬ ਤਾਂ ਮੁੱਕਰ ਗਏ ਵੀ ਸਾਨੂੰ ਤਾਂ ਇਹਦੇ ਨਾਲ ਮਤਲਬ ਕੋਈ ਨਹੀਂ, ਅਸੀਂ ਤਾਂ ਕੀਤਾ ਹੀ ਨਹੀਂ ਕੋਈ। ਜੇ ਮੈਂ ਨੌਕਰੀਆਂ ਦਿੱਤੀਆਂ ਸਿੱਧੀਆਂ ਦਿੱਤੀਆਂ, ਕਿਸੇ ਨੂੰ ਕਹਿ ਕੇ ਨਹੀਂ ਦਿੱਤੀਆਂ, ਉਹਦੇ ਵਿੱਚ ਹੈਗਾ। ਜਦ ਦੂਜੇ ਪਾਸੇ ਜਿਹੜੀ ਆ ਉਹਨਾਂ ਨੇ ਭਗਵੰਤ ਮਾਨ ਨੇ ਹੋਰ ਲਕੂਨਾ ਫੜ ਲਿਆ। ਉਹਨਾਂ ਕਹਿਤਾ ਕਿ ਜਿਹੜਾ ਤੁਹਾਡਾ ਭਾਣਜਾ ਸੀ ਉਹਦੇ ਕੋਲ ਸਿਕਿਉਰਿਟੀ ਕਿੱਦਾਂ ਆ ਗਈ, ਉਹਦੇ ਪਿੱਛੇ ਗੱਡੀਆਂ ਜਿਪਸੀ ਕਿੱਥੋਂ ਚੱਲ ਰਹੀਆਂ ਸੀ, ਉਹਨੂੰ ਕੀ ਉਪਾਧੀ ਦਿੱਤੀ ਸੀ, ਉਹ ਪੈਸਾ ਕਿਉਂ ਖਰਚਾਇਆ ਗਿਆ, ਕੌਣ ਹੈ ਉਹ, ਕੌਣ ਆ ਉਹਦੇ 'ਚ? ਉਹ ਕਹਿੰਦੇ ਜੇ ਮੈਂ ਸਿਕਿਉਰਿਟੀ ਵਿਡਰਾ ਕਰਦਾ ਤਾਂ ਫਿਰ ਰੌਲਾ ਪਾ ਦਿੰਦੇ ਵੀ ਵਿਡਰਾ ਕਰ ਲਈ ਆ। ਫਿਰ ਉਹ ਜੇ ਸਿਕਿਉਰਿਟੀ ਹੁੰਦੀ ਆ ਤਾਂ ਨਾਲ ਲੈ ਕੇ ਨਹੀਂ ਜਾਂਦੇ, ਸਿਕਿਉਰਿਟੀ ਵਾਲੇ ਆਪਣੇ ਕੰਮ ਕਰਦੇ ਆ। ਭਗਵੰਤ ਮਾਨ ਨੂੰ ਪੁੱਛਿਆ ਸੀ ਲੋਕਾਂ ਨੇ ਕਿ ਜਿਹੜਾ ਤੁਸੀਂ ਇਹ ਸਿਕਿਉਰਿਟੀ ਦਿੰਦੇ ਜੇ ਵਿਡਰਾ ਕਰ ਲਈ, ਉਹ ਕਿਉਂ ਕਿਆ ਕਰ ਰਹੇ ਜੇ? ਉਹ ਕਹਿੰਦਾ ਜੀ ਮੈਂ ਇਸ ਕਰਕੇ ਕਰ ਰਹੀ ਹਾਂ। ਉਹਨਾਂ ਨੇ ਸਿੱਧਾ ਜਵਾਬ ਦਿੱਤਾ, ਜਿਹੜੇ ਸਿਕਿਉਰਿਟੀ ਮੈਨ ਨੇ, ਸਿਕਿਉਰਿਟੀ ਵਾਲੇ, ਉਹਨਾਂ ਕੋਲ ਨਿੱਜੀ ਕੰਮ ਕਰਵਾ ਰਹੇ ਘਰਾਂ 'ਚ। ਉਹਨਾਂ ਨੂੰ ਸਿਕਿਉਰਿਟੀ ਵੱਲੋਂ ਕਹਿੰਦੇ ਤੁਹਾਨੂੰ ਵਿਹਲੇ ਜੇ, ਚਲੋ ਘਰ ਜਾ ਕੇ ਮਕਾਨ ਬਣ ਰਿਹਾ, ਉਹਨੂੰ ਉਹਦੇ 'ਚ ਹੈਲਪ ਕਰੋ, ਚਲੋ ਇੱਟਾਂ ਆਉਣ ਵਾਲੀਆਂ ਉਹ ਕਰੋ, ਸੀਮੈਂਟ ਆਉਣ ਵਾਲਾ ਉਹ ਲਿਆਓ, ਚਲੋ ਗੱਡੀ ਲੈ ਕੇ ਉੱਥੋਂ ਤੱਕ ਦੁੱਧ ਲੈ ਕੇ ਆਓ, ਆ ਗੰਢੇ ਤੇ ਸਬਜ਼ੀ ਲਾਉਣ ਵਾਲੀ, ਜਾਂਦਾ ਸਬਜ਼ੀਆਂ ਵੰਡਣ 'ਚ ਲੱਗੇ ਸੀ, ਇਸ ਕਰਕੇ ਮੈਂ ਕੱਟ ਕੀਤੀ ਹੈ। ਦੂਜੇ ਪਾਸੇ ਜਿਹੜੀ ਆਪੋਜੀਸ਼ਨ ਕਹਿੰਦੀ ਆ, ਉਹ ਵੀ ਆਪੋਜੀਸ਼ਨ ਕੱਢ ਨਹੀਂ ਆਉਂਦੇ। ਫਿਰ ਜਿਹੜੀ ਤੁਹਾਡੀ ਭੈਣ ਨਾਲ ਸਿਕਿਉਰਿਟੀ ਦਿੱਤੀ ਆ ਅਤੇ ਤੁਹਾਡੀ ਮਦਰ ਨਾਲ ਹੈਗੀ ਆ, ਸਿਸਟਰ ਨਾਲ, ਉਹ ਸਿਕਿਉਰਿਟੀ ਕਿੱਥੋਂ ਆ ਗਈ, ਉਹ ਕਿਉਂ ਦਿੱਤੀ ਆ? ਉੱਥੇ ਫਿਰੇ ਲਾਜਵਾਬ ਹੋ ਗਏ। ਉੱਥੇ ਇਹਨਾਂ ਨੂੰ ਇਹ ਵੀ ਹੈ, ਕਈ ਜਗ੍ਹਾ 'ਤੇ ਇਹ ਵੀ ਝੂਠੇ ਆ, ਕਈ ਜਗ੍ਹਾ 'ਤੇ ਜਿਹੜੇ ਸਿਆਸੀ ਨੇਤਾ ਵੀ ਝੂਠੇ ਆ, ਕਿਉਂਕਿ ਨਿੱਜੀ ਜਿਹੜਾ ਖਤਰਾ ਹੈ ਇਹ ਆਪ ਛੇੜ ਲੈਂਦੇ ਆ। ਇਹਨਾਂ ਨੂੰ ਇਹ ਚਾਹੀਦਾ ਕਿ ਪਬਲਿਕ ਨਾਲ ਮਿਲ ਕੇ ਚੱਲਣ ਅਤੇ ਜਿਹੜੇ ਬੈਨੀਫਿਟ ਨੇ ਉਹ ਘੱਟੋ ਘੱਟ ਆਪਣੇ ਆਪ ਤੱਕ ਨਾ ਰੱਖਣ, ਲੋਕਾਂ ਤੱਕ ਵੰਡਣ। ਲੋਕਾਂ ਦੀ ਸਰਕਾਰ ਹੈ, ਨਾ ਕਿ ਇੱਕ ਮੰਤਰੀ ਦੀ ਹੈ, ਨਾ ਕਿ ਮੁੱਖ ਮੰਤਰੀ ਦੀ ਹੈ, ਅਤੇ ਨਾ ਕਿਸੇ ਹੋਰ ਨੇਤਾ ਦੀ ਹੈਗੀ ਆ। ਇਸ ਗੱਲ ਤੋਂ ਲੋਕ ਥੋੜ੍ਹੇ ਜਿਹੇ ਨਾਰਾਜ਼ ਹੋ ਜਾਂਦੇ ਆ। ਹੁਣ ਇਹਨਾਂ ਨੂੰ ਇਹਦਾ ਜਵਾਬ ਦੇਣਾ ਪੈਂਦਾ ਸੀ। ਚੰਨੀ ਸਾਹਿਬ ਦਾ ਜਿਹੜਾ ਮਸਲਾ ਸੀਗਾ, ਅਸੀਂ ਫਿਰ ਉਹਦੇ 'ਤੇ ਆਉਂਦੇ ਹਾਂ। ਹੁਣ ਇਹਨਾਂ ਨੇ ਪਹਿਲਾਂ ਤਾਂ ਇੰਨਾ ਰੌਲਾ ਪਾਇਆ, ਹੁਣ ਜਦੋਂ ਚੁੱਪ ਹੋ ਗਏ, ਪਹਿਲਾਂ ਕਹਿੰਦੇ 2 ਕਰੋੜ ਰੁਪਈਆ ਮੰਗਿਆ ਸੀ, ਉਹਦੇ ਫਾਦਰ ਨਾਲ ਇੰਟਰਵਿਊ ਕਰਾਈ, ਫਿਰ ਉਹਦੇ ਮੁੰਡੇ ਨੂੰ ਵੀ ਇਹਨਾਂ ਨੇ ਬੁਲਾਇਆ, ਉਹ ਮੁੰਡੇ ਨੂੰ ਜਿਹੜਾ ਕ੍ਰਿਕਟ ਦਾ ਖਿਡਾਰੀ ਸੀਗਾ, ਉਹਨਾਂ ਨੇ ਉਹਦੇ ਮੁੰਡੇ ਨੇ ਕਹਿ ਦਿੱਤਾ। ਪਰ ਹੁਣ ਜੇ FIR ਲੌਜ ਹੋਈ ਆ ਜਾਂ ਕੁਝ ਹੋਇਆ ਤਾਂ ਉਹਦੇ ਬਾਅਦ ਕੀ ਹੋ ਗਿਆ? ਇਹਦਾ ਮਤਲਬ ਫਿਰ ਇਹ ਝੂਠ ਨਿਕਲੂਗਾ ਜੋ ਕੁਝ ਹੋ ਗਿਆ। ਚੰਨੀ ਸਾਹਿਬ ਨੇ ਜੋ ਕੁਝ ਕਿਹਾ ਸੀਗਾ, ਉਹ ਲੱਗਦਾ ਕਿ ਉਹਨਾਂ ਨੇ ਉਹਨੂੰ ਸਿਆਸੀ ਮੁੱਦਾ ਬਣਾ ਕੇ ਅੱਗੇ ਲਿਆਂਦਾ। ਹੁਣ ਇੰਨੀ ਦੇਰ ਤੱਕ ਚੁੱਪ ਹੈ, ਪੰਜਾਬ ਪੁਲਿਸ ਵੀ ਚੁੱਪ ਹੈ, ਵਿਜੀਲੈਂਸ ਵੀ ਚੁੱਪ ਹੈ, ਸਾਰੇ ਚੁੱਪ ਹੈ। ਕਿਉਂ? ਇੱਕ ਵਾਰੀ ਤਾਂ ਇਹਨਾਂ ਨੇ ਸਿਖਰਾਂ 'ਤੇ ਪਹੁੰਚਾ ਦਿੱਤਾ ਸੀਗਾ, ਹੁਣ ਉਹ ਕਰਕੇ ਇਹਦਾ ਮਤਲਬ ਸਿਆਸਤ ਰੰਗਤ ਸੀ ਉਹਦੇ ਪਿੱਛੇ। ਹੁਣ ਚੰਨੀ ਸਾਹਿਬ ਨੇ ਸਿੱਧਾ ਕਹਤਾ ਸੀ ਮੈਂ ਕੋਈ ਪੈਸਾ ਨਹੀਂ ਲਿਆ, ਨਾ ਮੇਰੇ ਭਾਣਜੇ ਨੇ ਲਿਆ, ਮੈਂ ਇਹ ਤੋਂ ਮੁੱਕਰਦਾ ਨਹੀਂ ਗਾ, ਮੇਰੇ ਕੋਲ ਸਬੂਤ ਹੈਗੇ। ਹੁਣ ਇਸ ਕਰਕੇ ਜੇਕਰ ਉਹਨੇ ਪੁਲਿਸ ਨੂੰ ਸਬੂਤ ਦਿੱਤੇ ਹੋਣਗੇ, ਪੁਲਿਸ ਵੀ ਪਿੱਛੇ ਹਟ ਗਈ ਆ, ਵਿਜੀਲੈਂਸ ਵੀ ਹਟ ਗਈ ਆ, ਸਾਰੇ ਪਾਸੇ ਤਰੀਕੇ ਨਾਲ ਹੋ ਗਿਆ। ਇਸ ਕਰਕੇ ਇਹ ਫਿਰ ਆ ਕੇ ਫਿਰ ਜਿਹੜੀ ਹੈਗਾ ਕਲੀਨ ਚਿੱਟ ਵਾਲਾ ਮਾਮਲਾ ਹੀ ਬਣ ਜਾਣਾ ਉੱਥੇ ਆ ਕੇ। ਚਲੋ ਕਲੀਨ ਚਿੱਟ ਵਾਲਾ ਮਾਮਲਾ ਬਣ ਜਾਂਦਾ ਹੈ। ਉਹਨੇ ਮਾਮਲੇ ਤਾਂ ਬੜੇ ਨੇ, ਇੰਨੇ ਮਾਮਲੇ ਨੇ, ਜੇ ਡਿਸਕਸ ਕਰਨ ਬੈਠੀਏ ਤਾਂ ਸਾਲਾਂ ਬੱਧੀ ਬੈਠੇ ਰਵਾਂਗੇ, ਮਾਮਲੇ ਨਹੀਂ ਖਤਮ ਹੋਣੇ। ਸਹੀ ਗੱਲ। ਸੋ ਇਸ ਦੇ ਨਾਲ ਹੀ ਸਾਡਾ ਇਹ ਮਾਮਲਾ, ਮਤਲਬ ਸਾਡਾ ਇਹ ਐਪੀਸੋਡ, ਸਾਡਾ ਇਹ ਅੰਕ ਅਸੀਂ ਇੱਥੇ ਸਮੇਟਦੇ ਹਾਂ, ਕਿਉਂਕਿ ਸਮੇਂ ਦੀ ਆਪਣੀ ਲਿਮਿਟ ਹੈ। ਸੋ ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ। ਜੀ ਸਤਿ ਸ਼੍ਰੀ ਅਕਾਲ।